तेरी है पंजाब करां की सिफ्त तेरी, पंजाब करां की सिफ्त तेरी, शाना दे सब सामान तेरे, जल पौन तेरा हरियाल तेरी, दरिया पर्वत मैदान तेरे। ओ बाबा नानक बाबा फरीद अपनी छाती ते पाले तू, दुनिया नू चानण देण लई कई रोशन दीवे बाले तू, तू आजादी दा आगू है तू कुर्बानी दा बानी है, सारे औकड़ पिया भरावां दी तू है करदा अगवानी है, क्या चूड़े बीड़े फबदे ने जो बनमतियां मुटियारां दे, जद पान मदानी चाटी विच तद शोर उठन कुमकारां दे, कोई तुम्बदी है कोई कतदी है, कोई पींदी है कोई छड़दी है, कोई सिउंदी कोई परोंदी है, कोई वेला बूटे कटदी है, जद रात चांदनी खिड़दी है जद रात चांदनी खिड़दी है, कोई राग इलाही छिड़दा है, गिद्धे नू लोड़ा आंदा है, जो बनते बिरहा फिरदा है, ऐ पंजाब करां की सिफ्त तेरी, ऐ पंजाब करां की सिफ्त तेरी। ओ तेरी मां क्यों मिठी बोली दी जी करदियां सिफ्त न रजदा है, उर्दू हिंदी दियां साजां विच सुर ताल तेरा ही वजदा है, बसे रसे कर बार तेरा जीवे जागे परवार तेरा, मस्जिद मंदिर दरबार तेरा, मियाँ लाला सरदार तेरा, दुनिया सारी भी सोनी है दुनिया सारी भी सोनी है, पर तेरा रंग न्यारा है, तेरी मिट्टी दा खुला भी शाही महला तो प्यारा है, तेरे जर्रे जर्रे दे अंदर अपनत जई कोई बसदी है, तेरी गोदी दे विच बैंदियां ही दुनिया दी चिंता नसदी है, तेरी गोदी दे विच बैंदियां ही दुनिया दी चिंता नसदी है, ऐ पंजाब करां की सिफ्त तेरी, ऐ पंजाब करां की सिफ्त तेरी, ऐ पंजाब पंजाब। ਹਾਂਜੀ, ਪੰਜਾਬ ਦਰਸ਼ਨ ਨਾਲ ਜੁੜੇ ਹੋਏ ਸਾਰੇ ਹੀ ਸੂਝਵਾਨ ਦੋਸਤਾਂ ਦਾ ਤਹਿ ਦਿਲੋਂ ਧੰਨਵਾਦ। ਅੱਜ ਸਾਡਾ ਜੋ ਲੈਕਚਰ ਹੋਣ ਜਾ ਰਿਹਾ ਉਹਦੇ ਲਈ ਖਾਸ ਇੱਕ ਗੱਲ ਹੈ ਕਿ ਹੁਣ ਤੱਕ ਪੰਜਾਬ ਦਰਸ਼ਨ ਦੇ ਵਿੱਚ ਜਿੰਨੇ ਵੀ ਅਸੀਂ ਲੈਕਚਰ ਕਰਵਾਏ ਉਹਨਾਂ ਦੇ ਵਿੱਚ ਕੋਈ ਆਰਟਿਸਟ ਕੋਈ ਚਿੱਤਰਕਾਰ ਅਸੀਂ ਨਹੀਂ ਬੁਲਾਇਆ ਸੀ। ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਸਾਡੇ ਦਰਮਿਆਨ ਅੱਜ ਉਹ ਹਸਤੀ ਨੇ ਜਿਹੜੇ ਪੰਜਾਬ ਨੂੰ ਜਿਹੜੇ ਸਾਡੇ ਸਾਂਝੇ ਪੰਜਾਬ ਨੂੰ ਇੱਕ ਵਿਲੱਖਣ ਅੰਦਾਜ਼ ਨਾਲ ਇੱਕ ਵਿਲੱਖਣ
ਤਰੀਕੇ ਨਾਲ ਸਮਝਣ ਦੀ ਜਿਹੜਾ ਉਹ ਸਾਨੂੰ ਸਮਝਦੇ ਨੇ ਤੇ ਸਾਨੂੰ ਸਮਝਾਉਣਗੇ ਕਿ ਇੱਕ ਚਿੱਤਰਕਾਰ ਦੇ ਨਜ਼ਰੀਏ ਨਾਲ ਪੰਜਾਬ ਨੂੰ ਕਿੱਦਾਂ ਦੇਖਿਆ ਜਾ ਸਕਦਾ। ਜਿਹੜੀ ਅੱਜ ਦਾ ਸਾਡਾ ਲੈਕਚਰ ਹੈ, ਜੇ ਅਸੀਂ ਚਿੱਤਰਕਾਰ ਦੀ ਗੱਲ ਕਰ ਰਹੇ ਹਾਂ ਤਾਂ ਫਿਰ ਇਹ ਜਿਹੜੀ ਅੱਜ ਦੀ ਲੈਕਚਰ ਦੀ ਡੈਡੀਕੇਸ਼ਨ ਹੈ, ਜਿਹੜਾ ਅਸੀਂ ਡੈਡੀਕੇਟ ਕੀਤਾ ਆ, ਉਹ ਸਾਡਾ ਲੈਕਚਰ ਜਿਹੜਾ ਹੈ ਸੋਭਾ ਸਿੰਘ ਜੀ ਨੂੰ ਡੈਡੀਕੇਟ ਕੀਤਾ ਗਿਆ। ਤਾਂ ਸਾਡੇ ਜਿਹੜੇ ਪੰਜਾਬ ਦਰਸ਼ਨ ਦੀ ਟੀਮ ਹੈ, ਉਹਦੇ ਵੱਲੋਂ ਜਿਹੜਾ ਸਾਡੇ ਸਰਪ੍ਰਸਤ ਨੇ ਪ੍ਰੋਫੈਸਰ ਹਰਪਾਲ ਸਿੰਘ ਜੀ ਤੇ ਆਈਡੀ ਗੌਡ ਜੀ, ਅਸੀਂ ਬਹੁਤ ਧੰਨਵਾਦੀ ਹਾਂ ਉਹਨਾਂ ਦਾ, ਸਾਨੂੰ ਸਮੇਂ-ਸਮੇਂ ਸਹਿਯੋਗ ਦਿੰਦੇ ਨੇ। ਅੱਜ ਦੀ ਜਿਹੜੀ ਖਾਸ ਗੱਲ ਹੈ ਉਹ ਹੈ ਕਿ ਜਿਹੜੇ ਸਿਧਾਰਥ ਜੀ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਬਾਰੇ ਜੇ ਗੱਲ ਕੀਤੀ ਜਾਵੇ ਤਾਂ ਉਹ ਜਾਣੇ ਤਾਂ ਇੱਕ ਚਿੱਤਰਕਾਰ ਦੇ ਤੌਰ ਤੇ ਜਾਂਦੇ ਨੇ, ਪਰ ਉਹ ਇਕੱਲੇ ਚਿੱਤਰਕਾਰ ਨਹੀਂ, ਇੱਕ ਵਿਅਕਤੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਕਈ ਵਾਰ। ਉਹ ਇੱਕ ਸੰਸਥਾ ਵਾਂਗ ਨੇ, ਜਿਨ੍ਹਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਅਜਿਹੇ ਗੁਣ ਨੇ, ਜਿਨ੍ਹਾਂ ਨੂੰ ਜਦੋਂ ਅਸੀਂ ਇਤਿਹਾਸਕਾਰੀ ਕਰਦੇ ਹਾਂ ਤਾਂ ਕਈ ਵਾਰੀ ਐਵੇਂ ਹੁੰਦਾ ਕਿ ਉਸ ਚੀਜ਼ ਦੀ ਇਤਿਹਾਸਕਾਰੀ ਉਨੀ ਦੇਰ ਤੱਕ ਮੁਕੰਮਲ ਨਹੀਂ ਹੁੰਦੀ ਜਦ ਤੱਕ ਅਸੀਂ ਉਹਨਾਂ ਦੇ ਸਾਰੇ ਉਹ ਜਿਹੜੇ ਗੁਣ ਉਹਨਾਂ ਨੂੰ ਵਿੱਚ ਸ਼ਾਮਿਲ ਨਹੀਂ ਕਰਦੇ। ਜੇ ਚਿੱਤਰਕਾਰੀ ਦੀ ਗੱਲ ਕੀਤੀ ਜਾਵੇ ਤਾਂ ਚਿੱਤਰਕਾਰੀ ਦੇ ਵਿੱਚ ਤਾਂ ਉਹ ਸਿਰਮੌਰ ਨੇ, ਪਰ ਉਸ ਤੋਂ ਇਲਾਵਾ ਉਹ ਇੱਕ ਗਾਇਕ ਵੀ ਨੇ। ਉਹ ਫੋਕ ਸੌਂਗ ਗਾਉਂਦੇ ਨੇ, ਇੱਕ ਗਾਇਕ ਦੇ ਤੌਰ ਤੇ ਵੀ ਦੇਖੇ ਜਾਂਦੇ ਨੇ। ਉਹ ਕਹਾਣੀਆਂ ਲਿਖਦੇ ਨੇ ਔਰ ਨਾਲ ਦੀ ਨਾਲ ਉਹਨਾਂ ਦੇ ਵਿੱਚ ਇੱਕ ਹੋਰ ਜਿਹੜਾ ਇੱਕ ਲੱਛਣ ਹੈ ਉਹ ਫਕੀਰੀ ਦਾ ਹੈ। ਉਹਨਾਂ ਨੇ ਗਜ਼ਾ ਕਰਕੇ ਚਿੱਤਰਕਾਰੀ ਸਿੱਖੀ। ਪਹਿਲਾਂ ਉਹਨਾਂ ਨੇ ਸੋਭਾ ਸਿੰਘ ਤੋਂ ਜਾ ਕੇ ਗਜ਼ਲ ਜਿਹੜੀ ਸਿੱਖੀ, ਆਪਣੀ ਚਿੱਤਰਕਾਰੀ ਸਿੱਖੀ। ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਪਰੰਪਰਾ ਜਿਹੜੀ ਬੁੱਧ ਧਰਮ ਦੇ ਵਿੱਚ ਹੈ, ਲਾਮਾਜ਼ ਤੋਂ ਜਾ ਕੇ ਜਿਹੜੀ ਹੈ ਉਹ ਚਿੱਤਰਕਾਰੀ ਸਿੱਖਦੇ ਨੇ। ਉਹਦੇ ਵਿੱਚ ਉਹਨਾਂ ਨੇ ਕਾਫੀ ਸਮਾਂ ਜਿਹੜਾ ਉਹ ਉਹਦੇ ਵਿੱਚ ਰਹਿ ਕੇ ਤੇ ਜੋ ਉਹਦੇ ਚੋਂ ਗ੍ਰਹਿਣ ਕੀਤਾ, ਜਿੱਦਾਂ ਉਹਨੂੰ ਸਿੱਖਿਆ, ਉਹਨਾਂ ਨੇ ਮੌਂਕ ਦੇ ਤੌਰ ਤੇ ਵੀ ਬਹੁਤ ਕੰਮ ਕੀਤਾ। ਉਹਨਾਂ ਦੇ ਵਿੱਚ ਉਹ ਫਕੀਰੀ ਅੱਜ ਵੀ ਹੈ। ਦੋ ਚੀਜ਼ਾਂ ਉਹਨਾਂ ਦੇ ਵਿੱਚ ਚੱਲ ਰਹੀਆਂ, ਇੱਕ ਫਕੀਰੀ ਤੇ ਇੱਕ ਨਾਲ ਦੀ ਨਾਲ ਜਿਹੜਾ ਉਹ ਪ੍ਰੋਫੈਸ਼ਨਲੀ ਉਹ ਚਿੱਤਰਕਾਰ ਨੇ। ਜਦੋਂ ਇੱਕ ਬੰਦੇ ਦੇ ਵਿੱਚ ਦੋ ਚੀਜ਼ਾਂ ਦਾ ਸੁਮੇਲ ਹੋਵੇ ਤੇ ਤੀਜੀ ਗੱਲ ਕਿ ਉਹ ਉਹਨਾਂ ਚੀਜ਼ਾਂ ਨੂੰ ਇੱਕ ਵੱਖਰੇ ਅੰਦਾਜ਼ ਨਾਲ ਦੇਖਦਾ ਵੀ ਹੋਵੇ, ਉਹਨਾਂ ਨੂੰ ਹੰਡਾਉਂਦਾ ਹੋਵੇ, ਉਹ ਬਹੁਤ ਹੀ ਖਾਸ ਗੱਲ ਬਣਦੀ ਹੈ। ਤੇ ਸਾਡੇ ਦਰਮਿਆਨ ਜੋ ਅੱਜ ਸ਼ਖਸੀਅਤ ਨੇ, ਉਹਨਾਂ ਨੇ ਜਿਸ ਕਦਰ ਪੰਜਾਬ ਨੂੰ, ਪੰਜਾਬ ਦੇ ਇਤਿਹਾਸ ਨੂੰ ਇਸ ਨਜ਼ਰੀਏ ਤੋਂ ਦੇਖਣਾ ਹੈ ਕਿ ਚਿੱਤਰਕਾਰ ਦੇ ਨਜ਼ਰੀਏ ਤੋਂ ਕਿਹੜੀ ਚੀਜ਼ ਕਿਸ ਤਰ੍ਹਾਂ ਹੋ ਸਕਦੀ ਹੈ। ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ, ਹਰ ਵਿਦਵਾਨ ਦਾ, ਹਰ ਸਾਹਿਤਕਾਰ ਦਾ, ਪਰ ਚਿੱਤਰਕਾਰ ਦਾ ਇੱਕ ਆਪਣਾ ਨਜ਼ਰੀਆ ਹੁੰਦਾ। ਉਸ ਨਜ਼ਰੀਏ ਰਾਹੀਂ ਸਿੱਖ ਇਤਿਹਾਸ ਨੂੰ ਦੇਖਣਾ, ਤੇ ਮੈਨੂੰ ਲੱਗਦਾ ਸਿੱਖ ਇਤਿਹਾਸ ਨੂੰ ਦੇਖਣ ਲਈ ਸ਼ਾਇਦ ਇੱਕ ਚਿੱਤਰਕਾਰ ਦਾ ਨਜ਼ਰੀਆ ਹੀ ਬਹੁਤ ਖੂਬ ਹੋ ਸਕਦਾ, ਕਿਉਂਕਿ ਉਸ ਚੀਜ਼ ਨੂੰ ਦੇਖਣਾ, ਪੰਜਾਬ ਦੇ ਉਹਨਾਂ ਹਾਲਾਤਾਂ ਨੂੰ ਦੇਖਣਾ, ਚਿੱਤਰਕਾਰ ਦੀ ਭਾਸ਼ਾ ਵਿੱਚ ਸਿੱਧੇ ਸਿੱਧੇ ਲਫ਼ਜ਼ ਨਹੀਂ ਹੁੰਦੇ, ਪਰ ਉਹਨੂੰ ਅਸੀਂ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹਨੂੰ ਸਮਝਣਾ ਬੇਸ਼ੱਕ ਹਰੇਕ ਬੰਦੇ ਦੀ ਸਮਝ ਤੋਂ ਬਾਹਰ ਵੀ ਹੋ ਸਕਦੀ ਹੈ, ਹਰ ਇੱਕ ਬੰਦਾ ਉਹਨੂੰ ਨਹੀਂ ਸਮਝਦਾ, ਪਰ ਜਿੰਨਾ ਜਿਹੜੀ ਚੀਜ਼ ਉਹ ਸਮਝਾਉਣੀ ਚਾਹੁੰਦੇ ਨੇ, ਜਿਸ ਤਰੀਕੇ ਨਾਲ ਸਮਝਾਉਂਦੇ ਨੇ, ਉਹਦਾ ਅਸਰ ਬਹੁਤ ਲੰਬੇ ਸਮੇਂ ਤੱਕ ਰਹਿੰਦਾ। ਉਹਦਾ ਅਸਰ ਜਿਹੜਾ ਉਹ ਸਦੀਵੀ ਕਹਿ ਸਕਦੇ ਹਾਂ ਅਸੀਂ। ਇਸ ਕਰਕੇ ਅਸੀਂ ਅੱਜ ਬੜੇ ਖੁਸ਼ਕਿਸਮਤ ਹਾਂ ਕਿ ਸਾਡੇ ਨਾਲ ਇਹ ਮਹਾਨ ਹਸਤੀ ਜੁੜੇ ਹੋਏ ਨੇ। ਹਾਂਜੀ ਸਰ, ਸਿਧਾਰਥ ਜੀ। ਹਾਂਜੀ ਸਿਧਾਰਥ ਸਰ। ਸਰ ਜੀ ਤੁਹਾਡਾ ਪੰਜਾਬ ਦੇ ਪੇਜ ਤੇ ਬਹੁਤ ਬਹੁਤ ਸਵਾਗਤ ਹੈ ਜੀ। ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਅੱਜ ਤੁਹਾਡੇ ਮੁਖਾਤਬ ਹੋਏ ਹਾਂ, ਔਰ ਅਸੀਂ ਕੁਝ ਚੀਜ਼ਾਂ ਤੁਹਾਨੂੰ ਕਹੀਏ ਕਿ ਅਸੀਂ ਤੁਹਾਨੂੰ ਸੁਣਨਾ ਹੈ ਅੱਜ, ਤੇ ਜਿਹੜੀ ਚੀਜ਼ ਸੁਣਨੀ ਹੈ ਫਿਰ ਅਸੀਂ ਉਹਦੇ ਲਈ ਕੋਈ ਸਮਾਂ ਸੀਮਾ ਨਹੀਂ ਹੈ, ਤੁਸੀਂ ਜਿੰਨਾ ਸਮਾਂ ਚਾਹੋ ਲੈ ਸਕਦੇ ਹੋ। ਤੇ ਸਾਡੇ ਲਈ ਬੜੀ ਖੁਸ਼ਕਿਸਮਤੀ ਹੈ ਕਿ ਅਸੀਂ ਅੱਜ ਉਸ ਇਨਸਾਨ ਦੇ ਸਾਹਮਣੇ ਸਨਮੁਖ ਹੋਏ ਹਾਂ, ਜਿਹੜੇ ਕਿ ਸਾਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਪੰਜਾਬ ਦੇ ਦਰਸ਼ਨ ਕਰਾਉਣਗੇ ਤੇ ਖਾਸ ਕਰ ਸਿੱਖ ਇਤਿਹਾਸ ਨੂੰ ਜਿਹੜਾ ਉਹ ਚਿੱਤਰਕਾਰੀ ਦੇ ਸੰਦਰਭ ਵਿੱਚ ਸਾਨੂੰ ਸਮਝਾਉਣਗੇ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਰ ਤੁਹਾਡੇ ਕਿ ਤੁਸੀਂ ਸਾਡੇ ਨਾਲ ਜੁੜੇ। ਜੀ ਬਹੁਤ ਬਹੁਤ ਤੇ ਬਹੁਤ ਮਿਹਰਬਾਨੀ ਤੁਹਾਡੀ ਕਿ ਤੁਸੀਂ ਮੈਨੂੰ ਇੱਥੇ ਬੁਲਾਇਆ ਹੈ। ਮੇਰੇ ਖਿਆਲ 'ਚ ਮੈਂ ਆਪਦਾ ਬੜਾ ਮਾਣ ਸਮਝ ਰਿਹਾ ਕਿ ਵੀ ਤੁਸੀਂ ਬੜਾ ਮਾਣ ਦਿੱਤਾ ਹੈ ਮੈਨੂੰ, ਤੇ ਇਸ ਸਬਜੈਕਟ ਦੇ ਉੱਤੇ ਖਾਸ ਤੌਰ ਤੇ ਗੱਲਬਾਤ ਕਰਨ ਵਾਸਤੇ, ਪੰਜਾਬ ਤੇ ਗੁਰੂਆਂ ਬਾਰੇ ਤੇ ਸਾਡੇ ਕਲਚਰ ਬਾਰੇ, ਤੇ ਖਾਸ ਤੌਰ ਤੇ ਸਾਡੀ ਜਿਹੜੀ ਕਲਾ ਦਾ ਜਿਹੜਾ ਇੱਕ ਪਿਛੋਕੜ ਹੈ ਉਹਦੇ ਬਾਰੇ ਗੱਲ ਕਰਨ ਵਾਸਤੇ ਅੱਜ ਮੈਨੂੰ ਜਿਹੜਾ ਤੁਸੀਂ ਮੌਕਾ ਦਿੱਤਾ ਹੈ, ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਇਹ ਸਾਰੇ ਸਮਾਜ ਦੇ ਨਾਲ ਮੁਖਾਤਬ ਹੋਈਏ, ਤੇ ਇਹ ਜ਼ਰੂਰੀ ਸੀਗਾ। ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ ਜੀ। ਸ਼ੁਕਰੀਆ ਸਰ। ਤੇ ਸਾਰੇ ਸਰੋਤੇ ਜਿੰਨੇ ਵੀ ਨੇ ਉਹਨਾਂ ਨੂੰ ਵੀ ਮੈਂ ਜੀ ਆਇਆਂ ਕਹਿੰਦਾ, ਤੇ ਸਾਰਿਆਂ ਦਾ ਧੰਨਵਾਦ, ਬਹੁਤ ਬਹੁਤ ਧੰਨਵਾਦ ਜੁਆਇਨ ਕਰਨ ਵਾਸਤੇ ਜੀ। ਸੋ
ਮੈਂ ਦਰਅਸਲ ਕੋਈ ਲੈਕਚਰ ਵਰਗਾ ਲੈਕਚਰ ਨਹੀਂ ਕਦੇ ਵੀ ਕਰ ਸਕਦਾ, ਕਿਉਂਕਿ ਮੈਂ ਉਸ ਤਰ੍ਹਾਂ ਦੀ ਮੇਰੀ ਜਿਹੜੀ ਨਹੀਂ ਹੈ ਸਾਰੀ ਜਿਹੜਾ ਮੇਰਾ ਇੱਕ ਜੀਵਨ ਦਾ ਤਰੀਕਾ ਇਸ ਤਰ੍ਹਾਂ ਨਹੀਂ ਹੈ ਕਿ ਮੈਂ ਲੈਕਚਰ ਦੀ ਤਰ੍ਹਾਂ ਲੈਕਚਰ ਕਰਾਂ। ਮੈਨੂੰ ਅਕਸਰ ਜਦੋਂ ਮੈਂ ਗੱਲਬਾਤ ਕਰਦਾ ਤੇ ਨਾ ਹੀ ਮੇਰੀ ਕੋਈ ਕਿਤਾਬੀ ਜਿਹੀ ਭਾਸ਼ਾ ਹੈ, ਤੇ ਮੇਰੀ ਭਾਸ਼ਾ ਵੀ ਜਿਹੜੀ ਬਹੁਤ ਹੀ ਸਿੱਧਰੀ ਸਾਦੀ ਤੇ ਸਦੁੱਕੜੀ ਕਿਸਮ ਦੀ ਭਾਸ਼ਾ ਹੈ। ਸੋ ਕਿਰਪਾ ਕਰਕੇ ਮੇਰੀ ਭਾਸ਼ਾ ਤੇ ਮੇਰੇ ਸ਼ਬਦਾਂ ਦੇ ਉੱਤੇ ਨਾ ਜਾਣਾ ਜ਼ਿਆਦਾ, ਤੇ ਤੁਹਾਨੂੰ ਮੈਂ ਬਸ ਜਿਹੜੀ ਤਿਲ ਫੁੱਲ ਜਿੰਨੀ ਮੇਰੀ ਥੋੜੀ ਬਹੁਤ ਸਮਝ ਹੈ ਕਲਾ ਬਾਰੇ ਤੇ ਸਾਡੇ ਪੰਜਾਬ ਬਾਰੇ, ਪੰਜ ਆਬ ਦੇ ਇਸ ਦੇਸ਼ ਬਾਰੇ, ਮੈਂ ਸਮੁੱਚੇ ਪੰਜਾਬ ਨੂੰ ਹੀ ਪੰਜਾਬ ਸਮਝਦਾ ਹਾਂ। ਇਹ ਜਿਹੜਾ ਸਾਡੇ ਕੋਲ ਹੁਣ ਥੋੜਾ ਜਿਹਾ ਰਹਿ ਗਿਆ ਉਹ ਤਾਂ ਵਿਚਾਰਾ 3 ਕੁ ਦਰਿਆਵਾਂ ਦਾ ਰਹਿ ਗਿਆ, ਚਲੋ ਕੋਈ ਗੱਲ ਨਹੀਂ, ਪਰ ਠੀਕ ਹੈ। ਇਹ ਵੀ ਖੂਬਸੂਰਤ ਹੈ ਤੇ ਸਾਡਾ ਪਿਛੋਕੜ ਬਹੁਤ ਖੂਬਸੂਰਤ ਹੈ। ਮੈਂ ਉਹਦੇ ਬਾਰੇ ਥੋੜੀ ਗੱਲਬਾਤ ਕਰਨੀ ਚਾਹਾਂਗਾ। ਉਂਝ ਤਾਂ ਪੰਜਾਬ ਦੇ ਪਿਛੋਕੜ ਬਾਰੇ ਅਸੀਂ ਅਗਰ ਗੱਲ ਕਰੀਏ ਤਾਂ ਅਸੀਂ ਵੈਦਿਕ ਸਮਿਆਂ ਤੋਂ, ਉਸ ਤੋਂ ਪਹਿਲਾਂ ਤੋਂ ਵੀ ਸ਼ੁਰੂ ਕਰ ਸਕਦੇ ਹਾਂ। ਪਰ ਮੈਂ ਅਕਸਰ ਕਹਿੰਦਾ ਹੁੰਦਾ ਕਿ ਵੀ ਸਾਡੀ ਜਿਹੜੀ ਸਿਵਿਲਾਈਜੇਸ਼ਨ ਹੈ, ਪੰਜਾਬ ਦੀ ਜਿਹੜੀ ਸਿਵਿਲਾਈਜੇਸ਼ਨ ਹੈ, ਉਹ ਬਾਬੇ ਨਾਨਕ ਤੋਂ ਸ਼ੁਰੂ ਹੁੰਦੀ ਹੈ। ਕਿਉਂ? ਇਹਦੇ ਪਿੱਛੇ ਮੇਰਾ ਇੱਕ ਰੀਜ਼ਨ ਹੈ। ਰੀਜ਼ਨ ਇਹ ਹੈ ਕਿ ਬਾਬਾ ਨਾਨਕ ਇੱਕ ਐਸਾ ਟਰੈਵਲਰ ਹੈ, ਇੱਕ ਐਸਾ ਅਦੁੱਤੀ ਸ਼ਖਸੀਅਤ ਹੈ, ਇੱਕ ਉਹ ਈਸ਼ਵਰੀय ਸ਼ਕਤੀ ਹੈ, ਕੋਈ ਇੱਕ ਐਸੀ ਜਿਹਦੇ ਵਿੱਚ ਉਹ ਇੱਕ ਪਾਸੇ ਅਸੀਂ ਇੱਕ ਵਨ ਸਾਈਡਡ ਅਸੀਂ ਨਹੀਂ ਸੋਚ ਸਕਦੇ ਬਾਬੇ ਨਾਨਕ ਬਾਰੇ। ਅਸੀਂ ਉਹਨਾਂ ਬਾਰੇ ਜਦੋਂ ਗੱਲਬਾਤ ਕਰਦੇ ਹਾਂ ਤਾਂ ਫਿਰ ਬਹੁਤ ਸਾਰੇ ਗੱਲਾਂ ਉਹਨਾਂ ਵਾਸਤੇ ਕਰਨੀਆਂ ਪੈਣਗੀਆਂ। ਉਹਨਾਂ ਦੇ ਇੱਕ ਯਾਤਰੂ ਹੋਣ ਦੀ ਗੱਲ ਕਰਨੀ ਪਏਗੀ, ਉਹਨਾਂ ਦਾ ਦੂਸਰੇ ਜਿੰਨੇ ਵੀ ਧਰਮ ਸੀਗੇ ਉਹਨਾਂ ਬਾਰੇ ਇੱਕ ਸਮਝ ਦੇ ਬਾਰੇ ਚ ਸਾਨੂੰ ਗੱਲ ਕਰਨੀ ਪਏਗੀ। ਤੇ ਉਹਨਾਂ ਨੇ ਜਦੋਂ ਉਹਨਾਂ ਦੀ ਅਸੀਂ ਗੱਲ ਕਰਦੇ ਹਾਂ, ਜੋ ਸਾਨੂੰ ਉਹਨਾਂ ਨੇ ਦਿੱਤਾ ਹੈਗਾ, ਉਹ ਸਾਰੇ ਦਾ ਨਿਚੋੜ ਜਿਹੜਾ ਵੈਦਿਕ ਟ੍ਰੈਡੀਸ਼ਨ ਸੀਗੀ, ਉਹ ਸ਼ਾਇਵਾਈਟ ਟ੍ਰੈਡੀਸ਼ਨ ਸੀ, ਉਹ ਜਾਂ ਅਸੀਂ ਕਹੀਏ ਕਿ ਜਿਹੜੀ ਇਸਲਾਮਿਕ ਟ੍ਰੈਡੀਸ਼ਨ ਹੈ ਜਾਂ ਬੁੱਧਿਸਟ ਟ੍ਰੈਡੀਸ਼ਨ ਹੈ, ਜਾਂ ਜੋ ਵੀ ਸਿੱਧ ਜੋਗੀਆਂ ਦੀ, ਨਾਥ ਜੋਗੀਆਂ ਦੀ ਜੋ ਵੀ ਟ੍ਰੈਡੀਸ਼ਨਸ ਹੈ, ਉਹ ਸਾਰੀਆਂ ਦਾ ਇੱਕ ਸਮ ਅਪ ਜਿਹੜਾ ਹੈ ਉਹ ਬਾਬੇ ਦੀ ਬਾਣੀ ਚੋਂ ਸਾਨੂੰ ਪ੍ਰਾਪਤ ਹੁੰਦਾ। ਕਾਰਨ ਕਿ ਜਦੋਂ ਵੀ ਕੋਈ ਇੱਕ ਈਸ਼ਵਰੀय ਸ਼ਕਤੀ ਜਦੋਂ ਰਿਅਲਾਈਜ਼ ਕਰਦਾ ਬੰਦਾ, ਜਦੋਂ ਉਸ ਦੇ ਨਾਲ ਇੱਕ ਸੁਰ ਹੁੰਦਾ, ਜਦੋਂ ਉਹ ਉਸ ਸਾਰੀ ਸ਼ਕਤੀ ਦੇ ਨਾਲ, ਇੱਕ ਮਹਾਸ਼ਕਤੀ ਦੇ ਨਾਲ, ਇੱਕ ਮਹਾ ਬ੍ਰਹਮਾਂਡ ਦੇ ਨਾਲ ਜਦੋਂ ਇੱਕ ਸੁਰ ਹੁੰਦਾ ਬੰਦਾ, ਇਨਸਾਨ ਜੋ ਵੀ ਕੋਈ ਹੁੰਦਾ, ਤਾਂ ਉਹ ਇੱਕ ਈਸ਼ਵਰੀय ਸ਼ਕਤੀ ਦਾ ਰੂਪ ਹੋ ਜਾਂਦਾ। ਤੇ ਉਹ ਫਿਰ ਇੱਕ ਪਾਸੇ ਦੀ ਗੱਲ ਨਹੀਂ ਕਰਦਾ, ਉਹਦੇ ਵਾਸਤੇ ਫਿਰ ਸਾਰਾ ਕੁਝ ਇੱਕ ਹੋ ਜਾਂਦਾ ਹੈ। ਤੇ ਐਸੇ ਕਰਕੇ ਫਿਰ ਬਾਬਾ ਜਦੋਂ ਕਹਿੰਦਾ ਹੈ ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ अकाल मूर्त अजूनी सैभम गुरु प्रसाद, तो फिर वो गुरु का प्रसाद जो है, एक का प्रसाद जो है, बहुत खूबसूरत बात है ये। ਹੁਣ ਅਸੀਂ ਇਹਦੀ ਵਿਆਖਿਆ 'ਚ ਤਾਂ ਨਹੀਂ ਜਾਵਾਂਗੇ, ਪਰ ਮੈਂ ਜਦੋਂ ਕਹਿੰਦਾ ਕਿ ਸਾਡੀ ਜਿਹੜੀ ਸਿਵਿਲਾਈਜੇਸ਼ਨ ਹੈ ਬਾਬਾ ਨਾਨਕ ਤੋਂ ਸ਼ੁਰੂ ਹੁੰਦੀ ਹੈ, ਇਹਦਾ ਮਤਲਬ ਸਿੰਪਲੀ ਇੰਨਾ ਹੈ ਕਿ ਉਹਨਾਂ ਨੇ ਜਿੰਨਾ ਵੀ ਸਾਡਾ ਪਿਛੋਕੜ ਸੀਗਾ, ਜੋ ਪਿੱਛੇ ਦੀਆਂ ਜਿੰਨੀਆਂ ਥਿੰਕਿੰਗ, ਜੋ ਅੰਡਰਸਟੈਂਡਿੰਗ, ਰਿਲੀਜਨ, ਵਟਐਵਰ, ਉਹ ਸਾਰੇ ਕੁਝ ਨੂੰ ਸਮ ਅਪ ਕਰਕੇ ਸਾਨੂੰ ਇੱਕ ਆਪਣੀ ਬਾਣੀ ਦੇ ਥਰੂ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਸਾਡੇ ਸਮਾਜ ਦੇ ਨਾਲ ਇੱਕ ਡਾਇਲੌਗ ਕੀਤਾ, ਔਰ ਬਹੁਤ ਹੀ ਖੂਬਸੂਰਤ ਡਾਇਲੌਗ ਕੀਤਾ, ਜਿਹਦੇ ਚ ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ, ਨਾ ਕੋਈ ਜਾਤੀ ਹੈ, ਨਾ ਕੋਈ ਪਾਤੀ ਹੈ, ਨਾ ਕੋਈ ਬੜਾ ਹੈ, ਨਾ ਕੋਈ ਛੋਟਾ ਹੈ। ਉੱਥੇ ਇੱਕ ਜਿਹੜੀ ਇੱਕ ਕੀੜੀ ਤੋਂ ਲੈ ਕੇ ਪਹਾੜ ਤੱਕ ਸਾਰਾ ਇੱਕ ਹੈ, ਸਭ ਉਸ ਇੱਕ ਦੀ ਉਤਪत्ति है, वो सतनाम है, वो एक ओमकार है, वो एक तो पैदा होया हुआ, सारा ओमकार है ते सारा सतनाम है, सारे नाम उसके हैं। ਤੇ ਇਹ ਇਸ ਤਰੀਕੇ ਨਾਲ ਬਾਬਾ ਉਸਨੂੰ ਸਾਰੇ ਨੂੰ ਅੰਡਰਸਟੈਂਡ ਕਰਦਾ ਹੈ ਤੇ ਅਦਵੈਤਵਾਦ ਦੀ ਇੱਕ ਮਹਾ ਕਥਾ ਕਰਦਾ ਹੈ। ਤੇ ਉੱਥੇ ਕੋਈ ਦਵੈਤਵਾਦ ਹੈ ਹੀ ਨਹੀਂ ਹੈ। ਤੇ ਜਦੋਂ ਦਵੈਤਵਾਦ ਨਹੀਂ ਹੈ ਤਾਂ ਇੱਕ ਸੁੰਦਰ ਇਨਸਾਨ ਹੋਣ ਦੀ ਇੱਕ ਜਿਹੜੀ ਪਰਿਭਾਸ਼ਾ ਹੈ ਉਹ ਬਾਬੇ ਨੇ ਸਾਨੂੰ ਸਮਝਾਈ ਹੈ, ਉਹ ਸਭ ਤੋਂ ਖੂਬਸੂਰਤ ਹੈ। ਤੇ ਉਹਦੇ ਚ ਨਾ ਕੋਈ ਰਿਲੀਜਨ ਹੈ, ਨਾ ਕੋਈ ਹੋਰ ਕੁਝ ਹੈ। ਉਹਦੇ ਚ ਰਿਲੀਜਨ ਕਿਹੜਾ ਹੈ? ਉਹਦੇ ਚ ਇੱਕ ਜੀਵਨ ਦਾ ਜੀਣ ਦੀ ਜਾਂਚ ਹੈ, ਬੜੀ ਖੂਬਸੂਰਤ ਜੀਣ ਦੀ ਜਾਂਚ ਹੈ ਜਿਹੜੀ ਬਾਬੇ ਨੇ ਦੱਸੀ ਹੈ ਸਾਨੂੰ। ਉਹ ਜਾਂਚ ਕੀ ਹੈ
ਕਿ ਇੱਕ ਹੈ, ਅਦਵਾਇਤਵਾਦ, ਸਾਰਾ ਕੋਈ ਇੱਕ ਹੈ, ਇਹਦੇ 'ਚ ਕੋਈ ਅੰਤਰ ਨਹੀਂ ਹੈ, ਕਿਸੇ 'ਚ ਕੋਈ ਫਰਕ ਨਹੀਂ ਹੈ, ਕੋਈ ਵੈਰ ਵਿਰੋਧ ਨਹੀਂ ਹੈ। ਤੇ ਜਦੋਂ ਸਾਰਾ ਕੁਝ ਇੱਕ ਹੈ, ਜਦੋਂ ਇੱਕ ਇੱਕ ਦਰਖਤ, ਇੱਕ ਜਾਨਵਰ, ਕੋਈ ਵੀ ਜਾਨਵਰ, ਕੋਈ ਪਾਣੀ, ਕੋਈ ਅਗਨੀ, ਕੋਈ ਆਕਾਸ਼, ਕੋਈ ਬ੍ਰਹਮਾਂਡ, ਕੋਈ ਸੂਰਜ, ਕੋਈ ਚੰਦ, ਕੋਈ ਚੀंटी, ਕਿ ਕੋਈ ਮਿੱਟੀ, ਕਿ ਕੋਈ ਪੱਤਾ, ਕੁਝ ਵੀ ਹੈ, ਜਦੋਂ ਸਾਰੇ ਹੀ ਇੱਕ ਧਰਾਤਲ ਤੇ ਆ ਜਾਂਦੇ, ਜਦੋਂ ਸਾਰੇ ਹੀ ਇੱਕ ਹੈ, ਨਾ ਕੋ ਹਿੰਦੂ ਨਾ ਕੋ ਮੁਸਲਮਾਨ, कुछ नहीं बचता, फिर कोई धर्म नहीं बचता, ना कोई ईसाई है ना कोई और है, कुछ नहीं। सिख धर्म वास्ते सारा कुछ एक है, एक है। इस करके फिर बाबा नानक कहता है कि सरबत दा भला भी इस करके हो सकता है। जदों तुसी एक समझदे हो सारे नूं तां सरबत दा भला हुंदा, जदों सरबत दा भला हुंदा है तां फिर ये खूबसूरती पैदा हुंदी है। और बाबा नानक दा पहला असूल है कि अद्वैतवाद है, दूसरा है सरबत दा भला, ते तीसरा है कि किरत करो भाई, है ना। ਤੇ ਆਪਣੀ ਕਿਰਤ ਕਰੋ, ਆਪਣੀ ਜੀਵਨ ਜਾਚ ਜਿਹੜੀ ਹੈ ਸੁੰਦਰ ਤਰੀਕੇ ਨਾਲ ਆਪਣੀ ਕਿਰਤ ਕਰੋ, ਆਪਣੀ ਕਿਰਤ ਇਤਨੀ ਖੂਬਸੂਰਤੀ ਨਾਲ ਕਰੋ ਕਿ ਦੂਸਰਾ ਵੀ ਸੁੰਦਰ ਹੋ ਜਾਏ ਤੁਹਾਡੇ ਨਾਲ, ਉਸ ਤੁਹਾਡੀ ਕਿਰਤ ਦੀ ਵਜ੍ਹਾ ਨਾਲ। ਤੇ ਉਸ ਤੋਂ ਬਾਅਦ ਵੰਡ ਛਕਣਾ, ਇਹ ਤਾਂ ਬਹੁਤ ਹੀ ਕਮਾਲ ਦੀ ਗੱਲ ਹੈ। ਵੰਡ ਛਕਣਾ ਸਿਰਫ ਲੰਗਰ ਦੀ ਪ੍ਰਥਾ ਨਹੀਂ, ਵੰਡ ਛਕਣਾ ਆਪਣੇ ਗਿਆਨ ਨੂੰ ਪ੍ਰਗਟ ਕਰਨਾ, ਦੂਸਰਿਆਂ ਨਾਲ ਵੰਡ ਕੇ ਵੰਡਣਾ, ਆਪਣੇ ਗਿਆਨ ਨੂੰ ਵੰਡਣਾ, ਬਹੁਤ ਖੂਬਸੂਰਤੀ ਨਾਲ ਵੰਡਣਾ, ਆਪਣੀ ਨਿਰਮਾਣਤਾ ਨਾਲ ਵੰਡਣਾ, ਆਪਣੀ ਨਿਮਾਣਾ ਹੋ ਕੇ ਵੰਡਣਾ। ਇਹ ਨਹੀਂ ਕਿ ਤੁਸੀਂ ਵੱਡੇ ਹੋ ਬਹੁਤ, ਤੁਸੀਂ ਬੜੀ ਨੌਲੇਜ ਦੇ ਰਹੇ ਹੋ ਤਾਂ ਤੁਸੀਂ ਬਹੁਤ ਵੱਡੇ ਹੋ ਗਏ। ਤੇ ਇਸ ਤਰ੍ਹਾਂ ਦੀ ਕੋਈ ਵੀ ਇੱਕ ਸਥਿਤੀ ਜਿਹੜੀ ਸਾਡੇ ਇਸ ਬਾਬਿਆਂ ਨੇ, ਸਾਡੇ ਗੁਰੂਆਂ ਨੇ, ਸਾਡੇ ਮਹਾਂਗੁਰੂਆਂ ਨੇ, ਪਿਆਰੇ ਗੁਰੂਆਂ ਨੇ, ਜਿਨ੍ਹਾਂ ਅੱਗੇ ਮੇਰਾ ਸਿਰ ਸਦਾ ਝੁਕਿਆ ਰਹਿੰਦਾ ਹੈ, ਤੇ ਉਹਨਾਂ ਨਾਲ ਮੇਰਾ ਪਿਆਰ ਵੀ ਇਸੇ ਕਰਕੇ ਹੈ। ਇਤਨਾ ਪਿਆਰ ਹੋਰ ਵੱਧ ਰਿਹਾ, ਦਿਨ ਬ ਦਿਨ ਵੱਧ ਰਿਹਾ, ਕਿਉਂਕਿ ਅਸੀਂ ਅੱਜ ਗੁਰੂ ਕੇ ਸਿੱਖਾਂ ਨੂੰ ਦੇਖ ਰਹੇ ਹਾਂ, ਉਹ ਸਾਰੇ ਸੱਚਮੁੱਚ ਉਹੋ ਜਿਹੇ ਹੀ ਨੇ। ਥੋੜੀ ਬਹੁਤ ਕੁਰੀਤੀਆਂ ਹੋ ਜਾਂਦੀਆਂ ਹੁੰਦੀਆਂ ਨੇ, ਪਰ ਫਿਰ ਵੀ ਅੱਜ ਦੀ ਡੇਟ 'ਚ ਵੀ ਅਗਰ ਅਸੀਂ ਸੰਸਾਰ ਦੇ ਵਿੱਚ ਅਗਰ ਕੋਈ ਸਾਡੇ ਕੋਲ ਪੋਸੀਬਿਲਿਟੀ ਇੱਕ ਅੱਛੇ ਜੀਵਨ ਜਾਚ ਦੀ ਹੈ, ਤਾਂ ਸਿੱਖ ਹੋਣ ਦੀ ਜਾਚ ਸਾਡੇ ਕੋਲ ਹੈ। ਸਿੱਖ ਦਾ ਮਤਲਬ ਹੀ ਹੈ ਸਿੱਖਣਾ, ਝੁਕ ਕੇ ਸਿੱਖਣਾ, ਨਮਸਕਾਰ ਕਰਕੇ ਸਿੱਖਣਾ, ਹਰ ਵਕਤ ਸਿੱਖਣਾ, ਤੇ ਸਿੱਖ ਹੋ ਕੇ ਰਹਿਣਾ, ਗੁਰੂ ਕਾ ਸਿੱਖ ਹੋ ਕੇ ਰਹਿਣਾ। ਤੇ ਬਹੁਤ ਹੀ ਜਿਸ ਨੂੰ ਆਪਾਂ ਕਹੀਏ ਕਿ ਇੱਕ ਸੁਰਤਾ ਵਿੱਚ ਰਹਿਣਾ, ਔਰ ਅਦਵਾਇਤਵਾਦ ਵਿੱਚ, ਫਿਰ ਸਭ ਦਾ ਸਰਬੱਤ ਦਾ ਭਲਾ, ਫਿਰ ਆਪਣੀ ਕਿਰਤ, ਦਸਾਂ ਨੌਹਾਂ ਦੀ ਕਿਰਤ ਕਰਨਾ, ਫਿਰ ਵੰਡ ਛਕਣਾ। ਵੰਡ ਛਕਣਾ ਦਾ ਤਾਂ ਤੁਸੀਂ ਦੇਖ ਹੀ ਰਹੇ ਹੋ ਸਾਰੇ ਪਾਸੇ, ਸਾਰੇ ਸੰਸਾਰ 'ਚ ਜਿੱਥੇ ਦੇਖੋ ਸਾਡਾ ਸਿੱਖ ਪਹੁੰਚ ਜਾਂਦਾ ਹੈ, ਤੇ ਉੱਥੇ ਉਹ ਲੰਗਰ ਦੀ ਸੇਵਾ ਜਿਹੜੀ ਹੈ ਉਹ ਬੜੀ ਮਹੱਤਵਪੂਰਨ ਹੈ। ਪਰੰਤੂ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਜ਼ਿਕਰ ਮੈਂ ਅੱਜ ਕਰਾਂਗਾ, ਜਿਹਦਾ ਕਦੇ ਜ਼ਿਕਰ ਹੋਇਆ ਨਹੀਂ। ਅਸਲ 'ਚ ਅਸੀਂ ਕੀ ਕੀਤਾ ਹੁਣ ਪਿੱਛੇ ਜਾਂ ਸਿਰਫ ਗੁਰੂ ਨਾਨਕ ਨੂੰ ਤਿੰਨ ਤੱਤਾਂ ਵਿੱਚ ਵੰਡ ਦਿੱਤਾ, ਸਿਰਫ ਉਹਨਾਂ ਦੀ ਸਿੱਖਿਆ ਨੂੰ। ਉਹ ਸੀਗਾ ਕਿ ਕਿਰਤ ਕਰਨਾ, ਵੰਡ ਛਕਣਾ ਤੇ ਨਾਮ ਜਪਣਾ। ਪਰ ਇਸ ਤੋਂ ਇਲਾਵਾ ਅਦਵੈਤਵਾਦ ਸਭ ਤੋਂ ਮਹੱਤਵਪੂਰਨ ਹੈ, ਏਕ ਓਮਕਾਰ, ये सब तो ज्यादा महत्वपूर्ण है। और सरबत का भला बाबे नानक ਦਾ ਸਭ ਤੋਂ ਮਹੱਤਵਪੂਰਨ ਹੈ। ਉਹਨਾਂ ਨੇ ਜਿਹੜੀ ਸਿੱਖਿਆ ਦਿੱਤੀ ਹੈ, ਇਹ ਮੈਂ ਹਾਲੇ ਬਹੁਤ ਸਧਾਰਨ ਤਰੀਕੇ ਨਾਲ ਤੁਹਾਡੇ ਨਾਲ ਗੱਲਬਾਤ ਕਰ ਰਿਹਾ, ਡਾਇਲੌਗ ਕਰ ਰਿਹਾ। ਤੇ ਉਸ ਤੋਂ ਬਾਅਦ ਕਿਰਤ ਕਰਨਾ, ਤਾਂ ਕਿਰਤੀ ਤਾਂ ਹੈ ਹੀ ਸਾਡਾ ਇਸ ਖਿੱਤੇ ਦਾ ਜੋ ਵੀ ਹੈ ਇਨਸਾਨ, ਉਹ ਕਿਰਤੀ ਹੈ, ਬੜਾ ਮਹਾਂ ਕਿਰਤੀ ਹੈ, ਬਹੁਤ ਸੁੰਦਰ ਤਰੀਕੇ ਨਾਲ ਕਿਰਤ ਕਰਦਾ ਹੈ, ਤੇ ਆਪਣੇ ਆਪ ਨੂੰ ਵੀ ਪਾਲ ਰਿਹਾ, ਤੇ ਸਾਰੇ ਸੰਸਾਰ ਵੱਲ ਵੀ ਵੇਖਦਾ ਹੈ। ਫਿਰ ਵੰਡ ਛਕਣਾ ਤੋਂ ਬਾਅਦ ਹੈ ਨਿਰਭੈਤਾ। ਨਿਰਭੈਤਾ ਇੱਕ ਬਹੁਤ ਹੀ ਮਹੱਤਵਪੂਰਨ ਅੰਸ਼ ਹੈ ਸਾਡੇ ਸਿੱਖ ਦਾ, ਮੇਰੇ ਗੁਰੂ ਕੇ ਸਿੱਖ ਦਾ। ਔਰ ਕਮਾਲ ਦੀ ਗੱਲ ਹੈ ਕਿ ਸਾਰਾ ਸੰਸਾਰ ਸ਼ਾਇਦ ਸਾਨੂੰ ਸਿੱਖਾਂ ਨੂੰ ਇਸੇ ਤਰੀਕੇ ਨਾਲ ਹੀ ਵੇਖਦਾ ਹੈ। ਉਹ ਸੋਚਦੇ ਆ ਕਿ ਵੀ ਇਹ ਤਾਂ ਲੜਾਕੇ ਬੰਦੇ ਨੇ, ਬਹੁਤ ਵਾਰੀਅਰਸ ਹੈ, ਬਹੁਤ ਹੀ ਰਕਸ਼ਾ ਕਰਨ ਵਾਲੇ ਵਾਰੀਅਰ ਹੈ, ਤੇ ਇਹ ਵਾਰੀਅਰ ਨੇ। ਤੇ ਜਦੋਂ ਮੈਂ ਕਹਿੰਦਾ ਕਿ ਰਿਲੀਜਨ ਆਰਟ ਦਾ ਰਿਲੀਜਨ ਹੈ, ਤੇ ਥੋੜਾ ਜਿਹਾ ਅਜੀਬ ਲੱਗਦਾ ਕਿ ਵੀ ਇਹ ਕਿਹੜੀ ਗੱਲ ਹੋਈ, ਇਹ ਕਿਸ ਤਰ੍ਹਾਂ ਕਿ ਆਰਟ ਦਾ ਰਿਲੀਜਨ ਕਿਸ ਤਰ੍ਹਾਂ। ਆਰਟ ਦਾ ਰਿਲੀਜਨ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਆਰਟ ਕਰਨ ਵਾਸਤੇ ਬਹੁਤ ਬਹਾਦਰ ਹੋਣ ਦੀ ਜ਼ਰੂਰਤ ਹੈ। ਸਭ ਤੋਂ ਪਹਿਲੀ ਗੱਲ, जो निर्भय नहीं है, जो बहादुर नहीं है, जो योद्धा नहीं है, वो आर्ट कला नहीं कर सकता, वो कलाकार हो ही नहीं सकता। और जो कलाकार है, महाकलाकार है, वही योद्धा हो सकता है।
ये मेरी परिभाषा एक कलाकार वास्ते है। और ये सच में है, एक ऐसा रास्ता है, कला दा रास्ता ते युद्ध दा रास्ता, एक ऐसा रास्ता है, निर्भयता दा रास्ता है, कला दा रास्ता, निर्भयता दा रास्ता है। निर्भयता दा रास्ता जिहड़ा वो एक वट ते तुरन बराबर है कि बैलेंस करके चलना पएगा दोनों पासे, दोनों हाथ फैला के ਉਹ ਤੁਹਾਨੂੰ ਬੈਲੈਂਸ ਕਰਕੇ ਚੱਲਣਾ ਪਏਗਾ, ਇੱਧਰ ਵੀ ਇੱਧਰ ਵੀ, ਤੇ ਤੁਹਾਨੂੰ ਸਿੱਧੇ ਨੱਕ ਤੁਰਨਾ ਉਹਦੇ ਚ ਆਪਣੀ ਵੱਟ ਦੇ ਉੱਤੇ। ਇਹ ਤਲਵਾਰ ਤੇ ਚੱਲਣ ਦੇ ਬਰਾਬਰ ਹੈ, ਰੱਸੀ ਤੇ ਚੱਲਣ ਦੇ ਬਰਾਬਰ ਹੈ। ਇਹ ਮਹਾ ਕੌਨਸ਼ੀਅਸਨੈਸ ਹੈ, ਇਹ ਮਹਾ ਪ੍ਰਾਪਤੀ ਹੈ ਇੱਕ ਖਾਸ ਤਰ੍ਹਾਂ ਦੀ। ਯੋਧਾ ਹੋਣਾ ਤੇ ਕਲਾਕਾਰ ਹੋਣਾ, ਇਹ ਦੋਨੋਂ ਹੀ ਔਖੇ ਰਸਤੇ ਹੈ, ਇਹ ਬਹੁਤ ਔਖੇ ਰਸਤੇ ਹੈ। ਤੇ ਇਹ ਮੇਰੀ ਪਰਿਭਾਸ਼ਾ ਸੁਣ ਕੇ ਕਈ ਲੋਕ ਬੜੇ ਹੈਰਾਨ ਹੁੰਦੇ ਕਿ ਵੀ ਇੱਕ ਯੋਧਾ ਹੋਣਾ, ਇੱਕ ਕਲਾਕਾਰ ਦਾ ਇੱਕ ਯੋਧਾ ਹੋਣਾ। ਹਾਂ, ਕਲਾਕਾਰ ਹੀ ਯੋਧਾ ਹੋ ਸਕਦਾ ਹੈ ਤੇ ਯੋਧਾ ਹੀ ਕਲਾ ਕਰ ਸਕਦਾ ਹੈ। ਭੀਰੂ ਆਦਮੀ ਨੇ ਕੀ ਕਰਨਾ ਹੈ, ਜਿਹੜਾ ਆਪ ਹੀ ਡਰਿਆ ਫਿਰਦਾ ਰਹਿੰਦਾ ਹਰ ਚੀਜ਼ 'ਚ, ਹਰ ਚੀਜ਼ 'ਚ ਡਰਿਆ ਫਿਰਦਾ ਰਹਿੰਦਾ ਹੈ। ਉਹਨੇ ਕੀ ਕਰਨਾ, ਉਹਨੇ ਕੀ ਛੱਡਣਾ, ਉਹਨੇ ਕੀ ਪ੍ਰਾਪਤ ਕਰਨਾ। ਨਾ ਉਹ ਤਿਆਗੀ ਹੋ ਸਕਦਾ ਬਿਨਾਂ ਬਹਾਦਰੀ ਦੇ ਤੇ ਸੱਚਾਈ ਦੇ, ਨਾ ਉਹ ਪ੍ਰਾਪਤ ਕਰ ਸਕਦਾ, ਕਿਉਂਕਿ ਪ੍ਰਾਪਤ ਕਰਿਆ ਵੀ ਉਹਦੇ ਹੱਥ ਨਹੀਂ ਰਹਿ ਸਕਦਾ ਯੋਧੇ ਤੋਂ ਬਿਨਾਂ। ਉਹ ਸਿਰਫ ਯੋਧਿਆਂ ਦੇ ਹੱਥ ਰਹਿੰਦਾ। ਯੋਧੇ ਹੀ ਲੜ ਸਕਦੇ ਨੇ, ਯੋਧੇ ਹੀ ਆਪਣੀ ਅੱਛੀ ਗੱਲ ਕਹਿ ਸਕਦੇ ਆ, ਯੋਧੇ ਹੀ ਸਹੀ ਗੱਲ ਕਹਿ ਸਕਦੇ ਆ, ਯੋਧੇ ਹੀ ਸੱਚ ਬੋਲ ਸਕਦੇ ਆ, ਯੋਧੇ ਹੀ ਕਲਾ ਕਰ ਸਕਦੇ ਆ, ਯੋਧੇ ਹੀ ਗਾਇਨ ਕਰ ਸਕਦੇ ਆ, ਯੋਧੇ ਹੀ ਕਵਿਤਾ ਕਰ ਸਕਦੇ ਆ, ਯੋਧੇ ਹੀ ਰਾਈਟਿੰਗ ਕਰ ਸਕਦੇ ਆ। ਬਾਕੀ ਤਾਂ ਫਿਰ ਸੰਸਾਰ ਐਵੇਂ ਹੀ ਹੈ ਦੋਸਤੋ, ਬਾਕੀ ਸੰਸਾਰ ਯੋਧੇ ਤੋਂ ਬਿਨਾਂ ਫਿਰ ਸੰਸਾਰ ਕੀ ਹੈ। ਇਹ ਤਾਂ ਯੁੱਧ ਹੈ ਆਪਣੇ ਸਵੈਮ ਦੇ ਨਾਲ ਵੀ ਤੇ ਸਾਰੇ ਸਮਾਜ ਦੇ ਨਾਲ ਵੀ, ਤੇ ਸੱਚ ਦੇ ਨਾਲ ਖੜੇ ਹੋਣਾ। ਇਹ ਕਲਾ ਦਾ ਧਰਮ ਹੈ, ਸੱਚ ਨਾਲ ਖੜੇ ਹੋਣਾ। ਹੁਣ ਮੈਂ ਥੋੜੇ ਜਿਹੇ ਹੋਰ ਪਹਿਲੂਆਂ ਦੇ ਉੱਤੇ ਗੱਲ ਕਰਾਂਗਾ ਕਿ ਇਹ ਧਰਮ, ਸਿੱਖ ਧਰਮ, ਕਲਾ ਦਾ ਧਰਮ ਕਿਵੇਂ ਹੈ। ਇਹ ਬੜੇ ਹੈਰਾਨ ਹੋਏ ਲੋਕ। ਇੱਕ ਵਾਰ ਮੈਂ ਬੰਗਾਲ 'ਚ ਸੀਗਾ, ਆਪਣੇ ਸ਼ਾਂਤੀ ਨਿਕੇਤਨ ਸੀਗਾ, ਉੱਥੇ ਮੈਂ ਇਹ ਗੱਲ ਕਰ ਰਿਹਾ ਸੀ। ਇੱਕ ਵਾਰੀ ਮੈਂ ਪੰਜਾਬੀ ਯੂਨੀਵਰਸਿਟੀ 'ਚ ਗੱਲ ਕਰ ਰਿਹਾ ਸੀ ਤਾਂ ਬੜੇ ਹੈਰਾਨ ਹੋਏ ਸਾਰੇ ਲੋਕ ਕਿ ਇਹ ਕਿਹੜਾ ਸਬਜੈਕਟ ਹੈ, ਕਿ ਸਿੱਖ ਰਿਲੀਜਨ ਇਜ਼ ਅ ਰਿਲੀਜਨ ਆਫ ਆਰਟ, ਕਿ ਇਹ ਕਲਾ ਦਾ ਧਰਮ ਹੈ। ਸਿੱਖ ਧਰਮ ਜਿਹੜਾ ਇਹ ਮਹਾਕਲਾ ਦਾ ਧਰਮ ਹੈ, ਇੱਕ ਮਹਾਕਲਾ ਸੰਪੂਰਨ ਧਰਮ ਹੈ ਦੇਖਾ ਜਾਏ ਤਾਂ। ਤੇ ਮੈਂ ਹੁਣ ਉਹਦੀ ਗੱਲ ਕਰਨੀ ਸ਼ੁਰੂ ਕਰਦਾ। ਤੇ ਮੈਂ ਜਦੋਂ ਬਾਬੇ ਦੀ ਗੱਲ ਕਰਦਾ, ਬਾਬੇ ਨਾਨਕ ਦੀ ਗੱਲ ਕਰਦਾ, ਮੈਂ ਵੈਸੇ ਪਗੜੀ ਬਾਂਧਤਾ ਨਹੀਂ ਹੂੰ ਜ਼ਿਆਦਾ। ਅਕਸਰ ਮੈਂ, ਕਿਉਂਕਿ ਮੈਂ ਬੁੱਧਿਸਟ ਉਸ ਟ੍ਰੈਡੀਸ਼ਨ 'ਚ ਰਿਹਾ, ਤੇ ਮੈਂ ਅਕਸਰ ਆਪਣਾ ਬਹੁਤ ਹੀ ਅਸੀਂ ਸਿਰ ਨੰਗਾ ਰੱਖਦੇ ਹਾਂ। ਪਰ ਜਦੋਂ ਵੀ ਮੈਂ ਬਾਬਿਆਂ ਦੀ ਤੇ ਗੁਰੂਆਂ ਦੀ ਗੱਲ ਕਰਦਾ ਤੇ ਮੈਨੂੰ ਲੱਗਦਾ ਕਿ ਮੈਨੂੰ ਪੂਰਾ ਇੱਕ ਰਿਸਪੈਕਟਫੁਲ ਤਰੀਕੇ ਨਾਲ ਰਹਿਣਾ ਜ਼ਰੂਰੀ ਹੈ। ਇਹ ਮੇਰੀ ਇੱਕ ਸ਼ਰਧਾ ਹੈ, ਮੇਰਾ ਰਿਸਪੈਕਟ ਹੈ, ਕਿਉਂਕਿ ਮੇਰਾ ਇਹ ਕਲਚਰ ਹੈ, ਮੇਰਾ ਇੱਕ ਆਪਣਾ, ਮੇਰਾ ਜਨਮ ਗੁਰਦੁਆਰੇ 'ਚ ਹੋਇਆ ਤੇ ਮੈਂ ਗੁਰੂਆਂ ਦੇ ਉਸ ਨੂੰ ਸਾਖਸ਼ਾਤ ਮੰਨਦੇ ਹੋਏ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਜੋ ਵੀ ਇੱਕ ਸ਼ਬਦ ਬੋਲਾਂਗਾ ਉਹ ਮੈਨੂੰ ਮੇਰਾ ਗੁਰੂ ਦੇਖ ਰਿਹਾ। ਮੈਂ ਜਦ ਵੀ ਇੱਕ ਸ਼ਬਦ ਲਿਖਾਂ ਤਾਂ ਮੈਨੂੰ ਗੁਰੂ ਦੇਖ ਰਿਹਾ, ਮੇਰਾ ਹੱਥ ਫੜ ਕੇ ਮੇਰਾ ਗੁਰੂ ਮੈਨੂੰ ਲਿਖਵਾ ਰਿਹਾ, ਮੇਰਾ ਦੂਸਰਾ ਗੁਰੂ ਮੇਰੇ ਹੱਥ ਫੜ ਕੇ ਮੈਨੂੰ ਅੱਖਰ ਲਿਖਵਾ ਰਿਹਾ ਗੁਰਮੁਖੀ ਦਾ। ਮੈਨੂੰ ਇਉਂ ਲੱਗਦਾ ਮੈਂ ਇੱਕ ਵੀ ਸ਼ਬਦ ਬੋਲਾਂ ਤੇ ਮੈਨੂੰ ਲੱਗਦਾ ਕਿ ਮੇਰੇ ਗੁਰੂ ਮੈਨੂੰ ਸੁਣ ਰਹੇ ਨੇ। ਇਹ ਸ਼ਬਦ ਕਿਸੇ ਵੀ ਪਾਸੇ ਕੋਈ ਐਸਾ ਨਹੀਂ ਹੋਣਾ ਚਾਹੀਦਾ ਕਿ ਮੈਂ ਕਿਸੇ ਨੂੰ ਹਰਟ ਕਰਾਂ, ਜਾਂ ਮੈਂ ਕਿਸੇ ਨੂੰ ਦੁੱਖ ਪਹੁੰਚਾਵਾਂ, ਜਾਂ ਮੈਂ ਬਹੁਤ ਹੀ ਕੋਈ ਝੂਠਾ ਬੰਦਾ ਸਾਬਤ ਹੋ ਜਾਵਾਂ। ਨਹੀਂ, ਐਸਾ ਨਹੀਂ। ਮੈਂ ਜੋ ਵੀ ਤੁਹਾਡੇ ਸਾਹਮਣੇ ਗੱਲਬਾਤ ਕਰ ਰਿਹਾ, ਇਹ ਮੇਰੀ ਆਪਣੀ ਅੰਡਰਸਟੈਂਡਿੰਗ ਜਿਸ ਤਰੀਕੇ ਨਾਲ ਹੈ ਬਾਬਿਆਂ ਬਾਰੇ, ਜਿਸ ਤਰੀਕੇ ਨਾਲ ਉਹਨਾਂ ਦਾ ਆਦੇਸ਼ ਹੋਇਆ ਹੈ, ਜਿਸ ਤਰੀਕੇ ਨਾਲ ਮੈਂ ਉਹਨਾਂ ਨੂੰ ਸਮਝਿਆ ਹੈ, ਜਿਸ ਤਰ੍ਹਾਂ ਮੈਂ ਉਹਨਾਂ ਦਾ ਗਾਇਨ ਸੁਣਿਆ, ਜਿਸ ਤਰ੍ਹਾਂ ਮੈਂ ਉਹਨਾਂ ਦੀ ਕਵਿਤਾ ਸੁਣੀ ਹੈ, ਜਿਸ ਤਰ੍ਹਾਂ ਮੈਂ ਉਹਨਾਂ ਦੀ शब्द सुने ने, एक एक शब्द महाशब्द सुना है उनका, खूबसूरत है एक एक शब्द, ऐसा शब्द कि वो रूह तक उतरता है। एक एक शब्द रूह च उतरता है जो बाबे की गल करते, जो असीं पढ़ते हैं। फिर बाबा साडा कहंदा भी है, कहता सुनिया सिद्ध पीर सुरनाथ, सुनिया धरती धवल आकाश, सुनिया दीप लो पाताल, सुनिया पोह न सके काल, नानक भगता सदा विगास, सुनिया दुख पाप का नास।
बाबे ने भी सुना है, बाबे ने भी सुनिया है, मेरे बाबे ने भी सुनिया है, मेरे बाबे नानक ने सुनिया है। उसने वो आकाश दी बाणी सुनी है, उसने कोई वो बाणी सुनी है ਜਿਹੜੀ ਸਾਡੇ ਆ ਕੰਨ ਨਹੀਂ ਸੁਣ ਸਕਦੇ, ਅਸੀਂ ਉਸ ਕਾबिल नहीं ਹੋਏ ਵੱਡੇ। उसने वो ब्रह्मांड की ध्वनि सुनी है, उसने वो परा दी बात सुनी है, उसने वो परा दी कृति नूं अंडरस्टैंड किया, वो सुन के फिर सानू दिता। पहला सुनिया है उसनू, उस महाब्रह्मांड नूं ਉਹਦੇ ਨਾਲ ਇਕਸੁਰ ਹੋ ਕੇ ਉਹਨੂੰ ਸੁਣਿਆ ਹੈ। ਇਹ ਮੈਨੂੰ ਗੱਲ ਤਾਂ ਸਮਝ ਆਈ ਜਦੋਂ ਮੈਂ ਬੋਧੀਆਂ ਦੇ ਨਾਲ ਗਿਆ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਮੇਰੇ ਗੁਰੂ ਜੀ ਨੇ, ਡੌਰ ਜੀ ਨੇ ਦੱਸਿਆ, ਕਹਿੰਦਾ भिक्खू वो सिक्खा, भिक्खू और सिक्खा में एक ही बात है, कोई फर्क नहीं है। सिक्खा का मतलब भी है सीखने वाला, जो हर वक्त सीखण नूं तैयार है, सुनन नूं तैयार है, जो गुणन नूं तैयार है, सुने नूं, वही सिख है, वही गुरु का सिख है, वही भिक्खू है जो ऐसे स्वीकार करता है, दोनों हत्थां नाल स्वीकार करता है, जो स्वीकार की परिभाषा है, जो उसका हुक्म नूं भी स्वीकार करता है, वो शब्दां नूं भी स्वीकार करता है, वो महासंगीत नूं भी स्वीकार करता है, वही सुंदर जीवन हो सकता है। मेरे गुरु ने कहा, भिक्खू इस ब्रह्मांड में बहुत सी ध्वनियां हैं, बहुत सी फ्रीक्वेंसीज हैं, जिनको सुनना सीखो तब तुम्हें शब्द की समझ में आएगी, क्या शब्द का मतलब क्या है। और जब तुम प्यार से ध्यान से सुनते हो तो उसका अर्थ तुम्हारे पास अपने आप आता है, उसके अर्थ करने की जरूरत नहीं बचती। मेरे गुरु का वरदान मैंने भी सुना है, उस गुरु का वरदान, उस गुरु के शब्द, मेरे प्यारे गुरु के शब्द मैंने भी सुने हैं। साडा तो शुरुआत ही सवेरे 4 बजे सुखमनी साहब तो शुरू हुंदा सी। मेरी माता और मेरे पिता दोनों जने गाया करदे सीगे गुरुद्वारे दे विच, ते मैं एक छोटा जिहा बालक सच ते सुणते ही वड्डे होए हैं, गुरु की बाणी सुन के वड्डे होए, हुण तक सुनदे। मेरे बाबे ने सुनी हो बाणी, आकाश दी बाणी, उस ब्रह्मांड दी बाणी, उस परा दी बाणी, वो सानू दित्ती, उसने फिर सानू दित्ती हो बाणी दी दात, वो बाणी दी दात सानू दित्ती ते गा के दित्ती। और क्या गाया, क्या खूबसूरत गाया, वाह, एक एक शब्द असी की गा लेना सारे ने। जो बाबे ने गाया वो तो सीधा डायरेक्ट आ रहा सी, ते नाल बैठा मरदाना पहला सरोता है, वो मेरे बाबे दा साथी मरदाना जिहड़ा नाल रबाब बजा रहा, वो पहला सरोता है मेरे बाबे दा, वो सुन रहा है सब तो पहला बंदा। ਅਸੀਂ ਤਾਂ ਗੁਰਦੁਆਰੇ ਜਾ ਕੇ ਹੀ ਸੁਣ ਕੇ ਹੀ ਆਪਦੇ ਆਪ ਨੂੰ ਬੜਾ ਮਹਾਨ ਤੇ ਸ਼ੁਭ ਸਮਝਦੇ ਹਾਂ, ਪਰ ਉਸ ਮਹਾਨ ਪ੍ਰਾਣੀ ਬਾਬਾ ਮਰਦਾਨਾ, ਉਹਨੇ ਸਿਰਫ ਸੁਣਿਆ ਨਹੀਂ, ਉਹਨੇ ਨਾਲ ਸੰਗਤ ਵੀ ਕੀਤੀ ਹੈ, ਉਹ ਕਮਾਲ ਕੀਤੀ ਹੈ। ਔਰ ਬਾਬ ਜਦੋਂ ਵੱਜਦੀ ਹੈ ਤੇ ਨਾਲ ਮੇਰੇ ਬਾਬੇ ਦੀ ਬਾਣੀ ਆਉਂਦੀ ਹੈ, ਉਹ ਇਸ ਪਰਾ ਦੀ ਜਿਹੜੀ ਕ੍ਰਿਤੀ ਹੈ ਉਹਦੀ ਜਦੋਂ ਵਿਆਖਿਆ ਕਰਦਾ ਹੈ, ਉਹਦੀ ਜਿਹੜੀ ਪਰਾ ਦੀ ਜਿਹੜੀ ਕਥਾ ਹੈ ਉਹਦੀ ਜਦੋਂ ਉਹ ਵਿਆਖਿਆ ਕਰਦਾ, कमाल है, धन है मेरा बाबा। वो गा गा के वो कलाकार है, वो बड़ा कलाकार है, इन्ना बड़ा कलाकार है कि गायन सुन के सारी दुनिया नतमस्तक होके ਉਹਦੇ ਸਾਹਮਣੇ ਖੜੀ ਹੁੰਦੀ, ਉਹਨੂੰ ਸੁਣਦੀ। ਉਹ ਜੋ ਕਹਿੰਦਾ ਉਹ ਅੰਮ੍ਰਿਤ ਵਾਂਗ ਲੋਕਾਂ ਦੇ ਕੰਨਾਂ 'ਚ ਜਾਂਦਾ ਤੇ ਉਹ ਲੋਕ ਉਹਨੂੰ ਸੁਣਦੇ, ਉਹਨੂੰ ਸਮਝਦੇ। मेरा बाबा इतना खूबसूरत गायक है, मेरा रागी है, मेरा बाबा रागी नहीं है, रागी तो परा है, वो तो नाद योगी है, रागी नहीं है, वो नाद योगी है। रागी तो कैलकुलेशन राग दियां करके सुना देंगे हैं, ठीक है, वो तो राग दियां कैलकुलेशन, पर नाद योगी ये जो सुना है उस यूनिवर्स तो, उस परा तो, वो जो आदेश सुनिया और जिस स्वर विच सुनिया, जिस वक्त सुनिया, उस वक्त दा गायन है, वो महागायन मेरे बाबे ने किया है। उन्होंने एक एक शब्द विच अमृत नहीं होएगा क्या, क्योंकि वो तो परा तो आ रहा, वो तो उस महाआकाश दी बाणी आ रही है।
ਉਹ ਕਿੱਡੀ ਵੱਡੀ, ਉਹ ਤਾਂ ਕਲਾ ਤੋਂ ਵੀ ਪਾਰ ਦੀ ਕਲਾ ਹੈ ਨਾ, ਉਹ ਤਾਂ ਕਲਾ ਤੋਂ ਵੀ ਪਾਰ ਦੀ ਕਲਾ ਹੈ। ਤੇ ਅੱਜ ਸਾਡੇ ਜਿੰਨੇ ਵੀ ਇਹ ਸ਼ਬਦ ਗਾयन वाले दोस्त हैं, मित्र हैं, प्यारे हैं, बहुत खूबसूरत हैं, बड़े कर्मा वाले हैं, बड़ी अच्छी किस्मत लेके आए हैं कि मेरे बाबे के शब्द गाते हो बैठ के। उन्होंने सारिਆਂ ਨੂੰ नमस्कार मैं करदा। बहुत महान कलाकार ने सारे, महान गरागी ने, महान गायक ने, वो बड़ा सुंदर शब्दां दी गायन कर। अच्छा, फिर बाबे ने तो इत्थे तक ही गल खत्म नहीं की, उसने तो सारे संसार विच तुर फिर के जिथों जिथों जो सुंदर आदेश उस परा का मिलता सीगा, जिथों जिथों मिलता सी, चाहे बाबा फरीद है, चाहे बाबा फरीद तो लेके बाबा रामानंद है, बाबा जयदेव, कबीर जी, 15 भगतां दी बाणी भी इकट्ठी कर ली, सारियां दे गीत भी इकट्ठे करके सानू देते हैं, आप इकट्ठे कीते ने, आप हाथी इकट्ठी कीती है। ये कमाल है कि वो उस ਉਹਨਾਂ ਨੂੰ ਪਹਿਚਾਨਣਾ, ਉਹਨਾਂ ਲੋਕਾਂ ਨੂੰ ਪਹਿਚਾਨਣਾ, ਉਹ ਜਿਹੜੇ ਲੋਕ ਜਿਹੜੇ ਉਸ ਪਰਾ ਦੇ ਜੀਵਨ ਦੇ ਵਿੱਚ ਆਪਣੀ ਇੱਕ ਸੁਰਤਾ ਨਾਲ ਜੀ ਰਹੇ ਨੇ, ਜਿਹੜੇ ਉਸ ਮਹਾ ਬ੍ਰਹਮਾਂਡ ਦੀ ਸ਼ਕਤੀ ਦੇ ਵਿੱਚ ਜੀ ਰਹੇ ਨੇ, ਉਹਨਾਂ ਲੋਕਾਂ ਨੂੰ ਪਹਿਚਾਨਣਾ ਤੇ ਉਹਨਾਂ ਦੀ ਇੱਕ ਇੱਕ ਸ਼ਬਦ ਨੂੰ ਇਕੱਠਾ ਕਰਕੇ ਲੈ ਕੇ ਆਉਣਾ ਤੇ ਸਾਨੂੰ ਦੇਣਾ। 42 ਸਾਲ ਮੇਰਾ ਬਾਬਾ ਸਾਰੇ ਸੰਸਾਰ ਵਿੱਚ ਤੁਰਦਾ ਫਿਰਦਾ ਰਿਹਾ, ਸਾਰੇ ਲੋਕਾਂ ਨਾਲ ਸੁੰਦਰ ਗੱਲਾਂ ਬਾਤਾਂ ਕਰਦਾ ਫਿਰਦਾ ਰਿਹਾ, ਬਹੁਤ ਲੋਕਾਂ ਨੂੰ, ਸਾਰੀ ਲੁਕਾਈ ਨੂੰ, ਇਸ ਧਰਤੀ ਦੇ ਉੱਤੇ ਵਸਦੀ ਸਾਰੀ ਲੁਕਾਈ ਨੂੰ ਸੁੰਦਰ ਕਰ ਦਿੱਤਾ ਮੇਰੇ ਬਾਬੇ ਨੇ ਆਪਣੇ ਗੀਤਾਂ ਨਾਲ, ਆਪਣੇ ਸੁੰਦਰ ਸ਼ਬਦਾਂ ਦੇ ਨਾਲ। ਤੇ ਬਾਬੇ ਮਰਦਾਨੇ ਦੀ ਰਬਾਬ ਜਦੋਂ ਵੱਜਦੀ ਹੈ, ਫਿਰ ਨਿਰਭੈਤਾ ਇਤਨੀ ਕਿ ਜਦੋਂ ਬਾਬਰ ਆ ਕੇ ਖੜਾ ਹੁੰਦਾ ਤੇ ਬਾਬਰ ਦੇ ਸਾਹਮਣੇ ਵੀ ਖੜਾ ਹੋ ਕੇ ਮੇਰਾ ਬਾਬਾ ਫਿਰ कहता है कि भी इतनी मार पई कुटलाने तैं की दर्द ना आया, कि हे ईश्वर देखो क्या क्या हरकत हो रही है, ये कौन है, ये जालम की कर रहा। निर्भयता इतनी, मेरे बाबे ने सानू निर्भयता दसी है कि एक सच्चा इस ईश्वर दा बंदा जिहड़ा है, सच्चा ईश्वर दा जिहड़ा बंदा है, वो कदे भी अपने सामने इंसाना ਲਈ ਤਾਂ क्या, किसी भी जो भी, चाहे एक पेड़ पौधे के साथ भी कोई गलती हो रही है, कोई जुल्म कर रहा, तो ਅਸੀਂ ਉਹਨੂੰ ਬਿਲਕੁਲ ਇਨਸਾਨਾਂ ਵਾਂਗੂ ਹੀ ਸਮਝੀਏ। ਇਸ ਤਰ੍ਹਾਂ ਦੀ ਸਾਰੀ ਘਟਨਾ ਹੈ। ਤੇ ਆਖਿਰ ਵਿੱਚ ਮੇਰਾ ਬਾਬਾ ਆ ਕੇ ਬੈਠ ਜਾਂਦਾ ਕਰਤਾਰਪੁਰ, ਔਰ ਕਿੰਨਾ ਵੱਡਾ ਆਰਕੀਟੈਕਟ। ਮੈਂ ਕਿਉਂਕਿ ਨਟਸ਼ੈਲ ਵਿੱਚ ਗੱਲਾਂ ਕਰਾਂਗਾ, ਮੈਂ ਸਾਰੀਆਂ ਡਿਟੇਲਾਂ ਨਹੀਂ ਕਰ ਰਿਹਾ ਤੁਹਾਡੇ ਨਾਲ। ਨਾਦ ਯੋਗ ਦੇ ਬਾਰੇ ਬੜੀਆਂ ਗੱਲਾਂ ਹੋ ਸਕਦੀਆਂ ਨੇ, ਬੜੀਆਂ ਉਹਨਾਂ ਦੇ ਸ਼ਬਦਾਂ ਤੇ ਉਹਨਾਂ ਦੇ ਰਾਗਾਂ ਬਾਰੇ ਗੱਲਾਂ ਹੋ ਸਕਦੀਆਂ ਨੇ, ਤੇ ਬਹੁਤ ਕੁਝ ਹੋ ਸਕਦਾ ਹੈ। ਪਰੰਤੂ ਆਪਾਂ ਕਿਉਂਕਿ 10 ਗੁਰੂਆਂ ਬਾਰੇ ਗੱਲ ਕਰਨੀ ਹੈ, ਤੇ ਇਸ ਕਰਕੇ ਮੈਂ ਥੋੜਾ ਜਿਹਾ ਸਿੱਧੀਆਂ ਸਿੱਧੀਆਂ ਗੱਲਾਂ ਕਰ ਰਿਹਾ ਤੁਹਾਡੇ ਨਾਲ। ਫਿਰ ਮੇਰਾ ਬਾਬਾ ਆ ਕੇ ਬੈਠ ਜਾਂਦਾ ਕਰਤਾਰਪੁਰ 42 ਸਾਲ ਦੀਆਂ ਯਾਤਰਾਵਾਂ ਤੋਂ ਬਾਅਦ, 4 ਕੁੰਟਾਂ ਦੀਆਂ ਯਾਤਰਾ ਕਰਕੇ, ਉਦਾਸੀਆਂ ਕਰਕੇ। I think he was second white traveler ਜੋ ਅੱਜ ਤੱਕ ਹਿਸਟਰੀ ਦੇ ਵਿੱਚ ਬੰਦਾ ਹੋਇਆ। ਇਹ ਦੂਸਰਾ ਐਸਾ ਇੱਕ ਇਨਸਾਨ ਸੀ ਜਿਸਨੇ, ਮੇਰਾ ਬਾਬਾ, जिसने सारा जगत की बहुत सारे इलाकों की यात्रावां कीतियां ते उत्थों दा ज्ञान समझ, जिहड़ी संसारिक ज्ञान समझ है, जिहड़ी चराचर जगत की जिहड़ी समझ है, वो भी सानू दित्ती है। उस तो बाद आके वो बैठ जाते अपने करतारपुर, बैठ जाते करतारपुर आके फिर वो अपनी एक जी जद्दी जमीन है, घर की अपनी जमीन है, जद्दी जमीन है, पिता पुरख की जमीन है, उत्थे आके बैठते हैं अपनी खेती बाड़ी शुरू करते हैं। फिर उत्थे कहते मन हाली किरसानी करनी, शर्म पानी तन खेत, नाम बीज संतोख सुहागा, रख गरीबी वेस। ये कमाल का शब्द है, इसकी बहुत व्याख्या हो सकती है। ते वो फिर आके गायन करते हैं, बैठते हैं अपनी जमीन ते बैठते हैं। उत्थे जिहड़ा इरानियन जिहड़ा व्हील है उसकी गलबात करते हैं, जिहड़ा जिन्हों आपां टिंडां ते हल्टी कहंदे हैं, इहदी गलबात करते हैं।
ਫਿਰ ਸਿੰਚਾਈ ਕਿਵੇਂ ਹੋਣੀ ਹੈ, ਇਹ ਜਿਹੜਾ ਕਿਸਾਨ ਹੈ ਉਹ ਕਿਵੇਂ ਕਿਸਾਨੀ ਕਰੇਗਾ, ਕਿਸ ਤਰ੍ਹਾਂ ਖੂਬਸੂਰਤ ਤਰੀਕੇ ਨਾਲ ਘਰ ਬਣੇਗਾ ਉਹਦੇ ਵਿੱਚ। ਫਿਰ ਉਹਦੀ ਡਿਜ਼ਾਈਨ ਦੇ ਬਾਰੇ 'ਚ ਕਿਸੇ ਨੂੰ ਲਿਖਵਾਇਆ ਉਹਨਾਂ ਨੇ, ਜਿਹੜਾ ਮੈਨੂੰ ਪ੍ਰਾਪਤ ਹੋਇਆ, ਲਾਹੌਰ ਤੋਂ ਪ੍ਰਾਪਤ ਹੋਈ ਇਹ ਲਿਖਤ ਮੈਨੂੰ, ਜਿਹੜੀ ਬਾਬੇ ਨੇ ਇੱਕ ਆਰਕੀਟੈਕਟ ਜੋ ਸੀਗਾ, ਜਿਹੜਾ ਇੱਕ ਵਾਈਜ਼ ਮੈਨ ਸੀਗਾ ਉਸ ਵਕਤ, ਜਿਹਨੇ ਕਰਤਾਰਪੁਰ ਦਾ ਜਿਹੜਾ ਉਹਨਾਂ ਦਾ ਜਿੱਥੇ ਉਹ ਆ ਕੇ ਨਿਵਾਸ ਕੀਤਾ, ਉਹਦੀ ਜਿਹੜੀ ਡਿਜ਼ਾਈਨਿੰਗ ਕਿਸ ਤਰ੍ਹਾਂ ਹੋਈ ਹੈ, ਇਹ ਸੁਣਨ ਵਾਲੀ ਹੈ। ਕਿਉਂਕਿ ਇਹ ਦੇਖੋ ਕਿੱਡੀ ਵੱਡੀ ਕਲਾਕਾਰੀ ਹੈ। ਇਹ ਸਿਰਫ ਗਾਇਨ ਦੀ ਨਹੀਂ ਹੈ, ਨਾਦ ਦੀ ਨਹੀਂ ਸੀਗੀ, ਤੇ ਨਾਲ ਦੀ ਨਾਲ ਦੇਖੋ ਇਹ ਪੇੜ ਪੌਦਿਆਂ ਦੀ ਸਮਝ, ਤੇ ਨਾਲ ਉਸ ਜ਼ਮੀਨ ਦੇ ਵਿੱਚ ਦੀ ਜਿਹੜੀ ਡਿਵੀਜ਼ਨ ਹੈ ਉਹ, ਤੇ ਜਿਹੜਾ ਡਿਜ਼ਾਈਨਿੰਗ ਹੈ, ਘਰ ਦੀ ਡਿਜ਼ਾਈਨਿੰਗ ਹੈ, ਉਹਦੇ ਬਾਰੇ ਕੁਝ ਲਾਈਨਾਂ ਉਹਨਾਂ ਨੇ ਲਿਖਵਾਈਆਂ। ਕਹਿੰਦੇ, ਸੁਣ ਕਰਤੇ ਕਿਰਤ ਕਰ, ਗੁਣ ਵਿਚਾਰ ਕਰ, ਗੁਣ ਕਰ, ਗੁਣ ਵਿਚਾਰ ਕਰ, ਗੁਣ ਕਰ। ਚਾਕ ਵੰਡ ਵਿੱਚ ਵਿਚਕਾਰ ਘਰ, ਚਾਕ ਵੰਡ ਵਿੱਚ ਵਿਚਕਾਰ ਘਰ, ਵੇੜਾ ਚਾਰ ਸਬਾਤ ਕਰ। ਚੜੇ ਸੂਰਜ ਬੂਹਾ ਬੈਠਕ, ਛਿਪਦੇ ਚੁੱਲਾ ਚੌਂਕਾ ਅਗਨ ਕਰ। ਵੇਹਲ ਵੱਲ ਚਾਰ ਚਫੇਰ, ਵੇਹਲ ਵੱਲ ਚਾਰ ਚਫੇਰ ਘਰ, ਜੜੀ ਦਵਾ ਵੇਲ ਕਰ। ਸਬਜ ਵੇਲ ਮਿੱਠਾ ਫਲ ਫੁੱਲ, ਚੜਦੇ ਖੂਹ ਪਾਣੀ ਫੇਰ ਕਰ। ਪੁਰਬ ਕਮਾਈ ਬੀਜ ਰੂਪ ਵਿਸ਼ਰਾਮ, ਚਾਕਰ ਲਾਏ ਬਿਠਾਲ ਧਰਮਸਾਲ ਕਰ। ਚੁਫੇਰ ਜੰਗਲ ਬੇਲਾ, ਅੰਨ ਦਾਲ ਵਿੱਚ ਵਿਚਕਾਰ ਕਰ। ਚੜਦੇ ਪਿੱਪਲ ਬਾਹਮਣ, ਛਿਪਦੇ ਅੰਬ ਮਿੱਠਾ, ਦੇਵਤਿਆਂ ਵੱਲ ਬੋਹੜ, ਦੱਖਣ ਜਾਮੂ ਵਾੜਾ ਹਾਤਾ। ਧਰਮ ਧਰ ਧਰਮ ਕੇ ਦਾਤੇ, ਧਰਮ ਕਾ ਵਿਚਾਰ ਕਰ। ਦੇਖੋ ਕਿਆ ਖੂਬਸੂਰਤ ਡਿਜ਼ਾਈਨਿੰਗ ਹੈ। ਤੁਸੀਂ ਕਰਤਾਰਪੁਰ ਅਗਰ ਉਹਨਾਂ ਦੇ ਸਥਾਨ ਤੇ ਜਾਓ ਤਾਂ ਉੱਥੇ ਤੁਹਾਨੂੰ ਇਹ ਡਿਜ਼ਾਈਨਿੰਗ ਦਿਖੇਗੀ ਬਿਲਕੁਲ, ਕਿ ਉਹਨਾਂ ਦੀ ਜਿੰਨੀ ਟੋਟਲ ਜ਼ਮੀਨ ਸੀਗੀ ਉਹਦੇ ਉਹਨਾਂ ਨੇ 4 ਹਿੱਸੇ ਡਿਵਾਈਡ ਕੀਤੇ। ਉਹਨਾਂ ਨੇ ਇਹ ਕਿਹਾ ਵੀ 4 ਹਿੱਸੇ ਡਿਵਾਈਡ ਕਰ, 4 ਹਿੱਸੇ ਡਿਵਾਈਡ ਕਰਕੇ ਵੈਰੀ ਮਚ ਇਨ ਦ ਸੈਂਟਰ, ਬਿਲਕੁਲ ਉਹਦੇ ਵਿੱਚ ਵਿਚਕਾਰ ਤੁਸੀਂ ਕਹਿੰਦਾ ਘਰ ਬਣਾ, ਤੇ ਉਹਦੇ ਚ 4 ਸਬਾਤ ਕਰ, ਮਤਲਬ 4 ਕਮਰੇ ਬਣਾ, ਤੇ ਆਸੇ ਪਾਸੇ ਘਰ ਦੇ ਆਸੇ ਪਾਸੇ ਵੇਲ ਛੱਡ ਕੇ, ਥੋੜੀ ਜਿਹੀ ਪਹਿਲਾਂ ਵੇਲ ਛੱਡ ਕੇ, ਮਤਲਬ ਵਿਹੜਾ ਛੱਡ ਕੇ, ਆਸੇ ਪਾਸੇ ਵਿਹਲਾ ਖਾਲੀ ਜ਼ਮੀਨ ਛੱਡ ਕੇ, ਫਿਰ ਉੱਥੇ ਤੁਸੀਂ ਸਾਰਾ ਇਹ ਜਿਹੜੀ ਆ ਆਪਣੀ ਜਿੰਨੀਆਂ ਮੈਡੀਸਨਲ ਜੜੀਆਂ ਬੂਟੀਆਂ ਲਗਾਓ। ਜੜੀਆਂ ਬੂਟੀਆਂ ਲਗਾਉਣ ਤੋਂ ਬਾਅਦ ਫਿਰ ਫਲ ਫੁੱਲ ਮਿੱਠਾ ਇਹ ਲਗਾਓ ਸਾਰਾ ਕੁਛ। ਉਸ ਤੋਂ ਬਾਅਦ ਫਿਰ ਤੁਸੀਂ ਕਹਿੰਦਾ ਵਿੱਚ ਵਿਚਕਾਰ ਜਿਹੜੀ ਆਹ ਜੋ ਵੀ ਤੁਸੀਂ ਬੀਜਣਾ ਹੈਗਾ, ਅੰਨ ਦਾਲ ਜੋ ਵੀ ਬੀਜਣੀ ਹੈ ਬੀਜ ਕੇ, ਫਿਰ 4 ਚਫੇਰੇ ਵੱਡੇ ਦਰਖਤ ਲਗਾਉਣੇ ਆ, ਤੇ ਦੱਖਣ ਵੱਲ ਹਾਤਾ ਬਣਾਉਣਾ ਹੈਗਾ ਪਸ਼ੂਆਂ ਵਾਸਤੇ, ਕਿਉਂਕਿ ਉੱਥੇ ਪੁਰੇ ਦੀ ਹਵਾ ਨਹੀਂ ਲੱਗਦੀ, ਤੇ ਪਸ਼ੂਆਂ ਵਾਸਤੇ ਦੱਖਣ ਦਾ ਹਿੱਸਾ ਬਹੁਤ ਸੋਹਣਾ ਰਹਿੰਦਾ ਹੈ। ਹੁਣ ਵੀ ਸਾਡੇ ਪੰਜਾਬ ਦੇ ਵਿੱਚ ਜਿਹੜਾ ਪੁਰਾਤਨ ਤਰੀਕਾ ਹੈ, ਜਿਹੜਾ ਆਪਣੇ ਲਾਹੌਰ ਤੋਂ ਦੂਸਰੀ ਸਾਈਡਾਂ ਤੇ ਜਿੰਨੇ ਪਿੰਡ ਨੇ, ਮੈਂ ਉਹਨਾਂ ਬਾਰੇ ਦੇਖਿਆ ਹੈਗਾ ਡਿਜ਼ਾਈਨਸ, ਕਿ ਉਹਨਾਂ ਦੇ ਡਿਜ਼ਾਈਨ ਅਕਸਰ ਦੱਖਣ ਵੱਲ ਪਸ਼ੂਆਂ ਵਾਸਤੇ ਰੱਖਿਆ ਜਾਂਦਾ, ਤੇ ਇੱਧਰ ਹਿੰਦੁਸਤਾਨ ਵਾਲੇ ਏਰੀਆ ਵਿੱਚ ਵੀ। ਤੇ ਇਸੇ ਤਰੀਕੇ ਨਾਲ ਫਿਰ ਉਹ ਕਹਿੰਦੇ ਨੇ ਵੀ ਅੰਬ ਕਿੱਥੇ ਲਾਉਣਾ, ਤੇ ਪਿੱਪਲ ਕਿੱਥੇ ਲਾਉਣਾ, ਬੋਰਡ ਕਿੱਥੇ ਲਾਉਣਾ, ਸਾਰੇ ਦੀ ਡਿਜ਼ਾਈਨਿੰਗ ਕਰਦੇ ਆ। ਹੁਣ ਉਹ ਡਿਜ਼ਾਈਨਿੰਗ ਕਰ ਰਹੇ ਨੇ, ਤੇ ਡਿਜ਼ਾਈਨਿੰਗ ਕਰਦੇ ਕਰਦੇ ਉਹ ਜਦੋਂ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਨੇ, ਤੇ ਫਲ ਫੁੱਲ ਬੂਟੇ ਲਗਾਉਣੇ ਸ਼ੁਰੂ ਕਰ ਦਿੰਦੇ ਨੇ ਬਾਬਾ ਜੀ। ਤੇ ਉੱਥੇ ਹੋਰ ਵੀ ਬਹੁਤ ਸਾਰੇ ਸੇਵਾਦਾਰ ਸੀਗੇ, ਬਹੁਤ ਸਾਰੇ ਲੋਕ ਸੀਗੇ ਜਿਹੜੇ ਉੱਥੇ ਨਾਲ ਕੰਮ ਕਰ ਰਹੇ ਸੀਗੇ, ਤੇ ਉਹਨਾਂ ਸਾਰਿਆਂ ਬਾਰੇ ਵੀ ਆਪਾਂ ਗੱਲਬਾਤ ਕਰ ਸਕਦੇ ਹਾਂ, ਪਰੰਤੂ ਮੈਂ ਹੁਣ ਇਸ ਵਕਤ ਨਹੀਂ ਕਰਾਂਗਾ। तो बाबा अंगद पुछता है एक दिन, बाबा अंगद पुछदा, मैं ਇਹਨੂੰ 12 ਮਾਹ ਦੇ ਵਿੱਚ ਇੱਕ ਸਾਖੀ ਲਿਖੀ ਹੈ, ਉਹਦੇ ਵਿੱਚੋਂ ਕੁਝ ਪੜ੍ਹ ਕੇ ਸੁਣਾਉਣਾ ਤੁਹਾਨੂੰ। ਤੇ 42 ਸਾਲ 4 ਕੁੰਟਾਂ ਦੀ ਯਾਤਰਾ ਕਰਕੇ ਬਾਬਾ ਨਾਨਕ ਆ ਵਸਿਆ ਕਰਤਾਰਪੁਰ। ਆਪਣੀ ਜੱਦੀ ਜ਼ਮੀਨ ਤੇ ਖੇਤੀ ਕੀਤੀ। ਮਰਦਾਨੇ ਰਬਾਬੀ ਦਾ ਹੁਣ ਸਾਥ ਛੁੱਟ ਗਿਆ ਸੀ ਆਖਰੀ ਯਾਤਰਾ ਦੇ ਵਿਚਕਾਰ। ਹੁਣ ਬਾਬਾ ਖੇਤਾਂ ਵਿੱਚ ਹਲ ਵਾਉਂਦਾ, ਸੁਹਾਗਾ ਕਰਦਾ, ਬੀਜ ਪਾਉਂਦਾ, ਪੌਦੇ ਲਾਉਂਦਾ, ਗੋਡੀ ਕਰਦਾ, ਬਨਸਪਤੀ ਦੇ ਕੁਦਰਤ ਕਰਾਮਾਤ ਦੇ ਸ਼ੁਕਰਾਨੇ ਦੇ ਗੀਤ ਗਾਉਂਦਾ। ਪਿੱਛੇ ਪਿੱਛੇ ਅੰਗਦ ਚੇਲਾ ਹੁੰਗਾਰਾ ਭਰਦਾ, ਹੁਕਮ ਵਜਾਉਂਦਾ, ਸੇਵਾ ਕਰਦਾ, ਵਾਰੇ ਵਾਰੇ ਜਾਂਦਾ, ਕਦੇ ਕਦੇ ਕਈ ਸਵਾਲ ਕਰਦਾ, ਚਰਨੀ ਲੱਗ ਚੁੱਪਚਾਪ ਸੁਣਦਾ। ਹੈਰਾਨ ਹੋਇਆ, ਫਿਰ ਉਸਤਤ ਕਰਦਾ, ਕਹਿੰਦਾ ਬਾਬਾ ਮੈਂ ਹੈਰਾਨ ਆ ਦੇਖ ਕੇ ਤੇਰੀ ਕਰਾਮਾਤ। ਤੂੰ ਕੁਝ ਵੀ ਬੀਜੇ ਬਣ ਜਾਂਦਾ ਹੈ ਸੁੰਦਰ ਜੀਵਨ, ਸੁੰਦਰ ਪੌਦਾ, ਫੁੱਲ ਖਿੜਦੇ ਨੇ, ਫਲ ਲੱਗਦੇ ਨੇ।
ऐसा की है जादू तेरा, ऐसा क्या जादू कर रहे हो? बाबे आख्या अंगद तू गीत गा, करामाती कुदरत दा ते मिट्टी मत्थे ला, जिस विच मिठा कौड़ा बकबका लूणा खट्टा अमृत जहर दवा सब कुछ हाजर नादर, जिसने जो लेना है ले जावेगा अपना अपना सुभा, अंगद तू गीत गा उस्तति बदलदी रित ते रुत दे, फिर समझ पवेगी दवेगी संदेशे वगदी वाह, हर दिन बदलदे रंग रुखां नूं पैंदे बूर, खिड़दे फुੱਲ रस भरे फलां दी फिर समझणगे भाखा, खुलियां अखां वेख के खुलियां अखां वेख लै चौगरदे फेर निगाह, देख बदलदे रंग खुला अंतहीन असमान, उड़दे पंछी गगन चुंबदियां चोटियां, हसदा खेड़दा मरदा जगत किरदे पत्ते, कीड़ियां दे झुंड डगरां दे सिंह, डंगरां दे सिंह, तितलियां दा खेल रंग बिरंगा, डड्डू दी टर टर मच्छरी संगीत लहलाउंदा घाह, कणक दियां बल्लियां नदियां दा वहन, खूह दियां टिंडां भर भर आउंदियां खाली हो जांदियां, आ देख पछाण जुग दा बैठा पत्थर ला के समाधि, चुप चां ओ दौर किते दूर काले किकरां च, बोलदा घुग्गू एक सुर, ਬੱਚਿਆਂ ਦੀਆਂ ਕਿਲਕਾਰੀਆਂ ਰੰਗ ਬਰੰਗੀਆਂ ਪੱਗਾਂ, ਪੀਲੀਆਂ ਗੁਲਾਬੀ ਚੁੰਨੀਆਂ, ਵੰਨ ਸੁਵੰਨੀਆਂ ਬੋਲੀਆਂ, ਕਦੇ ਮਿੱਠੀਆਂ ਤੇ ਕਦੇ ਖਾਰੀਆਂ, ਦੇਖ ਦੇਖ ਗੌਰ ਨਾਲ ਦੇਖ, ਸੁਣ ਸੁਣ ਧਿਆਨ ਨਾਲ ਸੁਣ, ਸੁਣ ਬਾਹਰ ਸੁਣ ਅੰਦਰ ਆਪਣੇ, ਵੱਜ ਰਿਹਾ ਸੰਗੀਤ ਧੁਰ ਕੀ ਬਾਣੀ, ਵੱਜ ਰਿਹਾ ਸੰਗੀਤ ਨਾਦ ਹੈ ਨਾਦ, ਇਹ ਸੰਗੀਤ ਵੱਜ ਰਿਹਾ ਹੈ, ਸਾਰਾ ਚਰਾਚਰ ਜਗਤ ਤੇਰੇ ਸਾਹਮਣੇ ਹੈ, बस तू सिर्फ देखना सीख ले, तू सिर्फ सुनना सीख ले, आप पेड़ पौधे जो लगाएगा लग जाना, जो खूबसूरती नाल मन नाल तू लगाएगा वो लग जाना, अंगद जा बाबा कहंदा फिर बाबे गाव्या गीत, बाबा गीत गाता फिर वहां बैठ के, हुण मर्दाना तो है नहीं वहां पर, तो फिर वो गीत गाता है अपने ढंग का, 12 माह गाता है, वाह क्या बात है, और क्या ऋतुओं के बारे में, क्या ऋतुओं के रंगा बारे क्या इमेजरी है, और कितनी खूबसूरत इमेजरी है कि मैं वारे वारे जावां, मैनू 10 साल मैं इहदे उत्ते काम कीता लगातार, उस इमेजरी दे उत्ते मैं 10 साल काम कीता ते हुण भी हाले तक पूरी नहीं हुई है, इन्नी वड्डी इमेजरी है, इन्ना वड्डा काम है बाबे दा कि उसने सानू एक जिन्हों आपां कहिए कि मैं कह सकदा कि वो जिहड़ा देखण दा एक तरीका है, जिहड़ा सानू ਅਸੀਂ लगदा सानू कि ਅਸੀਂ बड़ा कुछ देख रहे हैं, परंतु बहुत कुछ साडे सामने भी निकल जाता है, ਅਸੀਂ देखते नहीं ना सुनते हैं, बाबे ने सुनना सिखाया, बाबा नाद योगी है, बाबा देखता है ना, वो अलौकिक बाबा है, वो ਉਹਨੂੰ देखना आउंदा है, फिर जिन्हों देखना आउंदा है वो तो फिर कमाल हो जाएगा, जिन्हों सुनना आउंदा वो तो कमाल हो जाएगा, क्या कला है, क्या कलाकार, वो मेरा बाबा महा कलाकार है, पेड़ां दा पौधियां दा संगीत दा शब्दां दा, फिर वो सारे शब्द इकट्ठे करके दुनिया भर दियां कवितावां इकट्ठियां करके दुनिया भर दे गीत इकट्ठे करके दूसरे गुरु दे हत्थ पड़ाए, कहता जा अंगद जा अंगद हुण जाके एक लिपि बना, अपने किस्म की एक लिपि बनाओ, क्योंकि जिहड़ी एलीट क्लास की लिपि है, संस्कृत है जां फारसी है जां कुछ भी है, उसकी एक गल समझ नहीं आएगी, आम पीजेंट नूं आम साधारण लोकां नूं नहीं समझ में आएगी, तुसीं आप दी एक साधारण लिपि बनाओ इन्हां साधारण लोकां वास्ते, ते उस लिपि का निर्माण करन तो बाद ये सारियां कवितावां दा एक इकट्ठा एक जाके तुसीं इन्हां नूं इकट्ठा करके एक रूप विच पेश करो इस सारे संसार नूं, ते एक भेंट दिओ सारे संसार नूं, एक एड्डा वड्डा विजन सीगा, बहुत वड्डा विजन सी। फिर दूसरा मेरा बाबा अंगद, जे बाबा 42 साल यात्रा करदा रहा, घर नहीं मुड़िया, विच विच मुड़दा रहा, ते गुरु अंगद 42 साल अपने भोरे चों नहीं निकलिया, खंडूर साहिब दे एक जगह बैठे रहे, इक्को ही जगह बैठे रहे, इक्को ही जगह बैठ के अपनी भूआ दे घर इक्को ही जगह बैठ के उस भोरे विच बैठ के
ਜੋ ਕਿ ਹੁਣ ਭਰ ਦਿੱਤਾ ਗਿਆ ਹੈਗਾ, ਅਨਫੋਰਚੂਨੇਟਲੀ ਉਹ ਭਰ ਦਿੱਤਾ ਗਿਆ ਹੈਗਾ ਭੋਰਾ, ਤਾਂ ਜਿੱਥੇ ਬੈਠਦੇ ਸੀ ਬਾਬੇ ਖਡੂਰ ਸਾਹਿਬ ਦੇ ਭੋਰੇ ਵਿੱਚ, ਤੇ ਉੱਥੇ ਬੈਠ ਕੇ ਫਿਰ ਬੜੀ ਸਾਰੀਆਂ ਲਿਪੀਆਂ ਸੀ ਜਿਨ੍ਹਾਂ ਚੋਂ ਬ੍ਰਹਮੀ ਔਰ ਟਾਂਕਰੀ ਔਰ ਕਈ ਹੋਰ ਕਈ ਤਰ੍ਹਾਂ ਦੇ ਅਕਸ਼ਰ ਸੀ। ਸਾਰੇ ਅਕਸ਼ਰਾਂ ਨੂੰ ਦੇਖ ਕੇ, ਧਿਆਨ ਨਾਲ ਦੇਖ ਕੇ, ਬਾਬਾ ਅੰਗਦ ਇੱਕ ਬਹੁਤ ਬੜਾ ਕੈਲੀਗ੍ਰਾਫੀ ਆਰਟਿਸਟ ਹੈ। ਇਸ ਵਿਸ਼ੇ ਦੇ ਉੱਤੇ ਕਦੇ ਸਾਡੇ ਇੱਥੇ ਗੱਲ ਨਹੀਂ ਹੋਈ ਕਦੇ ਸਾਡੇ ਸਮਾਜ ਵਿੱਚ। ਬਾਬਾ ਅੰਗਦ ਬਹੁਤ ਵੱਡਾ ਆਰਟਿਸਟ ਹੈ, ਬਹੁਤ ਵੱਡਾ ਲਿਪੀ ਲਿਖਣ ਵਾਲਾ, ਇੱਕ ਲਿਪੀ ਦਾ ਮਹਾਕਲਾਕਾਰ ਹੈ, ਜਿਸਨੇ ਉਹਨਾਂ ਅਕਸ਼ਰਾਂ ਨੂੰ ਪਹਿਚਾਨਿਆ, ਉਹਨਾਂ ਅਕਸ਼ਰਾਂ ਨੂੰ ਪਹਿਚਾਨ ਕੇ ਉਹਨਾਂ ਦੀ ਚੋਣ ਕੀਤੀ, ਸਾਰਾ ਕੁਝ ਕੋਈ ਕਿਤੋਂ ਕੋਈ ਕਿਤੋਂ ਕੋਈ ਕਿਤੋਂ ਲੈ ਕੇ ਫਿਰ ਮੁਹਾਰਨੀ ਤਿਆਰ ਕੀਤੀ, ਸਾਰੀ ਸਿਹਾਰੀ ਬਿਹਾਰੀ ਔਂਕੜ ਦਲੈਂਕੜ ਬਿੰਦੀਆਂ ਟਿੱਪੀਆਂ ਸਾਰਾ ਕੁਝ ਉਹਨਾਂ ਨੇ ਤਿਆਰ ਕੀਤਾ ਤੇ ਇੱਕ ਸ਼ਕਲ ਦਿੱਤੀ ਇੱਕ ਲਿਪੀ ਨੂੰ, ਜਿਹਦੇ ਵਿੱਚ ਸਿਰਫ 4 ਆਕਾਰ ਲਏ ਨੇ। ਇਹ ਗੱਲ ਬਹੁਤ ਮਹੱਤਵਪੂਰਨ ਹੈ। ਸਿਰਫ 4 ਆਕਾਰਾਂ ਤੋਂ ਪੂਰੀ ਗੁਰਮੁਖੀ ਲਿਪੀ ਜਿਹੜੀ ਹੈ ਉਹ ਉਹਨਾਂ ਦਾ ਨਿਰਮਾਣ ਕੀਤਾ ਮੇਰੇ ਬਾਬੇ ਨੇ। ਉਹ ਕਿੰਨਾ ਵੱਡਾ ਲਿੰਗੁਇਸਟ ਹੈ, ਸੋਚੋ, ਉਹ ਕਿੰਨਾ ਵੱਡਾ ਕੈਲੀਗ੍ਰਾਫੀ ਆਰਟਿਸਟ ਹੈ, ਉਹ ਸੋਚੋ ਤੁਸੀਂ। ਇਹ ਗੱਲ ਸੋਚਣ ਵਾਲੀ ਹੈ ਕਿ ਉਹ ਕਿੰਨਾ ਵੱਡਾ ਕੈਲੀਗ੍ਰਾਫੀ ਆਰਟਿਸਟ ਹੈ, ਜਿਸਨੇ ਉਹ ਕਿੰਨੀ ਵਾਰ ਲਿਖਿਆ ਹੋਏਗਾ ਊੜਾ, ਕਿੰਨੀ ਵਾਰ ਲਿਖਿਆ ਹੋਏਗਾ ਆੜਾ, ਕਿੰਨੀ ਵਾਰ ਲਿਖੀ ਹੋਏਗੀ ਈੜੀ, ਫਿਰ ਕਿੰਨੀ ਵਾਰੀ ਬਿਹਾਰੀ ਸਿਹਾਰੀ ਸਾਰਾ ਕੁਝ ਪਾ ਕੇ ਉਹਦਾ ਜੋੜ ਬਣਾਇਆ ਹੋਏਗਾ। ਸੋਚਣ ਵਾਲੀ ਗੱਲ ਹੈ। ਫਿਰ ਉਹਨੂੰ ਤਰਤੀਬ ਦਿੱਤੀ ਹੋਏਗੀ, ਕਿਸ ਤਰੀਕੇ ਨਾਲ ਤਰਤੀਬ ਦੇਣੀ ਹੈ, ਫਿਰ ਸਵਰਾਂ ਨੂੰ ਕਿਸ ਤਰੀਕੇ ਨਾਲ ਤਰਤੀਬ ਦੇਣੀ ਹੈ। ਸਿਰਫ 4 ਆਕਾਰ ਉਹਨਾਂ ਨੇ ਲਏ, ਜਸਟ 4 ਆਕਾਰ। ਚਲੋ ਮੈਂ ਐਗਜ਼ਾਮਪਲ ਵਾਸਤੇ ਤੁਹਾਨੂੰ ਦੱਸਣ ਲੱਗਾ। ਚਲੋ ਆਪਾਂ ਸ਼ੁਰੂ ਕਰਦੇ ਹਾਂ ਤੱਤੇ ਤੋਂ। ਤੱਤੇ ਨੂੰ ਜਦੋਂ ਘੁਮਾ ਕੇ, ਜੋ ਲੋਕ ਗੁਰਮੁਖੀ ਲਿਖਦੇ ਆ ਉਹਨਾਂ ਵਾਸਤੇ ਇਹ ਮੈਂ ਖਾਸ ਤੌਰ 'ਤੇ ਦੱਸਣ ਲੱਗਾ ਕਿ ਤੱਤੇ ਨੂੰ ਤੁਸੀਂ ਲਿਖੋ ਤੇ ਉਹਨੂੰ ਘੁਮਾ ਦਿਓ ਉੱਤੇ ਤੇ ਜੋੜ ਦਿਓ ਤੇ ਊੜਾ ਬਣ ਜਾਣਾ। ਉਹਦਾ ਮੂੰਹ ਖੋਲ ਦਿਓ ਤੇ ਓਮਕਾਰ ਹੋ ਜਾਣਾ। ਤੇ ਏਕਾ ਨੂਮੈਰੀਕਲ ਲਗਾ ਦਿੱਤਾ ਮੇਰੇ ਦੂਸਰੇ ਗੁਰੂ ਨੇ ਉਸਤੇ ਅੱਗੇ, ਨੂਮੈਰੀਕਲ ਅੱਗੇ ਏਕਾ ਨੂਮੈਰੀਕਲ ਲਗਾ ਦਿੱਤਾ, ਜਿਹੜਾ ਸਾਡੀ ਗਿਣਤੀ ਮਿਣਤੀ ਵਾਲਾ ਏਕਾ ਲਗਾਤਾ, ਤੇ ਅੱਗੋਂ ਓਮਕਾਰ ਊੜੇ ਦਾ ਮੂੰਹ ਖੋਲ ਦਿੱਤਾ, ਤੇ ਸਾਰਾ ਸਮਾਜ, ਸਾਰਾ ਸੰਸਾਰ, ਸਾਰੀ ਇਕਸੁਰਤਾ, ਸਾਰਾ ਬ੍ਰਹਮਾਂਡ ਉਸ ਊੜੇ ਦੇ ਖੁੱਲੇ ਮੂੰਹ ਦੇ ਵਿੱਚ ਆ ਗਿਆ, ਏਕ ਓਮਕਾਰ ਬਣ ਗਿਆ। ਮੇਰੇ ਖਿਆਲ ਮੇ ਉਹ ਸਭ ਤੋਂ ਵੱਡੀ ਇੱਕ ਉਪਲਬਧੀ ਸੀਗੀ। ਤੇ ਜੇ ਅੱਜ ਮੈਨੂੰ ਕੋਈ ਕਵੇ ਕਿ ਤੁਸੀਂ ਜਿਹੜੀ ਆ ਈਮੇਲ ਦਾ ਜਿਹੜਾ @ ਹੈ, ਇਹ ਫਿਰ ਸੰਸਾਰਿਕ ਹੈ। ਇਹ @ ਦੀ ਜਗ੍ਹਾ ਏਕ ਓਮਕਾਰ ਅਗਰ ਹੋਵੇ ਤਾਂ ਸਾਰਾ ਸੰਸਾਰ ਏਕ ਹੋ ਜਾਂਦਾ ਹੈ। ਇਹ ਕਮਾਲ ਹੋ ਜਾਂਦਾ ਹੈ। ਮੈਂ ਪਿੱਛੇ ਜੇ ਗੱਲ ਕਰ ਰਿਹਾ ਸੀ ਸਾਡੇ ਕੁਝ ਇੱਕ ਜਿਹੜੇ IT ਦੇ ਵਿਗਿਆਨੀਆਂ ਨਾਲ ਕਿ ਵੀ ਥੋੜਾ ਇਹਦੇ ਨਾਲ ਕਰਕੇ ਦੇਖੋ @ ਦੀ ਜਗ੍ਹਾ, ਹੈ ਨਾ। So some people are trying anyway, you know, in New York, no in Seattle. So some people are trying it, है ना। मैं करके देखो कितनी खूबसूरत उपलब्धि है ये एक ओमकार, है ना। @ तो फिर संसारी है, वो तो फिर इकोनॉमिक्स की भाषा है। @ तो इकोनॉमिक्स की भाषा है ना। ते एक कितनी बड़ी भाषा है कि सारा संसार एक हो जाता है, एक ओमकार हो जाता है ना। सो ਬਾਬੇ ਨੇ ਅੰਗਦ ਨੇ ਜਦੋਂ ਏਕ ਓਮਕਾਰ ਲਿਖ ਦਿੱਤਾ, ਏਕਾ ਪਾ ਕੇ ਮੂਹਰੇ ਅੱਗੋਂ ਊੜੇ ਦਾ ਮੂੰਹ ਖੋਲ ਦਿੱਤਾ। ਹੁਣ ਉਹ ਤੱਤੇ ਨੂੰ ਤੁਸੀਂ ਥੱਲੋਂ ਘੁੰਡੀ ਮੋੜ ਦਿਓ ਤੇ ਡੱਡਿਆ ਹੋ ਜਾਂਦੀ ਹੈ ਨਾ। ਵਿੱਚੋਂ ਗੋਲਾ ਮਾਰ ਦਿਓ ਤੇ ਭੱਬਾ ਹੋ ਜਾਂਦਾ। ਉਹਦਾ ਮੂੰਹ ਥੱਲੇ ਨੂੰ ਛੱਡ ਦਿਓ ਰਾਈਟ ਸਾਈਡ ਨੂੰ ਤੇ ਕੱਕਾ ਹੋ ਜਾਂਦਾ। ਸੋ ਐਂਡ ਸੋ ਫੋਰਥ। ਤੁਸੀਂ ਹੁਣ ਸਾਰੇ ਜਿੰਨੇ ਵੀ ਮੈਂ ਬਾਕੀ ਸ਼ਬਦਾਂ ਬਾਰੇ ਵੀ ਦੱਸ ਸਕਦਾ। ਜਿਸ ਤਰ੍ਹਾਂ ਟੈਂਕਾ ਹੈ, ਟੈਂਕੇ ਨੂੰ ਤੁਸੀਂ ਈੜੀ ਬਣਾ ਸਕਦੇ ਹੋ, ਟੈਂਕੇ ਨੂੰ ਦੱਦਾ ਬਣਾ ਸਕਦੇ ਹੋ, ਚੱਚਾ ਬਣਾ ਸਕਦੇ ਹੋ, ਜੱਜਾ ਬਣਾ ਸਕਦੇ ਹੋ ਨਾ। ਤੇ ਉਹ ਟੈਂਕੇ ਤੋਂ ਹੈ ਸਾਰੇ ਫਾਰਮਸ। ਇਸੇ ਤਰੀਕੇ ਨਾਲ ਫਿਰ ਹਾਹੇ ਤੋਂ ਹੈ ਬਹੁਤ ਸਾਰੀਆਂ ਫਾਰਮ। ਹਾਹੇ ਤੋਂ ਰਾਰਾ, ਹਾਹੇ ਤੋਂ ਗੱਗਾ, ਮੰਮਾ, ਆੜਾ, ਇਹ ਸਾਰੇ ਦੇ ਸਾਰੇ ਹਾਹੇ ਤੋਂ ਬਣਦੇ ਆ। ਸੋ ਦੈਟ ਵਿਦ ਓਨਲੀ 4 ਫਾਰਮ, 4 ਆਕਾਰ ਨੇ, 4 ਕੈਲੀਗ੍ਰਾਫਿਕ ਆਕਾਰ ਹੈ ਜਿਨ੍ਹਾਂ ਤੋਂ ਗੁਰਮੁਖੀ ਦੀ ਉਤਪਤੀ ਹੋਈ। ਹੁਣ ਸਾਡੇ ਬੱਚਿਆਂ ਨੂੰ ਹੁਣ ਮੈਨੂੰ ਕਈ ਵਾਰੀ ਚਾਂਸ ਮਿਲਦਾ, ਕਈ ਲੋਕਾਂ ਨੂੰ ਮੈਂ ਜੇ ਸਿਖਾਉਣ ਦਾ ਚਾਂਸ ਮਿਲਦਾ। ਮੇਰੀ ਪਤਨੀ ਨੂੰ ਮੈਂ ਸਿਖਾਇਆ, ਉਹਨਾਂ ਨੂੰ ਪੰਜਾਬੀ ਨਹੀਂ ਸੀ ਆਉਂਦੀ ਤੇ ਮੈਂ ਉਹਨਾਂ ਨੂੰ ਇਹ 4 ਆਕਾਰ ਸਮਝਾਏ ਤੇ ਉਹ 1 ਹਫ਼ਤੇ ਦੇ ਵਿੱਚ ਉਹਨਾਂ ਨੇ ਲਿਖਣਾ ਤੇ ਪੜ੍ਹਨਾ ਸਿੱਖ ਲਿਆ। ਅੱਛਾ, ਫਿਰ ਮੇਰਾ ਬਾਬਾ ਗੁਰੂ ਜੋ ਹੈ ਕਮਾਲ ਸੀਗਾ।
उसने ये सारी लिपि तो बनाई, उस तो बाद ਉਹਦਾ जोड़ भी लगाए सारे, मुहारनी पाई है ना, सारी मुहारनी पाई ਜਿਹੜੀ ਔਂਕੜਾਂ ਤੇ ਲੈਂਕੜਾਂ ਸਿਹਾਰੀਆਂ ਔਕੜ ਹੌੜੇ ਕਨੌੜੇ ਸਾਰੇ ਪਾਏ। ਉਸ ਤੋਂ ਬਾਅਦ ਉਹਨਾਂ ਨੂੰ ਜੋੜ ਲਗਾ ਕੇ ਲਿਖਣਾ ਸਿੱਖਿਆ ਆਪ ਪਹਿਲਾਂ, ਫਿਰ ਲੋਕਾਂ ਨੂੰ ਸਿਖਾਇਆ। ਮੱਲ ਅਖਾੜੇ ਦੇ ਵਿੱਚ ਮੱਲ ਆਉਂਦੇ ਸੀਗੇ, ਆਪ ਦੀ ਹੈਲਥ ਦੀ ਕੇਅਰ ਤਾਂ ਕਰਦੇ ਹੀ ਕਰਦੇ ਸੀਗੇ, ਨਾਲ ਦੀ ਨਾਲ ਫਿਰ ਉਹ ਊੜਾ ਆੜਾ ਲਿਖਣਾ ਤੇ ਗੁਰਮੁਖੀ ਲਿਖਣਾ ਪੜ੍ਹਨਾ ਸਿੱਖਦੇ ਸੀਗੇ ਇੱਥੇ ਬੈਠ ਕੇ। ਕਿੰਨੀ ਵੱਡੀ ਗੱਲ ਹੈ, ਸੋਚੋ ਨਾ। ਆਪਾਂ ਕਦੇ ਇਸ ਤਰੀਕੇ ਨਾਲ ਸਿੱਖ ਗੁਰੂਆਂ ਬਾਰੇ ਕਦੇ ਗੱਲ ਕਰਦੇ ਨਹੀਂ ਆਪਾਂ ਨਾ। ਆਪਾਂ ਨੂੰ ਕਰਨੀ ਚਾਹੀਦੀ ਹੈ, ਇਸ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ ਆਪਾਂ ਨੂੰ ਕਿ ਮੇਰਾ ਬਾਬਾ ਦੂਸਰਾ ਗੁਰੂ ਇੰਨਾ ਵੱਡਾ ਕੈਲੀਗ੍ਰਾਫਿਕ ਆਰਟਿਸਟ ਹੈ, ਇੱਕ ਲਿੰਗੁਇਸਟ ਹੈ, ਕਹੀਏ ਆਪਾਂ ਮਹਾ ਲਿੰਗੁਇਸਟ, ਬੜਾ ਲਿੰਗੁਇਸਟ ਹੈ ਉਹ, ਜਿਸਨੇ ਉਹ ਪੜ੍ਹਨਾ ਲਿਖਣਾ ਵੀ ਸਿਖਾਇਆ, ਉਹਨਾਂ ਸਵਰਾਂ ਨੂੰ, ਉਹਨਾਂ ਅੱਖਰਾਂ ਦੇ ਸਵਰਾਂ ਨੂੰ, ਉਹਨਾਂ ਦਾ ਮੇਲ ਜੋਲ ਕਰਕੇ ਫਿਰ ਉਹ ਕਵਿਤਾ ਦੇ ਰੂਪ ਵਿੱਚ ਲਿਖਣਾ ਸਿਖਾਇਆ। ਫਿਰ ਉੱਥੇ ਬੈਠ ਕੇ ਤੀਸਰੇ ਗੁਰੂ ਅਮਰਦਾਸ ਜੀ ਨੇ ਤੇ ਬਾਬੇ ਅੰਗਦ ਨੇ, ਦੋਨਾਂ ਜਣਿਆਂ ਨੇ ਬੈਠ ਕੇ ਉੱਥੇ ਉਹ ਜਿੰਨੇ ਵੀ ਕਵਿਤਾਵਾਂ ਸੀਗੀਆਂ ਜਿਹੜੀਆਂ ਬਾਬੇ ਨਾਨਕ ਨੇ ਇਕੱਠੀਆਂ ਕੀਤੀਆਂ, ਸਾਰੇ ਸੰਸਾਰ ਦੀਆਂ, ਸਾਰੇ ਭਗਤਾਂ ਦੀਆਂ, 15 ਭਗਤਾਂ ਦੀਆਂ, ਉਹ ਸਾਰੀਆਂ ਦੀ ਸਾਰੀਆਂ ਨੂੰ ਫਿਰ ਗੁਰਮੁਖੀ ਵਿੱਚ ਲਿਖਿਆ, ਜਿਹੜਾ ਤੀਸਰੇ ਗੁਰੂ ਦਾ ਇੱਕ ਗ੍ਰੰਥ ਜਿਹੜਾ ਹੈ ਉਹ ਬਣਿਆ। ਉਹ ਪਹਿਲਾ ਗ੍ਰੰਥ ਜਿਹੜਾ ਬਣਾਇਆ ਗਿਆ, ਇੱਕ ਐਂਥੋਲੋਜੀ ਆਫ ਪੋਇਟਰੀ, that is done by third ਗੁਰੂ ਅਮਰਦਾਸ ਜੀ, ਉਹਨਾਂ ਨੇ ਆਪਣੇ ਹੱਥ ਨਾਲ ਲਿਖਿਆ। ਫਿਰ ਅਮਰਦਾਸ ਜੀ ਇੱਕ ਦਿਨ ਕਹਿੰਦੇ ਕਿ ਬਾਬਾ ਅੰਗਦ, ਇਹ ਜਿਹੜੀ ਲਿਖਤ ਹੈ ਨਾ, ਇਹ ਤਾਂ ਕਦੀ ਪਾਣੀ ਰੋੜ ਸਕਦਾ ਹੀ ਤੇ ਕਦੀ ਅੱਗ ਸਾੜ ਸਕਦੀ ਹੈ, ਤੇ ਇਹਦਾ ਕੁਝ ਵੀ ਹੋ ਸਕਦਾ ਹੈ, ਇਹ ਸਦੀਵੀ ਨਹੀਂ ਹਨ, ਕਿਉਂ ਨਾ ਅਸਾਂ ਇਹਨਾਂ ਨੂੰ ਮੂੰਹ ਜ਼ਬਾਨੀ ਯਾਦ ਕਰਵਾ ਦਈਏ, ਕਿਉਂ ਨਾ ਇਹ ਲੋਕ ਆਪਣੇ ਸਿੱਖ ਲੈਣ, ਇਹਨੂੰ ਯਾਦ ਕਰ ਲੈਣ, ਇੱਕ ਇੱਕ ਅੱਖਰ ਨੂੰ ਯਾਦ ਕਰ ਲੈਣ। ਮੇਰੇ ਬਾਬੇ ਦੀ ਜਿਹੜੀ ਸੀਨਾ ਬਸੀਨਾ ਜਿਹੜੀ ਹੈ ਸਾਰੀ ਜਿਹੜੀ ਉਹ ਸਾਡੀ ਗੁਰਬਾਣੀ ਹੈ, ਉਹ ਅੱਗੇ ਪਹੁੰਚੇ, ਤਾਂ ਅਸੀਂ ਕਿਉਂ ਨਾ ਕੋਈ ਇਹੋ ਜਿਹਾ ਉਪਰਾਲਾ ਕਰੀਏ। ਤਾਂ ਬਾਬਾ ਆਖਿਓ ਹਾਂ ਕਿਵੇਂ ਕਰਨਾ ਹੈ, ਇਸ ਨੂੰ ਕਿਸ ਤਰ੍ਹਾਂ ਕਰੀਏ। ਉਹ ਕਹਿੰਦੇ ਜੀ ਗੋਇੰਦਵਾਲ 'ਚ ਜਿਹੜੀ ਸਾਡੀ ਜਗ੍ਹਾ ਪਈ ਹੈ, ਉੱਥੇ ਅਸੀਂ ਉਸ ਜਗ੍ਹਾ ਦੇ ਉੱਤੇ ਇੱਕ ਇੰਸਟੀਟਿਊਸ਼ਨ, ਜਿਸ ਦਾ ਨਾਂ ਅਸੀਂ ਗੁਰੂ ਦੁਆਰਾ ਰੱਖਾਂਗੇ। ਇੱਕ ਇੰਸਟੀਟਿਊਸ਼ਨ, it was an institution basically to learn poetry, to remember poetry, जिसको याद करने वास्ते पोएट्री, तो ਉਹਦਾ ਗਾਇਨ 24 ਘੰਟੇ ਗਾਇਨ ਤੇ ਮੂੰਹ ਜ਼ਬਾਨੀ ਯਾਦ ਕਰਨਾ। ਸਾਰੇ ਰਾਗੀ ਇਕੱਠੇ ਕੀਤੇ ਗਏ, ਸਭ ਨੂੰ ਬੁਲਾਵਾ ਦਿੱਤਾ ਗਿਆ ਤੇ ਇੱਕ ਸੁੰਦਰ ਗੁਰਦੁਆਰਾ ਗੋਇੰਦਵਾਲ ਸਾਹਿਬ ਦੇ ਵਿੱਚ ਇੱਕ ਐਸੀ ਇੱਕ ਸਥਾਨ ਬਣਾ ਦਿੱਤਾ ਗਿਆ, ਦੂਸਰੇ ਔਰ ਤੀਸਰੇ ਗੁਰੂ ਦੀ ਦੋਨਾਂ ਦੀ ਕਰ ਕਮਲਾਂ ਦੇ ਨਾਲ। ਉੱਥੇ ਇੱਕ ਗੁਰਦੁਆਰਾ ਸਾਹਿਬ, ਜਿਸ ਨੂੰ ਮੈਂ ਇੰਸਟੀਟਿਊਸ਼ਨ ਕਹਿੰਦਾ, ਪਹਿਲਾ ਇੰਸਟੀਟਿਊਸ਼ਨ, ਦ ਫਸਟ ਇੰਸਟੀਟਿਊਸ਼ਨ ਆਫ ਮਾਈ ਗੁਰੂ ਜੀ ਨਾ, ਮੇਰੇ ਬਾਬਿਆਂ ਦਾ, ਜਿਹੜੇ ਮੇਰੇ ਗੁਰੂਆਂ ਦਾ, ਜਿਹੜੀ ਸਿੱਖਿਆ ਦਾ ਇੱਕ ਸਥਾਨ ਬਣ ਗਿਆ, ਉਹ ਵੱਡਾ ਇੰਸਟੀਟਿਊਸ਼ਨ ਬਣ ਗਿਆ। ਉਹ ਇੱਕ ਐਸਾ ਇੰਸਟੀਟਿਊਸ਼ਨ ਜਿਸ ਦੇ ਵਿੱਚ 24 ਘੰਟੇ ਗੁਰੂ ਕੇ ਪਾਠ, ਗੁਰੂ ਦੀ ਕਵਿਤਾ ਦਾ ਪਾਠ, ਗੁਰੂ ਦੇ ਜਿਹੜੇ ਸ਼ਬਦਾਂ ਦਾ ਪਾਠ, ਰਾਗਾਂ ਦਾ ਗਾਇਨ ਉੱਥੇ ਸ਼ੁਰੂ ਹੋਇਆ। ਮਹਾਰਾਗੀ ਉੱਥੇ ਇਕੱਠੇ ਹੋਏ, ਜਿਨ੍ਹਾਂ ਦੀ ਹੁਣ ਤੱਕ ਸਾਡੇ ਕੋਲ ਜੱਜ ਦੇ ਵਿੱਚੋਂ ਲੋਕ ਬੈਠੇ ਨੇ, ਜਿਹੜੇ ਹੁਣ ਵੀ ਅੱਜ ਵੀ ਅੰਮ੍ਰਿਤ ਵਰਸਾ ਰਹੇ ਨੇ ਸਾਡੇ ਉਹ ਬੰਦੇ, ਉਹਨਾਂ ਦੇ ਜਿਹੜੇ ਅੱਗੋਂ ਬੱਚੇ ਨੇ ਹਨਾ, ਜਿਨ੍ਹਾਂ ਚੋਂ ਭਾਈ ਬਲਦੀਪ ਸਿੰਘ ਜੀ ਇੱਕ ਹੈ, ਸਾਡੇ ਇੱਥੇ ਦਿੱਲੀ ਦੇ ਵਿੱਚ ਹੀ ਨੇ। ਤੇ ਸਾਡੀ ਇਹ ਖੁਸ਼ਕਿਸਮਤੀ ਹੈ ਕਿ ਉਹ ਸਾਡੇ ਵਿੱਚ ਨੇ, ਤੇ ਉਹ ਸਾਰੀ ਟ੍ਰੈਡੀਸ਼ਨ ਨੂੰ ਸਾਨੂੰ ਦੱਸ ਰਹੇ ਨੇ ਕਿਸ ਤਰ੍ਹਾਂ ਦਾ ਹੈਗੀ ਸਾਰੀ ਘਟਨਾ। ਤੇ ਇਸ ਤਰੀਕੇ ਨਾਲ ਇੱਕ ਕਲਾ ਦੀ ਜਿਹੜੀ ਟ੍ਰੈਡੀਸ਼ਨ ਸੀ, ਉਹ ਇਸ ਹੱਦ ਤੱਕ ਉਸ ਦੇ ਵਾਸਤੇ ਇੱਕ ਇੰਸਟੀਟਿਊਸ਼ਨ ਬਣਾਇਆ ਗਿਆ, ਜਿੱਥੇ ਗਾਇਨ ਹੁੰਦਾ ਸੀਗਾ, ਜਿੱਥੇ ਕਵਿਤਾ ਦੀ ਟ੍ਰਾਂਸਲੇਸ਼ਨਸ ਹੋਈਆਂ ਨੇ, ਸਾਰੀਆਂ ਟ੍ਰਾਂਸਕ੍ਰੀਏਸ਼ਨਸ ਵੀ ਹੋਈਆਂ ਨੇ, ਜਿੱਥੇ ਕਿਉਂਕਿ ਅਲੱਗ-ਅਲੱਗ ਭਾਸ਼ਾ ਤੋਂ ਸੀਗੇ, ਭਾਈ ਪੀਪਾ ਜੀ ਦੀ ਅਲੱਗ ਭਾਸ਼ਾ ਸੀ, ਉਧਰੋਂ ਬ੍ਰਿਜ ਭਾਸ਼ੀ ਸੀਗੇ ਆਪਣੇ ਬੇਨੀ ਜੀ, ਕਬੀਰ ਜੀ और रामानंद जी, और ये सब लोग तो साउथ तो सीगे, उधरों बंगाल तो, उड़ीसा तो जयदेव जी सीगे। उन्होंने माफ करना, मेरा गला थोड़ा पिछले दिनों तो खराब है, नहीं तो मैं गा के भी सुनाता आपको आज। तो उत्थे
ਸਰ एक ऐसा चलन, एक ऐसी खूबसूरती कि बाबे ने फिर एक सिद्धार्थ सर सरोवर बनाया। सर ਤੁਸੀਂ ਪਾਣੀ ਪੀ ਲਓ ਆਰਾਮ ਨਾਲ, ਕੋਈ ਗੱਲ ਨਹੀਂ। हाँ जी। ਬੀਬੀ ਖੀਵੀ ਨੇ ਪਹਿਲਾਂ ਹੀ ਖੀਰ ਦਾ ਜਿਹੜਾ ਲੰਗਰ ਸੀ ਉਹ ਸ਼ੁਰੂ ਕਰ ਰੱਖਿਆ ਸੀ। ਲੰਗਰ ਦੀ ਪ੍ਰਥਾ ਸ਼ੁਰੂ ਹੋ ਚੁੱਕੀ ਸੀ ਖਡੂਰ ਸਾਹਿਬ ਵਿੱਚ। ਤੇ ਫਿਰ ਉਹਨਾਂ ਦੀ ਬੇਟੀ ਅਮਰੋ, ਇਹ ਦੋਨਾਂ ਨੇ ਇੱਕ ਬਹੁਤ ਵੱਡੀ ਸੇਵਾ ਆਪਣੇ ਜ਼ਿੰਮੇ ਲਈ ਸੀ। ਇੱਕ ਤਾਂ ਪਾਣੀ ਦੀ ਸੇਵਾ ਕਿ ਖੂਹ ਖੁਦਵਾਇਆ ਬੀਬੀ ਅਮਰੋ ਨੇ, ਜਿਹੜੀ ਅਮਰਦਾਸ ਜੀ ਦੀ ਵਾਈਫ ਵੀ ਸੀਗੀ, ਉਹਨਾਂ ਦੀ ਪਤਨੀ ਸੀਗੀ। ਤੇ ਬੀਬੀ ਖੀਵੀ ਦੂਸਰੇ ਗੁਰੂ ਸਾਹਿਬ ਦੀ ਪਤਨੀ ਸੀਗੀ। ਤੇ ਉਹਨਾਂ ਨੇ ਖੀਰ ਦੀ ਸੇਵਾ ਪਹਿਲਾਂ ਉੱਥੇ ਲੰਗਰ ਸੀ ਸ਼ੁਰੂ ਕੀਤਾ ਸੀਗਾ, ਜਿਹੜਾ ਬਾਅਦ ਚ ਫਿਰ ਬਹੁਤ ਅੱਗੋਂ ਡਿਵੈਲਪ ਕਰ ਗਿਆ ਤੀਸਰੇ ਗੁਰੂ ਸਾਹਿਬ ਦੇ, ਜਦੋਂ ਗੋਇੰਦਵਾਲ ਸਾਹਿਬ ਦੇ ਵਿੱਚ। ਕਿਉਂਕਿ ਉੱਥੇ ਬਹੁਤ ਸਾਰੇ ਰਾਗੀ, ਬਹੁਤ ਸਾਰੇ ਜਿਹੜੇ ਕਵਿਤਾ ਦੇ ਵਿੱਚ, ਜਿਹੜੇ ਸ਼ਬਦਾਂ ਦੇ ਵਿੱਚ ਇੰਟਰਸਟ ਰੱਖਦੇ ਸੀ, ਸਾਰੇ ਲੋਕ ਸੀਗੇ ਉੱਥੇ, ਪੜ੍ਹੇ ਲਿਖੇ ਲੋਕ, ਸਮਝਦਾਰ ਲੋਕ ਉਸ ਖਿੱਤੇ ਦੇ ਸਾਰੇ। ਉਹਨਾਂ ਚੋਂ ਬਹੁਤ ਸਾਰੇ ਮੁਸਲਿਮ ਸੀਗੇ, ਬਹੁਤ ਸਾਰੇ ਹਿੰਦੂ ਸੀਗੇ, ਬੜੇ ਸਾਰੇ ਕਈ ਲੋਕ ਸੀਗੇ ਵੈਦਿਕ ਟ੍ਰੈਡੀਸ਼ਨ ਦੇ ਲੋਕ ਸੀਗੇ, ਸਿੱਧ ਜੋਗੀਆਂ ਦੀ ਟ੍ਰੈਡੀਸ਼ਨ ਚੋਂ ਲੋਕ ਸੀਗੇ, ਬਹੁਤ ਲੋਕ ਸੀਗੇ। ਤੇ ਉਹ ਉੱਥੇ ਸਾਰੇ ਇਕੱਠੇ ਹੁੰਦੇ ਸੀ ਤੇ ਉਹ ਸਾਰਿਆਂ ਨੂੰ ਇੱਕ ਜਗ੍ਹਾ ਨਹਾਉਣ ਦਾ, ਇੱਕ ਜਗ੍ਹਾ ਬੈਠ ਕੇ ਖਾਣ ਦਾ। ਕਮਾਲ ਦੀ ਗੱਲ ਹੈ ਕਿ ਈਵਨ ਨਹਾਉਣ ਵਾਸਤੇ ਵੀ ਇੱਕ ਜਗ੍ਹਾ ਤੇ, ਕੋਈ ਵੱਡਾ ਨਹੀਂ ਹੈ, ਕੋਈ ਛੋਟਾ ਨਹੀਂ ਹੈ, ਨਾ ਕੋਈ ਬ੍ਰਾਹਮਣ ਹੈ, ਨਾ ਕੋਈ ਛੋਟੀ ਜਾਤ ਦਾ ਹੈ, ਨਾ ਕੋਈ ਦੂਸਰਾ, ਨਾ ਕੋਈ ਮੁਸਲਮਾਨ ਹੈ। ਸਾਰੇ ਜਾਣੇ ਇੱਕ ਜਗ੍ਹਾ ਤੇ ਨਹਾਓ, ਖਾਓ, ਪੀਓ, ਸਾਰੇ ਇੱਕ ਪੰਗਤ ਦੇ ਵਿੱਚ, ਇੱਕ ਸੰਗਤ ਸਾਰੀ ਜੁੜ ਕੇ ਬੈਠਣਾ। ਕਿਆ ਕਮਾਲ ਸੀਗਾ ਉੱਥੇ। ਦੇਖੋ, ਸੋਚ ਕੇ ਦੇਖੋ ਤੁਸੀਂ, ਜਸਟ ਇਮੈਜਿਨ ਕਿ ਕਿਤਨੀ ਖੂਬਸੂਰਤ ਬਾਤ ਹੈ ਕਿ ਉੱਥੇ ਨਾ ਕੋਈ ਵੱਡਾ ਹੈ ਨਾ ਛੋਟਾ ਹੈ, ਸਾਰੇ ਜਾਣੇ ਇੱਕ ਜਗ੍ਹਾ ਬੈਠੇ ਹੈ ਤੇ ਇੱਕ ਜਗ੍ਹਾ ਹੀ ਨਹਾ ਰਹੇ, ਇੱਕ ਜਗ੍ਹਾ ਹੀ ਖਾ ਪੀ ਰਹੇ। ਤੇ ਉਹ ਸਾਰੇ ਜਾਣੇ ਸਿਰਫ ਕਰ ਕੀ ਰਹੇ ਨੇ, ਗੁਰੂ ਕੀ ਬਾਣੀ ਯਾਦ ਕਰ ਰਿਹਾ, ਗੁਰੂ ਕੀ ਬਾਣੀ ਦਾ ਗਾਇਨ ਹੋ ਰਿਹਾ, ਗਾਇਨ ਪ੍ਰਵਾਹ ਹੋ ਰਿਹਾ ਤੇ ਸ਼ਬਦਾਂ ਦਾ ਮਹਾ ਪ੍ਰਵਾਹ ਹੋ ਰਿਹਾ। ਔਰ ਇੱਕ ਤੋਂ ਇੱਕ ਵੱਡਾ ਰਾਗੀ ਉੱਥੇ ਖੜਾ, ਉੱਥੇ ਆ ਕੇ ਬੈਠਾ ਤੇ ਮਾਣ ਮਹਿਸੂਸ ਕਰ ਰਿਹਾ ਕਿ ਤੁਸੀਂ ਉਸ ਸਥਾਨ ਦੇ ਉੱਤੇ ਜਾ ਕੇ ਗਾ ਰਹੇ ਹੋ। ਇੱਕ ਇੰਨਾ ਵੱਡਾ ਇੰਸਟੀਟਿਊਸ਼ਨ ਆਪਣੇ ਆਪ 'ਚ, ਇਹ ਕਲਾ ਦਾ ਇੱਕ ਐਡਾ ਵੱਡਾ ਇੰਸਟੀਟਿਊਸ਼ਨ, ਇਮੈਜਿਨ ਕਰੋ। ਤੀਸਰੇ ਗੁਰੂ ਸਾਹਿਬਾਨ ਨੇ ਸ਼ੁਰੂ ਕੀਤਾ ਇੱਕ ਫਸਟ ਐਂਥੋਲੋਜੀ ਆਫ ਪੋਇਟਰੀ, ਜੋ ਉਸ ਵਕਤ ਬਾਬਾ ਨਾਨਕ ਨੇ ਜੋ ਸੰਤਾਂ ਦੀ ਬਾਣੀ ਤੇ ਇਹ ਸਾਰੀ ਜਿਹੜੀ ਉਹਨਾਂ ਦੇ ਹਵਾਲੇ ਕੀਤੀ ਸੀ, ਉਹਦਾ ਇੱਕ ਕੰਪਾਈਲਾਈजेशन ਹੋਇਆ। अब आ जाते हैं चौथे गुरु साहब। चौथे गुरु साहब के बारे में मैं क्या बताऊं आपको, क्या क्या नहीं बताऊं और क्या क्या तो बताऊं। मतलब वो इतने बड़े हैं, वो इतने बड़े हैं, वो इतने बड़े हैं कि उनकी तरफ देखा नहीं जाता। मतलब इतने बड़े हैं वो वो बाबा नानक की तरह बहुत कलावां से भरपूर है, महाकलावां से भरपूर है। मेरा रामदास बाबा कमाल है। बाबा रामदास, एक एक गुरु की बात याद करो ना ढंग से तो ऐसे लगता है यार मेरे मुंह में शब्द तो मेरे बाबे नानक ने डाले हैं। आ जिहड़ी भाषा में बोल रहे हैं किहदी भाषा है, मेरे बाबे दी भाषा। तुसी आप शरदा विच तुसी डुब जांदे हो, मतलब इन्ना ज्यादा तुसी शरदा विच डुब जांदे हो। तुसी इन्ने छोटे ਜਿਹੇ ਹੋ ਕੇ ਖੜੇ ਹੋ ਜਾਂਦੇ ਹੋ, ਉਹ ਬਾਬਾ ਏਡਾ ਵੱਡਾ ਨਾ ਕਿ ਉਹਦੇ ਇੱਕ ਇੱਕ ਸ਼ਬਦ ਜਿਹੜਾ ਤੁਹਾਡੇ ਕਮਾਲ ਸ਼ਬਦ ਹੈ, ਤੁਹਾਡੇ ਮੂੰਹ ਚੋਂ ਸਾਰੇ ਇਹ ਸ਼ਬਦ ਉਸ ਦੇ ਦਿੱਤੇ ਹੋਏ ਸ਼ਬਦ ਨਿਕਲ ਰਹੇ ਨਾ। ਇਹ ਤੁਸੀਂ ਪੰਜਾਬੀ ਬੋਲ ਰਹੇ ਹੋ, ਤੁਸੀਂ ਕਿੰਨੀ ਖੂਬਸੂਰਤ ਭਾਸ਼ਾ ਹੈ ਨਾ। ਤੇ ਉਹ ਉਸ ਭਾਸ਼ਾ ਦੇ ਵਿੱਚ ਮੇਰੇ ਬਾਬੇ ਨੇ ਗਾ ਦਿਆ। ਫਿਰ ਮੇਰੇ ਦੂਸਰੇ ਬਾਬੇ ਨੇ ਜਦੋਂ ਇੱਕ ਇੱਕ ਅੱਖਰ ਲਿਖਿਆ, ਮੈਂ ਅੱਜ ਇੱਕ ਇੱਕ ਅੱਖਰ ਵੀ ਜਦੋਂ ਕਿਤਾਬ ਵਿੱਚ ਲਿਖਦਾ ਨਾ ਪੰਜਾਬੀ ਗੁਰਮੁਖੀ, ਐਂ ਲੱਗਦਾ ਵੀ ਮੇਰੇ ਬਾਬੇ ਨੇ ਮੇਰਾ ਹੱਥ ਫੜ ਕੇ ਮੈਨੂੰ ਲਿਖਵਾਈ ਹੈ। ਇੱਕ ਅੱਖਰ ਵੀ ਪਾਈਏ ਤਾਂ ਐਂ ਲੱਗਦਾ ਮੇਰਾ ਬਾਬਾ ਉਹ ਮੇਰੇ ਨਾਲ ਖੜਾ, ਮੈਨੂੰ ਦੇਖ ਰਿਹਾ। ਫਿਰ ਤੀਸਰਾ ਗੁਰੂ, ਕਿਆ ਕਿਆ ਕਾਰਨਾਮੇ ਹੈ, ਸਭ ਨੂੰ ਇੱਕ ਜਗ੍ਹਾ ਬਿਠਾ ਦੇ। ਇੱਕ ਇੱਕ अमरदास सरोवर नहाते उतरे पाप, तेरा तो टोटल द्वैतवाद खत्म हो गया, तुम अद्वैतवादी हो गए। तुम तो सारा संसार नूं एक देखण लग, सारा संसार एक हो गया तुहाडे वास्ते। मेरे बाबे ने ऐसे ही करामात की है। चौथा गुरु बहुत बड़ा है, रामदास।
ਆਰਕੀਟੈਕਟ ਹੈ ਉਹ। ਹਰਿਮੰਦਰ ਸਾਹਿਬ ਦੀ ਡਿਜ਼ਾਈਨਿੰਗ ਜਦੋਂ ਹੋ ਰਹੀ ਸੀ, ਉਹਦੇ ਵਿੱਚ ਨਾਲ ਖੜਾ ਬੰਦਾ, ਉਹਨਾਂ ਨੇ ਆਪ ਉਹਨੂੰ ਡਿਜ਼ਾਈਨ ਕੀਤਾ ਨਾਲ ਖੜੇ ਹੋ ਕੇ। ਉਹਦੇ ਵਿੱਚ ਬੁੱਧਿਸਟ, ਇਸਲਾਮਿਕ ਔਰ ਹਿੰਦੂ ਟ੍ਰੈਡੀਸ਼ਨਸ ਦੀਆਂ ਜਿੰਨੀਆਂ ਵੀ ਚੀਜ਼ਾਂ ਹੋ ਸਕਦੀਆਂ ਸੀਗੀਆਂ, ਔਰ ਅਕੂਸਟਿਕ, ਸਪੈਸ਼ਲੀ ਡਿਜ਼ਾਈਨ ਅਕੂਸਟਿਕ, ਔਰ 13 ਦੇ ਉੱਤੇ ਵੰਡ ਕੇ ਸਾਰਾ ਦਾ ਸਾਰਾ 13 ਦੀ ਡਿਵੀਜ਼ਨ ਦੇ ਉੱਤੇ ਇੱਕ ਆਰਕੀਟੈਕਚਰ ਨੂੰ ਡਿਵਾਈਡ ਕਰਨਾ। 13 ਦੂਣਾ 26 ਦਾ ਫਰੰਟ, 13 ਤੀਆ 39 ਦਾ ਬੈਕ, ਉਹ 'ਚ 13 ਪਲੱਸ 42 ਦੀ ਇਸ ਤਰ੍ਹਾਂ ਪਿੱਛੋਂ ਲੰਬਾਈ ਹੈ। ਉਚਾਈ ਵੀ 42 ਫੁੱਟ ਹੈ ਜੀ ਪੂਰੀ ਕੀ ਪੂਰੀ। ਤੁਸੀਂ ਖਿੜਕੀਆਂ ਤੋਂ ਲੈ ਕੇ ਦਰਵਾਜ਼ਿਆਂ ਤੱਕ ਜਿਹੜੀ ਮਰਜ਼ੀ ਨਪਤ ਕਰ ਲਓ, 13 ਤੇ ਡਿਵਾਈਡ ਹੁੰਦੇ ਆ। 13 ਦਾ ਜਾਂ ਅੱਧਾ ਹੈ ਜਾਂ 13 ਦਾ ਚੌਥਾ ਹੈ। 13 ਦਾ ਅੱਧਾ 7.5 ਹੈ, ਨਾ 6.5 ਹੈ, ਤੇ 6.5 ਦਾ ਅੱਧਾ 3, 3.25 ਜੋ ਵੀ ਬੈਠਦਾ ਉਹਦੀਆਂ ਖਿੜਕੀਆਂ ਨੇ, ਤੇ ਦਰਵਾਜ਼ੇ ਵੀ ਉਸ ਤਰੀਕੇ ਨੇ, ਸੀੜੀਆਂ, ਪੌੜੀਆਂ, ਜੋ ਕੁਛ ਵੀ ਹੈ, ਜੋ ਵੀ ਫੇਰ ਹੈ, ਜੋ ਪਿੱਛੋਂ ਜਿਹੜੀ ਪਰਿਕਰਮਾ ਦਾ ਏਰੀਆ ਹੈ, ਉਹ ਸਾਰੇ ਦਾ ਸਾਰਾ 13 ਦੇ ਉੱਤੇ ਡਿਵਾਈਡ ਹੈ। ਇਹ ਕਮਾਲ ਦਾ ਡਿਜ਼ਾਈਨ ਹੈ ਵਰਲਡ ਦੇ ਵਿੱਚ। ਤੇ ਇਹ ਡਿਜ਼ਾਈਨ ਬਣਾਇਆ ਕਿਉਂ ਗਿਆ? ਇੱਕ ਗੁਰੂ ਗ੍ਰੰਥ ਰੱਖਣ ਵਾਸਤੇ। ਫਸਟ ਐਗਜ਼ਾਮਪਲ ਆਫ ਆਰਕੀਟੈਕਚਰ, ਦ ਬੈਸਟ ਆਰਕੀਟੈਕਚਰ ਡਿਵਾਈਡਡ ਬਾਈ 13, ਔਰ ਇੰਨਾ ਸੁੰਦਰ ਡਿਜ਼ਾਈਨ। ਪਾਣੀ ਦੇ ਵਿੱਚ ਅਗਨੀ ਔਰ ਪਾਣੀ ਔਰ ਸਾਊਂਡਸ ਤੇ ਸ਼ਬਦਾਂ ਦੀ ਜਿਹੜੀ ਪਰਿਭਾਸ਼ਾ ਕਰਦਾ ਹੋਇਆ ਇੱਕ ਆਰਕੀਟੈਕਚਰ, ਮਹਾ ਆਰਕੀਟੈਕਚਰ। ਸੰਸਾਰ ਦੇ ਬਹੁਤ ਵੱਡੇ ਆਰਕੀਟੈਕਟ ਡਿਜ਼ਾਈਨਸ ਦੇ ਵਿੱਚੋਂ ਇੱਕ ਵੱਡਾ ਡਿਜ਼ਾਈਨ ਹੈ, ਜਿਹੜਾ ਅਗਰ ਮੈਂ ਇਹਦੇ ਉੱਤੇ ਬੋਲਣਾ ਸ਼ੁਰੂ ਕੀਤਾ, ਆਈ ਕੈਨ ਸਪੀਕ ਇਨ ਵੋਲਿਊਮਸ। तो मैं ਇਹਦੇ ਬਾਰੇ ਲਿਖਿਆ ਹੈ ਸਾਰਾ ਡਿਜ਼ਾਈਨ, ਇਸ ਡਿਜ਼ਾਈਨ ਦੇ ਬਾਰੇ ਪੂਰਾ ਲਿਖਿਆ ਹੈ ਮੈਂ ਕੰਪਲੀਟਲੀ ਇਸ ਵਿਸ਼ੇ ਦੇ ਉੱਤੇ। ਤੇ ਪੰਜਵੇਂ ਗੁਰੂ ਨੂੰ ਆਦੇਸ਼ ਦਿੱਤਾ ਗਿਆ ਕਿ ਵੀ ਜਾਓ, ਹੁਣ ਤੁਸੀਂ ਇਹ ਡਿਜ਼ਾਈਨ ਨੂੰ ਪੂਰਤੀ ਕਰੋ, ਉਹਨੂੰ ਤੁਸੀਂ ਬਣਾਓ ਸੁਖਸਰ ਦੇ ਉੱਤੇ। ਸੁਖਸਰ ਇੱਕ ਸਰੋਵਰ, ਜਿਹਨੂੰ ਸੁਖਸਰ ਕਹਿੰਦੇ ਸੀ, ਜਿਹੜਾ ਹੁਣ ਸਰੋਵਰ ਹੈ, ਉਸ ਦੇ ਪਾਸ ਬਾਬਾ ਬੁੱਢਾ ਜੀ ਦੀ ਡਿਊਟੀ ਲਗਾਈ ਗਈ। ਔਰ ਮੇਰਾ ਚੌਥਾ ਗੁਰੂ ਕਿਆ ਮਹਾਕਵੀ ਹੈ, ਮਹਾਗਾਇਕ ਹੈ। ਇੱਕ ਹੋਰ ਚੀਜ਼ ਜੋ ਉਹਨਾਂ ਬਾਰੇ ਨਹੀਂ ਪਤਾ ਲੋਕਾਂ ਨੂੰ, ਉਹ ਇਹ ਕਿ ਉਹ ਹੀ ਵਾਸ ਐਨ ਇਨਲੇ ਆਰਟਿਸਟ। ਉਹ ਪੱਥਰਾਂ ਦੇ ਵਿੱਚ ਪੱਥਰ ਦੀ ਇਨਲੇ ਕਰਕੇ, ਉਹਦੇ ਵਿੱਚ ਉਹਦੀ ਜੜਤ ਕਰਕੇ ਡਿਜ਼ਾਈਨ ਬਣਾਇਆ ਕਰਦੇ ਸੀਗੇ। ਇਹ ਮੇਰੇ ਚੌਥੇ ਗੁਰੂ ਦੀ ਖਾਸੀਅਤ ਸੀਗੀ। ਉਹ ਇੱਕ ਡਿਜ਼ਾਈਨਰ ਤਾਂ ਸੀਗੇ ਹੀ ਸੀਗੇ, ਉਹ ਇੱਕ ਪੱਥਰਾਂ ਦੇ ਵਿੱਚ ਇੱਕ ਸਕਲਪਟਰ, ਇੱਕ ਕਲਾਕਾਰ, ਇੱਕ ਰਿਲੀਫ ਆਰਟ ਅਸੀਂ ਕਹਿੰਦੇ ਉਹਨੂੰ, ਉਹਦੇ ਮਹਾਰਤ ਰੱਖਦੇ ਸੀ। ਉਹ ਮਹਾਨ ਕਲਾਕਾਰ ਸੀ ਉਸ ਚੀਜ਼ ਦੇ, ਜਿਹਦੇ ਬਾਰੇ ਅਸੀਂ ਨਹੀਂ ਗੱਲਬਾਤ ਕੀਤੀ ਕਦੇ। ਅਸੀਂ ਸੰਸਾਰ ਨੂੰ ਦੱਸਿਆ ਨਹੀਂ ਹੈ ਕਿ ਅਸੀਂ ਉਸ ਕਲਾ ਦੇ ਵਿਰਸੇ ਨੂੰ ਬਿਲੋਂਗ ਕਰਦੇ ਹਾਂ। ਅਸੀਂ ਉੱਥੋਂ ਆਏ ਹਾਂ ਭਾਈ, ਸਾਡੀ ਰੂਟ ਤਾਂ ਉੱਥੋਂ ਹੈ। ਸਾਡੀ ਰੂਟ ਤਾਂ ਕਲਾਕਾਰਾਂ ਨਾਲ ਹੈ। ਤੇ ਕਲਾਕਾਰ ਹੋਣਾ ਕੋਈ ਸਿੰਪਲ ਗੱਲ ਨਹੀਂ ਹੈ। ਉੱਥੇ ਯੋਧਾ ਹੋਣਾ ਜ਼ਰੂਰੀ ਹੈ, ਉੱਥੇ ਨਿਰਭੈ ਹੋਣਾ ਬਹੁਤ ਜ਼ਰੂਰੀ ਹੈ, ਉੱਥੇ ਸਰਬੱਤ ਦਾ ਭਲਾ ਸੋਚਣਾ, ਉੱਥੇ ਸੁੰਦਰ ਸੋਚਣਾ, ਸੱਚਾ ਸੁਣਨਾ, ਸੁੱਚਾ ਗੁਣਨਾ, ਸੱਚਾ ਗਾਉਣਾ, ਸੁੱਚਾ ਕਹਿਣਾ, ਉਹਦੀ ਹਿੰਮਤ ਚਾਹੀਦੀ ਹੈ, ਤਾਂ ਤੁਸੀਂ ਕਲਾਕਾਰ ਹੋ ਸਕਦੇ ਆ ਕਿਸੇ ਵੀ ਤਰ੍ਹਾਂ ਦਾ। ਐਵੇਂ ਨਹੀਂ ਹਰ ਕੋਈ ਕਵੀ ਬਣ ਜਾਂਦਾ ਇੱਥੇ ਉੱਠ ਕੇ, ਚੱਕ ਕੇ ਕਲਮ ਚੁੱਕੀ, ਕਿਤਾਬ ਚੁੱਕੀ ਤੇ ਜੋ ਮਰਜ਼ੀ ਲਿਖਦਾ ਤੇ ਮੈਂ ਕਰਕੇ ਲਿਖਤੀਆਂ ਚੀਜ਼ਾਂ, ਐਸੇ ਨਹੀਂ ਹੁੰਦਾ। ਸੋ ਸੌਰੀ ਟੂ ਟਾਕ ਅਬਾਊਟ ਦਿਸ, ਹੈ ਨਾ। ਤਾਂ ਅਸੀਂ ਹੋਰ ਵੱਡੀ ਗੱਲ ਕਰ ਰਹੇ ਹਾਂ ਕਿ ਬਾਬਾ ਮੇਰਾ ਚੌਥਾ ਗੁਰੂ ਤੋਂ ਬਹੁਤ ਬੜਾ ਹੈ। ਉਹ ਇੱਕ ਮਹਾਕਵੀ, ਮਹਾਗਾਇਕ, ਮਹਾ ਐਡਮਿਨਿਸਟ੍ਰੇਟਰ, ਇੱਕ ਇੰਸਟੀਟਿਊਸ਼ਨ ਦਾ, ਬਹੁਤ ਵੱਡੇ ਇੰਸਟੀਟਿਊਸ਼ਨ ਦਾ ਹੋਰ ਫੈਲਾਅ ਕਰਦਾ ਹੈ ਅੱਗੋਂ ਗੋਇੰਦਵਾਲ ਤੋਂ। ਉਹ ਹਰਿਮੰਦਰ ਸਾਹਿਬ ਦਾ ਇੱਕ ਨਮੂਨਾ ਤਿਆਰ ਹੁੰਦਾ ਉੱਥੇ। ਪੰਜਵਾਂ ਗੁਰੂ ਅਰਜਨ, ਉਹਦੇ ਕੀ ਗੁਣ ਗਾਈਏ, ਕਿੰਨਾ ਮਿੱਠਾ ਕਵੀ ਹੈ, ਕਿਤਨਾ ਸੁੰਦਰ ਐਡੀਟਰ ਹੈ, ਵਾਟ ਏ ਬਿਊਟੀਫੁਲ ਐਡੀਟਰ, ਰਾਗਾਂ ਦਾ ਗਿਆਤਾ, ਬਹੁਤ ਸਾਰੇ ਵਾਦ ਯੰਤਰਾਂ ਦਾ ਨਿਰਮਾਣ ਕਰਨ ਵਾਲਾ। ਫਿਰ ਬੀਬੀ ਅਮਰੋ ਦੀ ਜਿਹੜੀ ਇੱਛਾ ਸੀ ਪਾਣੀ ਪਹੁੰਚਾਉਣ ਦੀ, ਸਾਰੀ ਜਗ੍ਹਾ ਦੇ ਉੱਤੇ ਸਾਰੇ ਸੰਸਾਰ ਨੂੰ ਪਾਣੀ ਦੇਣ ਦੀ ਜਿਹੜੀ ਇੱਛਾ ਸੀ,
ਉਸ ਨੂੰ ਪੂਰਨ ਕਰਨ ਵਾਲਾ ਮੇਰਾ ਪੰਜਵਾਂ ਗੁਰੂ ਮੇਰਾ ਬਾਬਾ ਅਰਜਨ, ਜਿਸਨੇ ਸਾਰੀ ਛੋਟੀ ਛੋਟੀ ਬਿਆਸ ਤੋਂ ਤੇ ਸਤਲੁਜ ਤੋਂ ਜਿਹੜੀਆਂ ਛੋਟੀਆਂ ਛੋਟੀਆਂ ਕੱਸੀਆਂ, ਨਹਿਰਾਂ ਤੇ ਖੂਹ ਖੁਦਵਾਉਣ ਦਾ ਕੰਮ ਸ਼ੁਰੂ ਕੀਤਾ। not only singing and writing or ਜਾਂ ਗੁਰਬਾਣੀ ਜਾਂ ਗੁਰੂ ਦੇ ਘਰ ਦੀ ਸੇਵਾ, ਸਿਰਫ ਇਹੀ ਨਹੀਂ, ਇਹ ਲੁਕਾਈ ਵਾਸਤੇ, ਬੂੰਦ ਬੂੰਦ ਪਾਣੀ ਨੂੰ ਤਰਸਦੀ ਲੁਕਾਈ ਵਾਸਤੇ, ਜਿਨ੍ਹਾਂ ਨੂੰ ਪਾਣੀ ਨਹੀਂ ਸੀ ਪ੍ਰਾਪਤ ਹੁੰਦਾ, ਉਹਨਾਂ ਦੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਖੂਹ ਖੁਦਵਾਉਣਾ ਤੇ ਉੱਥੇ ਸਾਰਾ ਇਹ ਕੰਮ ਕਰਨਾ। ਇੱਕ ਵੱਡਾ ਕੰਮ ਜਿਹੜਾ ਮੇਰੇ ਬਾਬੇ ਨੇ ਕੀਤਾ, ਪੰਜਵੇਂ ਗੁਰੂ ਨੇ। ਔਰ ਉਹਨਾਂ ਨੇ ਆਪ ਕਈ ਸਾਰੇ ਵਾਦ ਜੰਤਰ ਬਣਾਏ। ਹੁਣ ਮੈਂ ਕਿਹੜੀ ਕਿਹੜੀ ਗਿਣਤੀ ਕਰਾਂ, ਕਿਉਂਕਿ ਆਪਾਂ ਡਿਟੇਲ ਕਰਦੇ ਕਰਦੇ ਇੱਥੇ ਤਾਂ ਸਾਰੇ ਦਿਨ ਹੋ ਜਾਣਾ, ਕਿਉਂਕਿ ਮੈਨੂੰ 7 ਦਿਨ ਲੱਗੇ ਸੀ ਇਹ ਸਾਰਾ ਲੈਕਚਰ ਕਰਨ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਿੱਚ, ਕਿਉਂਕਿ ਉੱਥੇ ਬੱਚਿਆਂ ਨੇ, ਸਟੂਡੈਂਟਸ ਨੇ ਕਿਹਾ ਨਹੀਂ ਜੀ ਪੂਰੀ ਪੂਰੀ ਡਿਟੇਲ ਕਰੋ ਤੁਸੀਂ, ਇੱਕ ਦਿਨ ਪੂਰਾ ਲਵਾਂਗੇ ਅਸੀਂ। ਠੀਕ ਹੈ, ਅਸੀਂ ਇੱਕ ਇੱਕ ਗੁਰੂ ਦੇ ਉੱਤੇ 2-2 ਦਿਨ ਲਏ ਤੇ ਅਸੀਂ ਉਹਨਾਂ ਦੀਆਂ ਪੂਰੀਆਂ ਡਿਟੇਲਸ ਜਿਹੜੀਆਂ ਸੀਗੀਆਂ, ਪੋਸੀਬਲ ਡਿਟੇਲਸ, ਵਟ ਐਵਰ ਵਾਸ ਪੋਸੀਬਲ। ਤੇ ਹੁਣ ਇਸ ਵਰਚੁਅਲ ਸਪੇਸ ਦੇ ਉੱਤੇ ਉਨੀ ਪੋਸੀਬਿਲਿਟੀ ਨਹੀਂ ਹੈ ਕਿ ਵੀ ਅਸੀਂ ਹੁਣ 5-6 ਦਿਨ ਲੈ ਕੇ ਚੱਲੀਏ ਇਸ ਘਟਨਾ ਨੂੰ। ਤਾਂ ਅਗਰ ਮੈਂ ਤੁਹਾਨੂੰ ਉਹਨਾਂ ਦੇ ਇੱਕ ਇੱਕ ਜੰਤਰ ਬਾਰੇ ਦੱਸਾਂ ਜੋ ਪੰਜਵੇਂ ਗੁਰੂ ਸਾਹਿਬਾਨ ਨੇ ਨਿਰਮਾਣ ਕੀਤੇ, ਜਿਹੜੇ ਵਾਦ ਜੰਤਰ, ਜਿਹੜੇ ਮਿਊਜ਼ੀਕਲ ਇੰਸਟਰੂਮੈਂਟਸ ਬਣਾਏ, ਤਾਂ ਉਹ ਮਹਾਕਲਾ ਦਾ ਨਮੂਨਾ ਹੈ, ਆਪਣੇ ਹੱਥੀਂ ਬੈਠ ਕੇ ਕਰਵਾਏ ਨੇ। ਫਿਰ ਇੰਨੀ ਗੱਲ ਨਹੀਂ ਹੈ, ਇੱਕ ਗੁਰੂ ਗ੍ਰੰਥ ਸਾਹਿਬ ਦਾ ਨਿਰਮਾਣ ਕਰਨਾ ਕਿਵੇਂ ਹੋਇਆ, ਉਹ ਪੇਪਰ ਕਿੱਥੋਂ ਆਇਆ, ਉਸ ਦੇ ਬਾਰੇ ਕਦੇ ਗੱਲ ਨਹੀਂ ਹੋਈ। ਉਹ ਪੇਪਰ ਸਭ ਤੋਂ ਪਹਿਲਾਂ ਬਾਬੇ ਨੇ, ਪੰਜਵੇਂ ਗੁਰੂ ਨੇ ਆਪਣੇ ਸੇਵਾਦਾਰਾਂ ਨੂੰ ਚਾਈਨਾ ਭੇਜਿਆ ਸੀਗਾ ਕਿ ਉੱਥੋਂ ਜਾ ਕੇ ਪੇਪਰ ਬਣਾਉਣ ਦੀ ਟੈਕਨੀਕ ਸਮਝ ਕੇ ਆਓ ਤੇ ਪੇਪਰ ਲੈ ਕੇ ਆਓ, ਜਾਂ ਹੋ ਸਕੇ ਤਾਂ ਕੋਈ ਉੱਥੋਂ ਦਾ ਐਕਸਪਰਟ ਲੈ ਕੇ ਆਓ। ਔਰ ਉਹ ਲੈ ਕੇ ਆਏ ਬਹੁਤ ਦਿਨਾਂ ਦੀ ਯਾਤਰਾ ਤੋਂ ਬਾਅਦ, ਜਦੋਂ ਇਹ ਸਾਰੀਆਂ ਟਰਾਂਸਲੇਸ਼ਨ, ਐਡੀਟਿੰਗਸ, ਇਹ ਸਾਰੀ ਗੱਲ ਸਮਝ ਲਈ ਗਈ, ਹੁਣ ਲਿਖਣ ਦਾ ਮੌਕਾ ਸੀ। ਪਰ ਉਹ ਪੇਪਰ ਇੰਨਾ ਇਹੋ ਜਿਹਾ ਸੀਗਾ, ਚੌਲ ਤੋਂ ਪੇਪਰ ਬਣਦਾ ਸੀ ਉਹ, ਕਿ ਉਹ ਲੁਗ ਲੁਗ ਕਰਦਾ ਸੀ। ਬਾਅਦ ਜਦੋਂ ਬਰਸਾਤਾਂ ਦੇ ਦਿਨਾਂ 'ਚ ਥੋੜ੍ਹਾ ਜਿਹਾ ਉਹਨੂੰ ਟੈਸਟ ਕੀਤਾ ਗਿਆ, ਉਹ ਮੋਇਸਚਰ ਪਕੜਦਾ ਸੀਗਾ। ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਜੈਪੁਰ ਦੇ ਰਾਜੇ ਕੋਲ ਇੱਕ ਕੋਈ ਮੰਗੋਲ ਜੋ ਲੋਕ ਹੈਗੇ ਆ, ਜਿਹੜੇ ਚਾਈਨਾ ਤੋਂ ਹੀ ਅੰਡਰਸਟੈਂਡ ਕਰੀਏ ਉਹਨਾਂ ਨੇ ਟੈਕਨੀਕ, ਪਰ ਉਹ ਜੂਟ ਤੋਂ ਬਣਾਉਂਦੇ ਨੇ ਪੇਪਰ। ਤੇ ਉਹ ਸਾਡੀ ਜਿਹੜੀ ਇੰਡੀਅਨ ਕੰਡੀਸ਼ਨਸ 'ਚ ਗਰਮੀਆਂ ਸਰਦੀਆਂ ਦੇ ਵਿੱਚ ਉਹ ਪੇਪਰ ਜਿਹੜਾ ਹੈ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦਾ। ਉਹ ਫਿਰ ਉੱਥੋਂ ਜੈਪੁਰ ਦੇ ਰਾਜੇ ਨੂੰ ਮਿੰਨਤ ਕਰਕੇ, ਰਿਕੁਐਸਟ ਭੇਜ ਕੇ, ਇੱਕ ਫੈਮਿਲੀ ਦਾ ਇੱਕ ਮੈਂਬਰ ਪਰਿਵਾਰ ਸਮੇਤ ਬੁਲਾਇਆ ਗਿਆ, ਜਿਹਨੂੰ ਇੱਥੇ ਬਿਠਾਇਆ ਗਿਆ ਆਪਣੇ ਬਿਆਸ ਦੇ ਕੰਢੇ, ਤੇ ਉੱਥੇ ਉਸਨੇ ਆ ਕੇ ਪੇਪਰ ਬਣਾਉਣਾ ਸ਼ੁਰੂ ਕੀਤਾ। ਤੇ ਜਿੱਥੇ ਅੱਜ ਬਾਬਾ ਦੀਪ ਸਿੰਘ ਜੀ ਦੀ ਸਮਾਧੀ ਹੈ, ਉਸ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਜਿਹੜੀ ਸ਼ੁਰੂ ਹੋਈ, ਤੇ ਇੱਕ ਇੰਕ ਬਣਾਈ ਗਈ, ਸਪੈਸ਼ਲ ਇੰਕ ਬਣਾਈ ਗਈ ਆਰਟੀਸਨਸ ਦੇ ਨਾਲ ਮਿਲ ਕੇ, ਜਿਹੜੀ ਸੋਨਾ ਵਿੱਚ ਪਾਇਆ ਜਾਂਦਾ ਸੀ, ਕੁਝ ਕਾਰਬਨ ਪਾਈ ਜਾਂਦੀ ਸੀ। ਉਹਦੀ ਪੂਰੀ ਟੈਕਨੀਕ ਜਿਹੜੀ ਹੈ, ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਜਿਹੜਾ ਪੰਜਵੇਂ ਗੁਰੂ ਸਾਹਿਬ ਨੇ ਲਿਖਿਆ ਸੀ, ਉਹਦੇ ਲਾਸਟ ਦੇ ਪੰਨੇ ਵਿੱਚ, ਆਖਰੀ ਪੰਨੇ 'ਚ ਦਾਸ ਨੂੰ ਇਹ ਬੜੀ ਪ੍ਰਾਪਤੀ ਹੋਈ ਹੈ ਇਸ ਗੱਲ ਦੀ ਕਿ ਅਸੀਂ ਪਿਛਲਾ ਪੰਨਾ ਦੇਖ ਸਕੇ ਹਾਂ, ਪੜ੍ਹ ਸਕੇ। ਤੇ ਮੈਂ ਆਪਦੇ ਆਪ ਨੂੰ ਬੜਾ ਧੰਨ ਸਮਝਦਾ ਕਿ ਮੈਂ ਭਾਈ ਉਹ ਜਿਹੜਾ ਪਿਛਲਾ ਪੰਨਾ ਹੈ, ਉਹ ਜਾ ਕੇ ਧੀਰਮਲੀਆਂ ਦੇ, ਜਿਹੜਾ ਇੱਥੇ ਆਪਣੇ ਕਰਤਾਰਪੁਰ ਦੇ ਵਿੱਚ, ਜਿਹੜਾ ਆਪਣਾ ਕਰਤਾਰਪੁਰ ਇੱਥੇ ਜਲੰਧਰ ਕੋਲੇ ਜਿਹੜਾ, ਤੇ ਉੱਥੇ ਜਾ ਕੇ ਅਸੀਂ ਉਹ ਪੜ੍ਹ ਸਕੇ। ਉਹਨਾਂ ਨੇ ਸਾਨੂੰ ਅਲਾਓ ਕੀਤਾ ਵੀ ਪੜ੍ਹ ਲਓ, ਕੋਈ ਗੱਲ ਨਹੀਂ, ਹਨਾ। ਅਸੀਂ 6-7 ਲੋਕ ਸੀਗੇ, ਉਹਨਾਂ ਦੇ ਜਾਣਕਾਰ ਲੋਕ ਸੀਗੇ ਕੋਈ, ਤੇ ਉਹਨਾਂ ਦੇ ਨਾਲ ਜਾ ਕੇ ਅਸੀਂ ਪਿਛਲਾ ਪੰਨਾ ਪੜ੍ਹਿਆ, ਤੇ ਉਹਦੀ ਇੰਕ ਬਣਾਉਣ ਦੀ ਜਿਹੜੀ ਟੈਕਨੀਕ ਲਿਖੀ ਹੈ, ਤੇ ਪੇਪਰ ਕਿੱਥੋਂ ਆਇਆ, ਕਿਵੇਂ ਆਇਆ, ਉਹਦੀ ਜਿਹੜੀ ਸਾਰੀ ਗੱਲਬਾਤ ਹੈ ਉੱਥੇ ਹੈ। ਸੋ ਇਸ ਤਰੀਕੇ ਨਾਲ ਪੇਪਰ ਬਣਿਆ। ਦੇਖੋ ਇਹ ਹੁਣ ਕਿੰਨੀ ਜਿਹੜੀ ਮਟੀਰੀਅਲ ਦੀ ਗੱਲ, ਜਿਹੜੀ ਕਲਾਤਮਕ ਗੱਲ ਹੈ, ਕਿੰਨੀ ਵੱਡੀ ਗੱਲ ਹੈ। ਤੇ ਫਿਰ ਹਰਿਮੰਦਰ ਸਾਹਿਬ ਦੀ ਨਿਰਮਾਣ, ਐਂਡ ਲੈਟ ਮੀ ਟੈਲ ਯੂ, ਹਰਿਮੰਦਰ ਸਾਹਿਬ ਇੱਕ ਕਾਸਟਲੀਐਸਟ ਬੁੱਕ ਜੈਕਟ ਹੈ ਇਸ ਵਰਲਡ ਦੀ, ਔਰ ਪਹਿਲੀ, ਉਹਨੂੰ ਅਸੀਂ ਕਾਸਟਲੀਐਸਟ ਬੁੱਕ ਜੈਕਟ ਕਹਿੰਦੇ ਆ, है ना। वो एक कमाल का स्थान है गुरुओं का, जिथे अकूस्टिक तो है ही, जिथे तुसी गायन करोगे तो तुहानू स्पीकरां दी ते सारी चीज़ां दी जरूरत नहीं है। वो आवाज़ जिन्हें सुननी है उत्थे बैठ के वो
ਸਰੋਵਰ ਦੇ ਕਿਨਾਰੇ ਬੈਠ ਕੇ ਵੀ ਸੁਣ ਸਕਦਾ ਸੀ। ਸਾਨੂੰ ਇਹ ਮੌਕਾ ਪ੍ਰਾਪਤ ਹੋਇਆ ਜਦੋਂ ਸਪੀਕਰ ਨਹੀਂ ਸੀ ਲੱਗੇ ਹੋਏ, ਤੇ ਭਾਈ ਸੁਰਜਨ ਸਿੰਘ ਹੁਣੀ ਤੇ ਭਾਈ ਸੁਮਨ ਸਿੰਘ ਹੁਣੀ ਜਦੋਂ ਉੱਥੇ ਗਾਇਆ ਕਰਦੇ ਸੀ, ਤਾਂ ਭਾਈ ਹਰਨਾਮ ਸਿੰਘ ਹੁਣੀ ਤੇ ਸਾਰੇ ਜਾਣੇ ਜਦੋਂ ਉੱਥੇ ਗਾਇਆ ਕਰਦੇ ਸੀਗੇ, ਤੇ ਸਾਨੂੰ ਇਹ ਮੌਕਾ ਪ੍ਰਾਪਤ ਹੋਇਆ ਬੱਚਿਆਂ ਨੂੰ ਕਿ ਅਸੀਂ ਉੱਥੇ ਬਾਹਰ ਬੈਠ ਕੇ ਵੀ ਸੁਣਿਆ ਹੈ, ਤੇ ਪੂਰੀ ਆਵਾਜ਼ ਸੁਣਾਈ ਦਿੰਦੀ ਸੀ। ਉਹ ਅੰਦਰੋਂ ਅਕੂਸਟਿਕ ਐਸਾ ਹੈ ਉਸ ਗੁੰਬਦ ਦਾ ਤੇ ਉਸ ਜਗ੍ਹਾ ਦਾ। ਸੋ ਇਸ ਤਰੀਕੇ ਨਾਲ ਡਿਜ਼ਾਈਨ ਹੋਇਆ ਸੀ, ਤੇ ਪਾਣੀ ਉਹਨੂੰ ਜਿਹੜਾ ਹੈ ਬਹੁਤ ਅੱਛੇ ਤਰੀਕੇ ਨਾਲ ਡਿਜ਼ਾਈਨ, ਉਸ ਜਿਹੜੀ ਸਾਊਂਡ ਨੂੰ ਬਹੁਤ ਅੱਛੇ ਤਰੀਕੇ ਨਾਲ ਕੰਟਰੋਲ ਕਰਦਾ। ਸਾਰੇ ਤੱਤ ਪੂਰੇ ਹੋ ਗਏ ਸਾਡੇ ਇਸ ਆਰਕੀਟੈਕਚਰ ਦੇ ਵਿੱਚ। ਇੱਕ ਐਂਥੋਲੋਜੀ ਆਫ ਪੋਇਟਰੀ, ਜਿਹਦੇ ਵਿੱਚ 15 ਸੰਤ, 15 ਭੱਟ, 6 ਗੁਰੂ ਸਾਹਿਬਾਨ, ਉਹਨਾਂ ਦੀ ਲਿਖਤ ਉਹਦੇ ਵਿੱਚ ਹੈਗੀ ਹੈ, ਤੇ ਨਾਲ ਦੀ ਨਾਲ 2 ਹੋਰ, ਜਿਹਦੇ ਚ ਭਾਈ ਮਰਦਾਨਾ ਜੀ ਤੇ ਦੂਸਰੇ ਭੀਖਣ ਜੀ ਹੈ, ਸ਼ਾਇਦ ਭੀਖਾ ਜੀ ਹੈ, ਭਾਈ ਭੀਖਾ ਜੀ, ਉਹਨਾਂ ਦੀ ਕੁਝ ਲਾਈਨਾਂ ਉਹਨਾਂ ਦੀਆਂ ਸ਼ਾਮਲ ਨੇ ਇਹਦੇ ਚ। ਤੇ ਟੋਟਲ ਸਮਝ ਲਓ ਤੁਸੀਂ 15 15 30 ਤੇ 6 36 ਤੇ 2 38 ਅਲੱਗ-ਅਲੱਗ ਧਰਮਾਂ ਦੇ ਰਾਈਟਰ ਅਲੱਗ-ਅਲੱਗ ਜਗ੍ਹਾ ਤੋਂ ਨੇ। ਇੱਕ ਪਹਿਲੀ ਐਂਥੋਲੋਜੀ ਆਫ ਪੋਇਟਰੀ ਹੈ ਵਰਡ ਦੀ, ਜਾਂ ਵੈਸੇ ਤਾਂ ਦੂਸਰੀ ਕਹਾਂਗੇ ਕਿਉਂਕਿ ਪਹਿਲੀ ਤੀਸਰੇ ਗੁਰੂ ਸਾਹਿਬਾਨ ਨੇ ਕਰ ਦਿੱਤੀ ਸੀਗੀ, ਪਰੰਤੂ ਇਹ ਜਿਹੜੀ ਹੋਰ ਵੱਡੇ ਰੂਪ ਦੇ ਵਿੱਚ ਜ਼ਿਆਦਾ ਵੱਡੇ ਉਪਰਾਲੇ ਦੇ ਨਾਲ ਬੜੇ ਵਧੀਆ ਤਰੀਕੇ ਨਾਲ ਜਦੋਂ ਕੀਤੀ ਗਈ, ਤੇ ਉਹਦੇ ਵਾਸਤੇ ਇੱਕ ਬਿਲਡਿੰਗ ਬਣਾਈ ਗਈ ਚੌਥੇ ਗੁਰੂ ਸਾਹਿਬਾਨ ਦੇ ਆਦੇਸ਼ ਨਾਲ, ਉਹਨੂੰ ਡਿਜ਼ਾਈਨ ਕਰਕੇ ਪ੍ਰੋਪਰਲੀ, ਤੇ ਉਹਦੇ ਵਿੱਚ ਉਹਦੀ ਜਦੋਂ ਰੱਖਿਆ ਗਿਆ, ਉੱਥੇ ਜਦੋਂ ਦੀ ਪਹਿਲੀ ਪੜ੍ਹਤ ਹੋਈ, ਜਦੋਂ ਬਾਬਾ ਚੌਥਾ ਗੁਰੂ ਆਪ ਬੈਠਾ, ਪੰਜਵਾਂ ਨਾਲ ਬੈਠਾ, ਤੇ ਉੱਥੇ ਜਦੋਂ ਭੱਟ ਨੇ ਗਾਇਆ ਕਿ ਇੱਕ ਅਰਦਾਸ ਪਾਠ ਕੀਰਤ ਪਾਠ ਨੇ ਫਿਰ ਜਦੋਂ ਗਾਇਆ ਪਹਿਲਾ ਸ਼ਬਦ ਉੱਥੇ ਬੈਠ ਕੇ, ਤਾਂ ਮੇਰੇ ਗੁਰੂ ਉੱਥੇ ਬੈਠੇ ਨੇ, ਮੇਰਾ ਸਿਰ ਝੁਕਦਾ। ਮੈਨੂੰ ਪਤਾ ਨਹੀਂ ਕੀ ਹੋ ਜਾਂਦਾ, ਮਤਲਬ ਆਈ ਡੋਂਟ ਨੋ, ਆਈ ਕਾਂਟ ਐਕਸਪਲੇਨ ਇਟ, ਹੈ ਨਾ। ਮੈਂ ਇਸ ਵਕਤ ਹੁਣ ਕੋਈ ਉਸ ਤਰ੍ਹਾਂ ਦੀ ਦਿਖਾਵਾ ਨਹੀਂ ਕਰ ਸਕਦਾ। ਮੈਂ ਸੱਚਮੁੱਚ ਮੇਰੇ ਅੱਖਾਂ ਚੋਂ ਹੰਝੂ ਆ ਜਾਂਦੇ ਆ, ਇਹ ਸਾਰੀ ਸਿਰਫ ਇਮੈਜਿਨ ਕਰਕੇ, ਯਾਰ ਦੇਖੋ ਕੈਸੇ ਬੈਠੇ, ਇੱਕ ਪੂਰੀ ਬਿਲਡਿੰਗ ਬਣਾਈ ਗਈ ਹੈ ਇੱਕ ਮੇਰੇ ਗੁਰੂ ਗ੍ਰੰਥ ਨੂੰ ਰੱਖਣ ਵਾਸਤੇ, ਮੇਰੇ ਗੁਰੂ ਦਾ ਗ੍ਰੰਥ, ਮੇਰੇ ਗੁਰੂ ਦੇ ਸ਼ਬਦਾਂ ਨੂੰ ਉੱਥੇ ਰੱਖਣ ਵਾਸਤੇ, ਉਹਨਾਂ ਮਹਾਨ ਸ਼ਬਦਾਂ ਦੀ ਉੱਥੇ ਦੇਖ ਰੇਖ ਵਾਸਤੇ, ਉਹਨਾਂ ਦੀ ਉੱਥੇ ਹਾਜ਼ਰੀ ਵਾਸਤੇ ਉਹ ਰੱਖੀ ਗਈ ਇੱਕ ਕਿਤਾਬ। ਤੇ ਉੱਥੇ ਮੇਰੇ ਗੁਰੂ ਬੈਠੇ, ਉੱਥੇ ਗਾਇਨ ਹੋ ਰਿਹਾ, ਪਾਠ ਕੀਰਤ ਗਾਇਨ ਕਰ ਰਿਹਾ, ਪਹਿਲਾ ਗਾਇਨ ਉਹਨੇ ਕੀਤਾ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖਿਓ ਸਰਨਾਈ। ਵਾਹ ਕਿਆ ਬਾਤ ਹੈ। ਅੱਜ ਵੀ ਉੱਥੇ ਜਾਈਦਾ ਨਾ, ਜਦੋਂ 2:30 ਵਜੇ ਜਾਇਓ ਮੇਰੇ ਦੋਸਤੋ, ਮੇਰੇ ਪਿਆਰਿਓ, ਕਦੇ ਜਾਇਓ ਰੱਬ ਦੇ ਪਿਆਰਿਓ, ਕਦੇ ਜਾ ਕੇ ਆਨੇ, ਕਦੇ 2:30 ਵਜੇ ਜਾ ਕੇ ਬੈਠੇ 3 ਵਜੇ ਸੁਣਿਓ। ਅੱਜ ਵੀ ਮੇਰਾ ਬਾਬਾ ਨਾਨਕ, ਮੇਰਾ ਚੌਥਾ ਗੁਰੂ, ਮੇਰਾ ਪੰਜਵਾਂ ਗੁਰੂ, ਮੇਰਾ ਦੂਸਰਾ, ਮੇਰਾ ਤੀਸਰਾ, ਸਾਰੇ ਗੁਰੂ ਉੱਥੇ ਬੈਠੇ ਹੁੰਦੇ ਆ। यू कैन सी दैट, उस आत्मा को महसूस कर सकते हो, उतनी खूबसूरती को आज भी। फिर उत्थे सरोवर का पानी पियो मेरे प्यारे हो, कदे जाके आओ ना, क्या खूबसूरत जगह है वो। ये कला की जगह है, कला का जगत है वो, महाकलाकारों की स्थान है वो महायोधियां का स्थान है, वो निर्भयता ਦੇ ਪੁੰਜਾਂ ਦਾ ਸਥਾਨ ਹੈ, ਉਹ ਨਿਰਭੈ ਲੋਕਾਂ ਦਾ ਸਥਾਨ ਹੈ। ਨੌਵਾਂ ਗੁਰੂ ਫਿਰ ਜਦੋਂ ਕਹਿੰਦਾ ਕਿ जिनको प्रेम खेलन का चाहो सिरदर तली गली मरिया हो, जब कहता है, फिर 10वां तो और भी आगे चलता है। हाँ? चलो अब 6वां गुरु है, 6वां गुरु मल है, 6वां गुरु मीरी पीरी का मालिक है, वो मीरी भी है पीरी भी है, दोनों कुछ है। वो फिर उसने जो कमाल किए हैं, जो पानी पहुंचाया उसने अगों अपने पंजवें पिता गुरु का जब आदेश सुन के, जो उसने बाणी का प्रवाह थे होया, और जिस तरीके नाल उन्होंने सेवा की है, मीरी पीरी दी जिहड़ी पूरी पोशाक पहन के और अपनी उस कला नूं दिखाया है, युद्ध की कला नूं ते
ਸੁੰਦਰ ਸਰੀਰ ਦੀ ਕਲਾ ਨੂੰ ਜਦੋਂ ਉਹਨਾਂ ਨੇ ਇੱਥੇ ਦਿਖਾਇਆ, ਉੱਥੇ ਪ੍ਰਗਟਾਵਾ ਕੀਤਾ। ਇਹ ਵੀ ਇੱਕ ਮਹਾਯੋਗ, ਇੱਕ ਮਹਾਕਥਾ ਹੈ। ਸੋ ਇਸ ਦੇ ਬਾਰੇ 'ਚ ਬਹੁਤ ਡਿਟੇਲਸ ਕਦੇ ਹੋਈਆਂ ਨਹੀਂ ਹੈ। ਸਾਡੇ ਇਤਿਹਾਸ ਦੇ ਵਿੱਚ ਗੱਲਾਂ ਹੈਗੀਆਂ, ਪਰੰਤੂ ਕਦੇ ਗੱਲਾਂ ਨਹੀਂ ਕੀਤੀਆਂ ਅਸੀਂ। ਸਾਨੂੰ ਆਹ ਸਾਰੀਆਂ ਗੱਲਾਂ ਕਰਨ ਦੀ ਜ਼ਰੂਰਤ ਹੈ। ਫਿਰ 7ਵੇਂ ਗੁਰੂ ਸਾਹਿਬ ਹੈ। 7ਵਾਂ ਗੁਰੂ ਬਹੁਤ ਸ਼ਾਂਤ ਸੁਭਾਅ, ਹਰ ਰਾਏ ਜੀ ਬਹੁਤ शांत सुभाव, बहुत ही प्यारा इंसान है। क्या डिजाइन करे हैं उसने बिल्डिंग्स के। ग्रीक पेंटਰਾਂ ਨੂੰ ਬੁਲਾ ਕੇ ਪਹਿਲੀ ਵਾਰ ਚਿੱਤਰਕਾਰੀ ਹੋ ਰਹੀ ਹੈ ਬਾਬਾ ਟਲ ਦੀ ਉਸ ਬਿਲਡਿੰਗ ਦੇ ਵਿੱਚ, ਜਿਹੜੀ 7 ਮੰਜ਼ਲੀ ਬਿਲਡਿੰਗ ਸੀ। ਉਸ ਮੀਨਾਰ ਆਫ ਪੀਸਾ ਦੀ ਜਿਹੜੀ ਆਲਮੋਸਟ ਉਸੇ ਤਰੀਕੇ ਦਾ ਇੱਕ ਡਿਜ਼ਾਈਨ ਹੈ, ਛਟਕੋਨਾ ਕਿ ਅਠਕੋਨਾ ਹੈ, ਤੇ ਉਹ ਡਿਜ਼ਾਈਨ ਜਿਹੜਾ ਹੈ ਉਹ 8-7 ਮੰਜ਼ਿਲਾਂ ਖੜੀਆਂ ਨੇ, ਤੇ ਉਹਨਾਂ ਦੇ ਵਿੱਚ ਜਿਹੜੀ ਚਿੱਤਰਕਾਰੀ ਹੋਈ ਹੈ ਉਹ ਗ੍ਰੀਕ ਪੇਂਟਰਾਂ ਨੂੰ ਬੁਲਾ ਕੇ, ਸਿੱਖ ਸਜਾ ਕੇ, ਉਹਨਾਂ ਤੋਂ ਉਹ ਕੰਧ ਚਿੱਤਰਕਾਰੀ ਕਰਵਾਉਣ ਵਾਲਾ ਪਹਿਲਾ ਗੁਰੂ ਸਾਡਾ ਉੱਥੋਂ ਸ਼ੁਰੂ ਹੁੰਦਾ। ਔਰ ਉਹ ਕਮਾਲ ਦੀ ਕਿਰਤ ਹੈ, ਉਹ ਦੇਖਣਯੋਗ ਹੈ। ਮੇਰੇ ਕੋਲ ਲੱਕੀਲੀ ਮੇਰੇ ਕੋਲ ਨੀਚੇ ਵਾਲੀ ਮੰਜ਼ਿਲ ਤੋਂ ਲੈ ਕੇ ਉੱਤੇ ਵਾਲੀ ਮੰਜ਼ਿਲ ਪੂਰੀ ਕੰਪਲੀਟ 1-1 ਇੰਚ ਦੀ ਫੋਟੋਗ੍ਰਾਫ ਮੇਰੇ ਕੋਲ ਹੈਗੀ ਹੈ। ਕਿਉਂਕਿ ਮੈਂ ਜਦੋਂ ਆਰਟ ਕਾਲਜ ਗਿਆ ਸੀ ਚੰਡੀਗੜ੍ਹ, ਤਾਂ ਸਾਨੂੰ ਇੱਕ ਕੋਈ ਦੋਸਤ ਸੀਗਾ, ਉਹਦੇ ਕੋਲ ਕੈਮਰਾ ਸੀਗਾ, ਤੇ ਮੈਂ ਉਹਨੂੰ ਰਿਕੁਐਸਟ ਕੀਤੀ, ਮੈਂ ਤਾਂ ਮੇਰੇ ਕੋਲ ਤਾਂ ਸੀਗਾ ਨਹੀਂ, ਉਹਨੂੰ ਰਿਕੁਐਸਟ ਕੀਤੀ ਕਿ ਯਾਰ ਤੂੰ ਆਹ ਕੰਮ ਕਰ ਲਾ, ਤੇ ਉਹਨੇ ਉਹ ਸਲਾਈਡਾਂ ਖਿੱਚੀਆਂ। ਉਹ ਸਾਰੀਆਂ ਸਲਾਈਡਾਂ ਪਈਆਂ ਨੇ ਹੁਣ ਸਾਡੇ ਇੱਥੇ ਚੰਡੀਗੜ੍ਹ ਦੇ ਵਿੱਚ। ਇੱਕ ਕਮਲਜੀਤ ਕੰਗ ਨਾਮ ਦੇ ਇੱਕ ਇਨਸਾਨ ਨੇ, ਬਹੁਤ ਪਿਆਰਾ ਇਨਸਾਨ ਹੈ, ਉਹਨੇ ਫਿਰ ਇਹ ਸਾਰਾ ਕੰਮ ਕੀਤਾ, ਤੇ ਉਹ ਸਾਰੀਆਂ ਸਲਾਈਡਾਂ ਟੋਟਲ A to Z 1-1 ਇੰਚ ਦੀਆਂ। ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਮੈਨੂੰ ਚਾਂਸ ਮਿਲਿਆ, ਜਿਵੇਂ ਮੇਰੇ ਕੋਲ ਛੋਟੇ ਕੈਮਰਾ ਤੋਂ ਲੈ ਕੇ ਵੱਡਾ ਕੈਮਰਾ ਤੱਕ, ਜਾਂ ਹੁਣ ਤੱਕ ਮੇਰੇ ਕੋਲ ਤਾਂ ਮੋਸਟ ਪ੍ਰੋਫੈਸ਼ਨਲ ਇਕੁਇਪਮੈਂਟ ਹੁੰਦਾ ਨਾ, ਤੇ ਗੁਰੂ ਦੀ ਕਿਰਪਾ ਹੈ। ਤੇ ਉਸ ਹਿਸਾਬ ਨਾਲ ਫਿਰ ਮੈਂ ਸਾਰਾ ਹੁਣ ਜਿੰਨਾ ਬਚਿਆ ਹੋਇਆ ਉਹਦੀ ਫਿਰ ਦੁਬਾਰਾ ਸ਼ੂਟ ਕੀਤੀ ਹੈ। ਇੱਥੋਂ ਤੱਕ ਕਿ ਉਹਦੀਆਂ ਜਿਹੜੀਆਂ ਬੇਸਿਕ ਡਰਾਇੰਗਸ ਨੇ ਉਹ ਸਾਡੇ ਇੱਥੇ GS ਸੋਹਣ ਸਿੰਘ ਫੈਮਿਲੀ ਜਿਹੜੀ ਹੈਗੀ ਆ ਅੰਮ੍ਰਿਤਸਰ ਵਾਲੇ ਕਲਾਕਾਰ ਨੇ, ਉਹ ਜਿਹੜੀ ਕੰਟੀਨਿਊਟੀ ਨੇ, ਉਹ ਜਿਹੜੇ ਬਾਬਾ ਟਲ ਔਰ ਹਰਮੰਦਰ ਸਾਹਿਬ ਦੇ ਅੰਦਰ ਪੇਂਟ ਕਰਨ ਵਾਲੇ, ਚਿੱਤਰਕਾਰੀ ਕਰਨ ਵਾਲੇ, ਉਹਨਾਂ ਕੋਲੋਂ ਸਾਰੀਆਂ ਡਰਾਇੰਗਾਂ ਪਈਆਂ। ਆਲਮੋਸਟ ਆਲ ਦਾ ਡਰਾਇੰਗਸ ਦੇ ਹੈਵ ਇਟ, ਮੋਸਟ ਆਫ them। ਸੋ ਅਸੀਂ ਉਹਨਾਂ ਦੀ ਵੀ ਸਾਰੀ ਕਲੈਕਸ਼ਨ ਫਿਰ ਪ੍ਰੋਪਰ ਉਸ ਤਰੀਕੇ ਨਾਲ ਫੋਟੋਗ੍ਰਾਫੀ ਦੇ ਨਾਲ ਅਸੀਂ ਕੋਸ਼ਿਸ਼ ਕੀਤੀ ਹੈ, ਤੇ ਉਹ ਹੈਗੀ ਹੈ ਇੱਥੇ ਪਈ ਹੈ, ਕਲੈਕਸ਼ਨ ਪਈ ਹੈ, ਸਾਰੇ ਡਿਜ਼ਾਈਨਸ ਕਲੈਕਸ਼ਨ ਪਏ ਹੈ। ਸੋ ਹੁਣ 2 ਮੁੰਡੇ ਆ ਸਾਡੇ, ਸੰਦੀਪ ਔਰ ਇੱਕ ਹੋਰ ਮੁੰਡਾ ਹੈਗਾ ਸਾਡਾ, ਉਹ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਉਹਨਾਂ ਨੇ ਬਹੁਤ ਲੰਬੀ ਚੌੜੀ ਖੋਜ ਕੀਤੀ ਹੈ, ਤੇ ਬੜੀ ਸਾਰੀ ਕਲੈਕਸ਼ਨ ਕੀਤੀ ਹੈ। ਹਰਦੀਪ ਤੇ ਸੰਦੀਪ 2 ਜਣੇ ਨੇ, ਇਹਨਾਂ ਨੇ ਬਹੁਤ ਅੱਛੀ ਉਸ ਦੀ ਕਲੈਕਸ਼ਨ ਕੀਤੀ ਹੈ ਹੁਣ ਸਾਰੀ ਦੁਬਾਰਾ ਤੋਂ ਫੋਟੋਗ੍ਰਾਫੀ ਔਰ ਸਾਰਾ ਕੁਝ। ਸੋ ਧੰਨਵਾਦ ਉਹਨਾਂ ਦਾ ਵੀ, ਤੇ ਉਹਨਾਂ ਨੇ ਬੜੇ ਕਿਰਤੀ ਬੱਚੇ ਨੇ ਸਾਡੇ, ਉਹ ਕੰਮ ਤੇ ਲੱਗੇ ਰਹਿੰਦੇ। ਸੋ ਹੁਣ ਤੁਸੀਂ ਇਹ ਦੇਖੋ ਵੀ 7ਵਾਂ ਗੁਰੂ ਡਿਜ਼ਾਈਨਰ ਹੈ। ਹੁਣ ਕਿਸੇ ਨੂੰ ਨਹੀਂ ਪਤਾ ਹੈ ਕਿ ਉਹ ਹੀ ਵਾਸ ਸੱਚੇ ਡਿਜ਼ਾਈਨਰ, ਆਰਕੀਟੈਕਟ ਤਾਂ ਸੀਗਾ ਹੀ ਸੀਗਾ, ਗੁਰੂ ਕਾ ਗਾਇਨ ਕਰਨੇ ਵਾਲਾ ਤਾਂ ਸੀਗਾ ਹੀ ਸੀਗਾ, ਉਹ ਤਾਂ ਕਰਦੇ ਹੀ ਹੈ ਸਾਰੇ ਗੁਰੂ ਹੈ ਨਾ, ਤੇ ਗੁਰੂ ਦੀ ਸੇਵਾ ਕਰਨ ਵਾਲੇ ਤਾਂ ਸਾਰੇ ਹੀ ਹੈ, ਗੁਰੂ ਦੀ ਜਿਹੜੀ ਪ੍ਰਥਾ ਨੂੰ ਅੱਗੇ ਵਧਾਉਣ ਵਾਲੇ ਤਾਂ ਸਾਰੇ ਹੀ ਹੈ। ਪਰ ਨਾਲ ਦੀ ਨਾਲ ਇਸ ਗੱਲ ਦਾ ਲੋਕਾਂ ਨੂੰ ਬਹੁਤ ਘੱਟ ਪਤਾ ਹੈ ਕਿ ਉਹਨਾਂ ਨੇ ਬਹੁਤ ਸਾਰੇ ਕੱਪੜੇ ਡਿਜ਼ਾਈਨ ਕੀਤੇ, ਕੁੜਤੇ ਡਿਜ਼ਾਈਨ ਕੀਤੇ, ਪਗੜੀਆਂ ਡਿਜ਼ਾਈਨ ਕੀਤੀਆਂ, ਜਿਹੜੀਆਂ ਫਿਰ ਅੱਗੋਂ ਜਾ ਕੇ 10ਵੇਂ ਗੁਰੂ ਸਾਹਿਬਾਨ ਨੇ ਵੀ ਪਾਈਆਂ ਨੇ ਉਸ ਤਰੀਕੇ ਦੇ ਡਿਜ਼ਾਈਨਸ। ਉਹ ਮੁਗਲ ਡਿਜ਼ਾਈਨ ਨਹੀਂ ਹੈ, ਉਹ ਮੁਗਲ ਡਿਜ਼ਾਈਨ ਤੋਂ ਅਲੱਗ ਤਰ੍ਹਾਂ ਦੇ ਕਲੀਆਂ ਵਾਲੇ ਕੁੜਤੇ ਹੈ। ਉਹ ਸਿਲਕ ਦੇ, ਬਹੁਤ ਸੁੰਦਰ ਸਿਲਕ ਦੇ ਕਢਾਈਆਂ ਕੀਤੇ ਹੋਏ ਬਹੁਤ ਸੁੰਦਰ ਕੁੜਤੇ ਹੈ, ਜਿਹੜੇ ਕਿ 7ਵੇਂ ਗੁਰੂ ਸਾਹਿਬਾਨ ਨੇ ਡਿਜ਼ਾਈਨ ਕੀਤੇ। ਉਹਨਾਂ ਬਾਰੇ ਕਦੇ ਗੱਲਬਾਤ ਹੁੰਦੀ ਨਹੀਂ ਹੈ। ਸੋ ਹੀ ਵਾਸ ਅ ਗ੍ਰੇਟ ਡਿਜ਼ਾਈਨਰ। ਦੈਨ 8ਵੇਂ ਗੁਰੂ ਸਾਹਿਬਾਨ ਤੋਂ ਛੋਟੇ, ਅਭੀ ਬਹੁਤ ਉਮਰ ਛੋਟੀ ਸੀਗੀ ਉਹਨਾਂ ਦਾ, ਜ਼ਿਆਦਾ ਗੁਣਾ ਦਾ ਤਾਂ ਹਜੇ ਕੋਈ ਨਹੀਂ ਹੋ ਸਕਿਆ। ਉਹ ਬਹੁਤ ਰੱਬੀ ਰੂਹ ਸੀਗੇ, ਬਹੁਤ ਵੱਡੀ ਰੱਬੀ ਰੂਹ ਸੀਗੇ, ਤੇ ਉਹਨਾਂ ਨੂੰ ਵਾਟਰ ਸੈਂਸ ਬਹੁਤ ਸੀਗੀ। ਜਿੱਥੇ ਵੀ ਉਹ ਦੇਖਦੇ ਸੀ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਇੱਥੇ ਪਾਣੀ ਹੈ, ਤੇ ਉਹ ਆਦੇਸ਼ ਦਿੰਦੇ ਸੀ, ਉੱਥੋਂ ਪਾਣੀ ਨਿਕਲ ਆਉਂਦਾ ਸੀਗਾ। ਜਿਸ ਤਰ੍ਹਾਂ ਹੁਣ ਬੰਗਲਾ ਸਾਹਿਬ ਗੁਰਦੁਆਰਾ ਦਿੱਲੀ ਦੇ ਵਿੱਚ ਜਦੋਂ ਆਏ ਸੀ, ਤਾਂ ਉਸ ਵਕਤ ਇੱਥੇ ਬੜੀ ਐਪੀਡੈਮਿਕ ਫੈਲੀ ਹੋਈ ਸੀਗੀ, ਚੇਚਕ ਦੀ ਐਪੀਡੈਮਿਕ ਫੈਲੀ ਹੋਈ ਸੀ, ਤੇ ਉਹਨਾਂ ਨੇ ਫਿਰ ਉਹ ਕਿਹਾ ਕਿ ਇੱਥੋਂ ਪਾਣੀ ਕੱਢੋ। ਤੇ ਉਹਨਾਂ ਨੇ ਜਦੋਂ ਪਾਣੀ ਕੱਢਿਆ, ਤੇ ਵਿਲ ਯੂ ਬਿਲੀਵ ਮੀ,
इस पानी का pH level, TDS level and bacterial level and all those properties are greatest water, मतलब ਕਮਾਲ ਪ੍ਰੋਪਰਟੀਜ਼ ਹੈ। ਤੇ ਜਦੋਂ ਅਸੀਂ ਹੁਣ ਪਿੱਛੇ ਜੇ ਮੈਂ ਗੰਗਾ ਦੇ ਉੱਤੇ ਕੰਮ ਕਰ ਰਿਹਾ ਸੀਗਾ, ਮੈਂ ਜਦੋਂ ਗਊਮੁਖ ਦੇ ਪਾਣੀ ਦੀ ਜਦੋਂ ਸਾਰੀਆਂ ਪ੍ਰੋਪਰਟੀਜ਼ ਜਦੋਂ ਮੈਂ ਕੱਢੀਆਂ ਸਾਰੀਆਂ ਇਹ ਸਾਇੰਟੀਫਿਕ ਪ੍ਰੋਪਰਟੀਜ਼ ਕੁਝ ਡਾਕਟਰਸ ਦੇ ਨਾਲ ਲੱਗ ਕੇ, ਤਾਂ ਉਸ ਆਲਮੋਸਟ ਸਿਮਿਲਰ ਪ੍ਰੋਪਰਟੀਜ਼ ਹੈ। ਜੇ ਤੁਸੀਂ ਬੰਗਲਾ ਸਾਹਿਬ ਦਾ ਪਾਣੀ ਪੀਓਗੇ ਕਦੇ ਜਾਓ ਤੇ ਜ਼ਰੂਰ ਚੱਕ ਕੇ ਆਓ, ਜ਼ਰੂਰ ਪੀ ਕੇ ਆਓ। ਇਹ ਨਹੀਂ ਮਿਸ ਕਰਨ ਵਾਲੀ ਗੱਲ। ਮੇਰੇ ਘਰ 'ਚ ਮੇਰੇ ਸਟੂਡੀਓ 'ਚ ਅਕਸਰ 2-3 ਬੋਤਲਾਂ ਪਈਆਂ ਹੀ ਰਹਿੰਦੀਆਂ ਕਿ ਜਦੋਂ ਵੀ ਕਦੇ ਲੱਗੇ ਕਿ ਯਾਰ ਅੱਜ ਠੀਕ ਨਹੀਂ ਹੈ, ਮਤਲਬ ਸਹੀ ਨਹੀਂ ਲੱਗ ਰਿਹਾ, ਐਸਿਡਿਟੀ ਹੋ ਰਹੀ ਹੈ ਜਾਂ ਕੁਝ ਬੋਡੀ 'ਚ એનર્ਜੀ ਨਹੀਂ ਹੈ, ਤਾਂ ਇੱਕ ਗਲਾਸ ਭਰ ਕੇ ਪੀ ਲਈਦਾ। मतलब बड़ी कृपा है, क्या पानी है, मतलब क्या मिनरल वाटर, व्हाट अ ग्रेट वाटर ना। ਤੇ ਤੁਸੀਂ ਉਹ ਜ਼ਰੂਰ ਉਹਦਾ ਜ਼ਰੂਰ ਕਦੇ ਟੇਸਟ ਕਰੋ ਉਸ ਪਾਣੀ ਨੂੰ, ਉਹ ਮੇਰੇ ਗੁਰੂ ਦਾ ਪਾਣੀ ਹੈ। ਸੋ ਉਸ ਤੋਂ ਬਾਅਦ ਫਿਰ ਸਾਡੇ ਨੌਵੇਂ ਗੁਰੂ ਲਾਧੋਰੇ ਉਹ ਜਦੋਂ ਲੁਬਾਣੇ ਜਾਂਦੇ ਹੈ ਪਟਨੇ 'ਚ, ਉੱਥੇ ਦੇਖਦੇ ਆ ਇੱਕ ਇਨਸਾਨ, ਬਹੁਤ खूबसूरत इंसान, जो तेग भी उतनी खूबसूरती से चलाता है जिस खूबसूरती से राग जयजयवंती गाता है। क्या राग गाता है कि लोग दुनिया सुनने आती है, मतलब जिन्हें नहीं सुनिया समझो उसने कुछ नहीं सुनिया। इस तरह का प्रचार सीगा सारे हिंदुस्तान दे विच कि जाओ पाटलिपुत्र जाओ, पटने जाओ, सुन के आओ, अगर सुनना है तो किसी को राग गाते हुए। अरे किसी को शब्द सुनने हैं तो उत्थे जाओ, वो गुरुआं दे शब्द गाउंदा है, वो सारे कवियां दे, वो सारे मेरे भगतां दे शब्द गाउंदा है, बहुत कुछ ते आप दे भी गाउंदा है। वो जाओ, उत्थे फिर जांदे लोग दर्शन करने वास्ते। लुभाने भी चले गए, उन्होंने कहा यार ये तो मेरा गुरु मिल गया, गुरु लाधोरे वो ले आए। रिक्वेस्ट की आ जाओ बाबा, ते आके आनंदपुर साहब च स्थापित किया उन्होंने। नौवां गुरु बहुत बड़ा राग गाने वाला है और जयजयवंती राग का खास तौर पे महारत रखने वाला गुरु है, महागुरु है वो रागों का। और क्या शब्दों का जादूगर है। शब्द उसने भी उस रब्बी बानी सुनी है, उसने भी परा की बानी सुनी है, लाइक ऑल अदर गुरुस। क्या कंटिन्यूटी है। फिर 10वां गुरु, 9वें गुरु की शहादत की मैं गल नहीं करांगा इस वक्त इत्थे, क्योंकि ਅਸੀਂ कला की गल कर रहे हैं, पर शहादत की गल भी की जा सकती है क्योंकि ये बहादुरी है। देखो कमाल बहादुरी है, गुरु तेग बहादुर है। वो सारे ही बहादुर है, वैसे तो सारे ही जोधे हैं, सारे ही। बाबा नानक भी जोधा है। कौन है ऐसा जो ਉਹਨਾਂ ਜੰਗਲਾਂ 'ਚ ਤੁਰ ਫਿਰ ਕੇ ਆਵੇ ਜਿੱਥੇ ਉਸ ਵਕਤ ਕੈਨੀਬਲ ਸੀਗੇ, ਕੌਡੇ ਵਰਗੇ ਕਈ ਹੋਰ ਤਰ੍ਹਾਂ ਦੇ ਲੋਕ, ਜਿੱਥੇ ਕੈਨੀਬਲਸ ਰਹਿੰਦੇ ਸੀ, ਉਹਨਾਂ ਦੇ ਵਿੱਚ ਹੋ ਕੇ ਆਇਆ। ਕਿਹੜੀ ਜਗ੍ਹਾ ਤੇ ਹੋ ਕੇ ਆਇਆ, ਲੁਕਾਈ ਕੋ ਘੁੰਮ ਫਿਰ ਕੇ ਆਇਆ। ਕੁਝ ਵੀ ਹੋ ਸਕਦਾ ਸੀਗਾ, ਉਹ ਬਹਾਦਰੀ ਤੋਂ ਬਿਨਾਂ ਨਹੀਂ ਹੋ ਸਕਦਾ ਸੀਗਾ। ਉਹ ਬਹਾਦਰ ਹੈ, ਉਹ ਬਾਬਰ ਦੇ ਸਾਹਮਣੇ ਖੜਾ ਹੋ ਕੇ ਆਪਣੀ ਗੱਲਬਾਤ ਕਰ ਸਕਦਾ ਹੈ, ਉਹ ਆਪਣਾ ਵੰਡ ਛਕਦਾ ਹੈ, ਉਹਨੂੰ ਸਭ ਪਤਾ ਹੈ, ਉਹ ਏਕੇ ਵਿੱਚ ਰਹਿੰਦਾ ਹੈ, ਉਹ ਏਕ ਓਮਕਾਰ ਦੇ ਸਿਰਜਣਾ ਵਿੱਚ ਹੈ, वो अद्वैतवाद विच है। मेरा पहला गुरु, फिर दूसरा, फिर तीसरा, चौथा, क्या क्या गुण गाए। सारे के सारे महाकलाकार हैं, महायोधे हैं। 5वें गुरु की शहादत की बात करें तो वो क्या बात है, नहीं मानते तुम्हारी बात। मेरे गुरु की बात लेके हम चल रहे हैं, मेरे गुरु की बात लेके चल रहे हैं, उसकी एक रूह के साथ हम चल रहे हैं। उनके ये इस शरीर का प्रेम नहीं है हमको, मेरे गुरु के सिखों, उनको डर नहीं है किसी का भी। जो करना है वो करेंगे, जो कहना है वो कहेंगे, वो जो करना है वो करके दिखाया। मेरे 10वें गुरु जैसा योद्धा, जो युद्ध कला द मास्टर, अ ग्रेट स्पिरिचुअल, अ ग्रेट राइटर, जिसने महाबाणी लिखी है, बड़ी सुंदर लिखी है। जिन प्रेम कियो तिन ही प्रभ पायो, कहने वाला बंदा इंसान, एक महायोद्धा, उस ईश्वर का, ईश्वर कोटि इंसान, वो महापरा से हुक्म लेता है, वो परा से हुक्म लेता है, वो इंसान का हुक्म नहीं लेता है।
वो घबराता नहीं है, वो सच्चा है, वो सच के साथ खड़ता है। जो योद्धा है वही कलाकार हो सकता है, जो कलाकार है वही योद्धा हो सकता है, जो कलाकार और योद्धा है वही उस ईश्वर की प्राप्ति को तरफ भी जा सकता है। और ईश्वर की कृपा तो बिना ना कलाकारी हो सकती है, ना योद्धा हो सकता है, ना निर्भयता हो सकती है, ना एक सब ਨੂੰ ਇੱਕ ਜਾਣਨ ਵਾਲਾ ਕੋਈ ਹੋ ਸਕਦਾ, ਨਾ ਵੰਡ ਛਕ ਸਕਦਾ ਹੈ। ਇਹ ਸਿਰਫ महायोद्धा और महाकलाकार कर सकता है। मेरा सिख धर्म, मेरे गुरुओं का धर्म कला का धर्म है, महाकला का धर्म है। उस महाकला परा, महाकला भरपूर जी वो परा है, जो वो ईश्वर है, जो परा है, उस दे नाल भिज्या होया मेरा गुरुओं का सिख है आज की डेट च। ते तुसीं ये देख सक रहे हो कि अज भी साडे गुरुद्वारियां विच ना कोई हिंदू ना कोई मुसलमान, मानस की जात सभा एक पहचान दो, वंड छकना, किरत करना, ये सब कुछ खूबसूरती है, ये एस्थेटिक है, ये खूबसूरती है, कला है। और गायन 24 घंटे का गायन है, प्रवाह, गायन प्रवाह, शब्दों का प्रवाह हो रहा मेरे गुरु के घर च। द मोस्ट रिसेंट, द मोस्ट ब्यूटीफुल, द मोस्ट, जिसको हम कहें जीवन जांच, अज इस संसार दे विच अगर जरूरत है तो इस तरह के सारे धर्म की जरूरत है। यही एक मॉडल है, यही एक मॉडल है मनुखता का, यही एक मॉडल है सारी पॉलिटिक्स का भी अगर हो सकता है। मेरे पंजाब च अगर यह 5 तत्तां वाली पॉलिटिक्स ते 5 तत्तां वाली मनुखता का असी अगर कोई स्थापना कर सकीए तो महानतम गल हो सकती है, पॉसिबिलिटी है। मेरे गुरु नानक का मॉडल एक है, सब एक है, मानस की जात सब एक पहचान वो, ना को हिंदू ना को मुसलमान, ना कोई छोटा ना कोई बड़ा, यहाँ सब एक है। अद्वैतवाद है, अद्वैतवाद है, सर्वत्र का भला, सर्वत्र का भला। किरत करना, मन से किरत करना, अपना गुजारा भी करना, दूसरों के लिए भी करना, वंड छकना। वंड छकने में हमने, मेरे गुरु के सिखों ने बहुत वंड के तो बहुत अच्छा छका है, परंतु अपना ज्ञान को, अपनी बात को पूरी तरह से बांटा नहीं है। बस इतनी एक बात मेरी थोड़ी सी, असी बस वो नहीं वंडिया। अज मेरे मेरे गुरु दे बच्चों नूं पंजाबी बोलनी नहीं आती ढंग नाल, मेरे गुरु दे बच्चों नूं पंजाबी लिखनी नहीं आती ना, असी वो नहीं वंड के छकिया। बस काश असी वो वंड लेंदे। साडे प्रथा सी उरे कि ਜਦੋਂ ਤੁਸੀਂ ਪਹਿਲਾ ਅੱਖਰ ਪਾਉਣਾ ਹੈਗਾ ਤੇ ਕਲਮ ਸਰ ਜਾ ਕੇ ਪਾ ਕੇ ਆਓ, ਜਿੱਥੇ ਬਾਬੇ ਗੁਰੂ ਗੋਬਿੰਦ ਨੇ ਵਰਸ਼ਿਆਂ ਨਾਲ ਲਿਖਿਆ ਸੀ ਊੜਾ ਅੜਾ, ਤੇ ਮੈਨੂੰ ਮੇਰੇ ਪਿਤਾ ਜੀ ਮੇਰੇ ਉਂਗਲ ਫੜ ਕੇ ਰੇਤੇ ਦੇ ਵਿੱਚ ਲਿਖਵਾ ਕੇ ਆਏ ਸੀ, ਉੱਥੇ ਹੀ ਡੱਲਿਆਂ ਵਾਲੇ ਜਿੱਥੇ ਕਲਮਸਰ ਗੁਰਦੁਆਰਾ ਮੰਡੀ ਸਾਬੋ ਦੇ ਵਿੱਚ ਪਹਿਲਾ ਅੱਖਰ ਮੈਨੂੰ ਮੇਰਾ ਉਂਗਲ ਫੜ ਕੇ ਤੇ ਇੱਕ ਕਲਮ ਫੜ ਕੇ ਫਿਰ ਬਾਅਦ ਚ ਉਹ ਰੇਤੇ ਤੇ ਊੜਾ ਅੜਾ ਲਿਖਵਾਇਆ ਸੀ ਮੇਰੇ ਤੋਂ। ਸਾਡੇ ਤਾਂ ਇਹ ਪ੍ਰਥਾ ਸੀ। ठीक है, वो भी कोई गल नहीं, ये फिर दोबारा हो सकती है गल बड़े, पर असी कीती नहीं, असी वो नहीं वंड नहीं सकिया। बस बाकी असी सारा कुछ ठीक कर रहे हैं ते सानू सारा संसार, सारा समाज शायद सानू योद्धियां दा एक रिलीजन समझते हैं भी ये योद्धे ने, पंजाबी ये सिख तो योद्धे ने, लड़ाई करने वाले ने। ओ भाई मैं कहना योद्धे ही कलाकार हो सकते हैं और कलाकार ही योद्धे हो सकते हैं, दूजे बाकी सारे एवं ही नहीं हो सकते। तुसी बिना योद्धा होए, बिना बहादुर होए, बिना निडरता के और बिना सारी लुकाई नूं एक समझे, सरबत दा भला समझे, तुसी ना कवि हो सकते हो, ना तुसी चित्रकार हो सकते हैं, ना तुसी लड़ाई कर सकते हैं, ना तुसी बहादुर हो सकते हैं, कुछ नहीं। मैं फिर कहना एक महायोद्धा ही महाकलाकार हो सकता है और महाकलाकार ही एक महायोद्धा हो सकता है, क्योंकि युद्ध भी एक महाकला है जो साडे गुरुआं ने सानू सिखाई है। बस मैं अज इन्ना ही बोलना। थैंक यू वेरी मच, धन्यवाद।
ਵਾਹਿਗੁਰੂ ਭਲੀ ਕਰੇ, ਸਾਰਿਆਂ ਦਾ ਭਲਾ ਕਰੇ, ਸਰਬੱਤ ਦਾ ਭਲਾ ਹੋਏ, ਸਾਰੀ ਦੁਨੀਆ ਮਹਾ ਸ਼ਾਂਤੀ ਚ ਨੂੰ ਪ੍ਰਾਪਤ ਹੋਏ। ਬਸ ਮੈਂ ਇੰਨਾ ਹੀ ਕਹਿਣਾ। ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸਰ। ਤੁਸੀਂ ਅੱਜ ਸਮਾਂ ਕੀਲਤਾ, ਬਿਲਕੁਲ ਐਵੇਂ ਲੱਗਦਾ ਸੀ ਜਿਵੇਂ ਤੁਸੀਂ ਉਹ ਦੇਖ ਰਹੇ ਆ ਤੇ ਸਾਨੂੰ ਦਿਖਾ ਰਹੇ ਹੋ। ਜਿਸ ਤਰ੍ਹਾਂ ਤੁਸੀਂ ਬੋਲ ਰਹੇ ਸੀ ਨਾ, ਐਵੇਂ ਲੱਗਦਾ ਸੀ ਜਿਵੇਂ ਉਹ ਦ੍ਰਿਸ਼ ਤੁਹਾਡੇ ਸਾਹਮਣੇ ਸਾਕਸ਼ਾਤ ਹੋਣ ਤੇ ਅਸੀਂ ਤੁਹਾਡੇ ਨਜ਼ਰੀਏ ਨਾਲ ਉਹ ਦ੍ਰਿਸ਼ ਦੇਖ ਰਹੇ ਸੀ। ਜਿਸ ਤਰ੍ਹਾਂ ਤੁਸੀਂ ਗੁਰੂ ਪੀਰੀਅਡ ਨੂੰ ਚਿਤਰਿਆ ਨਾ, ਮਤਲਬ ਅਸੀਂ ਬਹੁਤ ਵਾਰੀ ਆਪਾਂ ਸਿੱਖ ਇਤਿਹਾਸ ਪੜ੍ਹਦੇ ਹਾਂ, ਪਰ ਜਿਸ ਤਰੀਕੇ ਨਾਲ ਤੁਸੀਂ ਅੱਜ ਇੱਕ ਇੱਕ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ, ਜਿਵੇਂ ਕਲਾ ਦੇ ਪੱਖ ਤੋਂ ਜਿਹੜੀਆਂ ਤੁਸੀਂ ਉਹਨਾਂ ਦੀਆਂ ਗੱਲਾਂ ਕੀਤੀਆਂ, ਖਾਸ ਕਰਕੇ ਜਿਵੇਂ ਉਹ ਲਿਪਿਕਾਰ ਦੇ ਤੌਰ ਤੇ, ਆਰਕੀਟੈਕਟ ਦੇ ਤੌਰ ਤੇ, ਸ਼ਾਇਰ ਗਾਇਕ ਦੇ ਤੌਰ ਤੇ, ਕੰਧ ਚਿੱਤਰਕਾਰੀ 'ਚ ਜਿਹੜਾ ਉਹਨਾਂ ਨੂੰ ਇੰਨੀ ਮੁਹਾਰਤ ਸੀ, ਕੱਪੜਿਆਂ ਦੀ ਡਿਜ਼ਾਇਨਿੰਗ ਜਾਂ ਧਰਤੀ ਦੇ ਵਿੱਚ ਪਾਣੀ ਹੋਣ ਦੀ ਸੋਝੀ, ਸ਼ਸਤਰ ਵਿੱਦਿਆ, ਮਤਲਬ ਹਰ ਇੱਕ ਚੀਜ਼ ਜਿੱਦਾਂ ਤੁਸੀਂ ਨਿੱਕੀ ਨਿੱਕੀ, ਜਿਸ ਤਰ੍ਹਾਂ ਪਹਿਲੇ ਗੁਰੂ ਸਾਹਿਬ ਤੋਂ ਲੈ ਕੇ 10ਵੇਂ ਗੁਰੂ ਤੱਕ ਤੁਸੀਂ ਕੰਪਲੀਟ ਕਰ ਦਿੱਤੀ। ਜਿੱਥੇ ਜਿੱਥੇ ਵੀ ਕੋਈ ਖੱਪਾ ਸੀ, ਜਦੋਂ ਖੱਪਾ ਸੀ, ਤੁਸੀਂ ਟਾਈਮ ਦੇ ਨਾਲ ਉਹ ਬਿਲਕੁਲ ਐਂਡ ਤੱਕ ਇੰਝ ਕੰਪਲੀਟ ਕਰ ਦਿੱਤੀ। ਔਰ ਉਹ ਇੰਨੀ ਖੂਬਸੂਰਤ ਚੀਜ਼ ਹੈ ਜਿਹੜੀ ਸ਼ਾਇਦ ਇੱਕ ਚਿੱਤਰਕਾਰ ਹੀ ਕਰ ਸਕਦਾ ਸੀ, ਅਸੀਂ ਨਹੀਂ ਕਰ ਸਕਦੇ ਸੀ। ਤੁਸੀਂ ਸੱਚਮੁੱਚ ਸਾਨੂੰ ਚਿੱਤਰ ਦਿਖਾਏ ਅੱਜ, ਔਰ ਬਿਲਕੁਲ ਹਰ ਇੱਕ ਚਿੱਤਰ ਬਿਲਕੁਲ ਸਾਕਸ਼ਾਤ ਸਾਡੀਆਂ ਨਜ਼ਰਾਂ ਸਾਹਮਣੇ ਵੀ ਹੈ। ਤੇ ਜਿਸ ਤਰ੍ਹਾਂ ਤੁਸੀਂ ਵਿੱਚ ਵਿੱਚ ਵੈਰਾਗ ਚਾਹੁੰਦੇ ਸੀ, ਜਿਸ ਫਕੀਰੀ ਦੇ ਅੰਦਾਜ਼ 'ਚ ਤੁਸੀਂ ਬੋਲਦੇ ਹੋ, ਉਹਦੇ 'ਚ ਸੱਚੀ ਐਵੇਂ ਹੈ ਕਿ ਜਿਹੜਾ ਤੁਸੀਂ ਆਪਣਾ ਨਾਮ, ਜਿਹੜਾ ਤੁਹਾਡਾ ਸਿਧਾਰਥ ਹੈ, ਤੁਸੀਂ ਉਹਨੂੰ ਜਸਟੀਫਾਈ ਕਰਦੇ ਹੋ। ਤੁਹਾਨੂੰ ਇਹ ਨਾਮ ਏਦਾਂ ਹੀ ਨਹੀਂ ਮਿਲਿਆ ਤੁਹਾਡੇ ਗੁਰੂ ਵੱਲੋਂ, ਕਿਉਂਕਿ ਤੁਸੀਂ ਸੱਚਮੁੱਚ ਹੀ, ਤੁਹਾਡੀ ਜਿਹੜੀ ਰੂਹ ਵੀ ਹੈ ਉਹਦੇ ਵਿੱਚੋਂ ਇਹ ਚੀਜ਼ਾਂ ਜਿਹੜੀਆਂ ਉਹ ਨਜ਼ਰ ਆਉਂਦੀਆਂ ਨੇ। ਸਾਨੂੰ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਸਰ, ਤੁਸੀਂ ਸਾਡੇ ਨਾਲ ਜੁੜੇ। ਅਸੀਂ ਸੱਚਮੁੱਚ ਬਹੁਤ ਜ਼ਿਆਦਾ ਧੰਨਵਾਦੀ ਹਾਂ ਤੁਹਾਡੇ ਤੇ ਸਰ ਕੁਝ ਕਮੈਂਟਸ ਆਏ ਨੇ, ਮੈਂ ਪਹਿਲਾਂ ਉਹਨਾਂ ਵਿੱਚੋਂ ਕੁਝ ਕਮੈਂਟ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਕਮੈਂਟ ਜੀ ਜੀ। ਡਾਕਟਰ ਸਕੂਨ ਸਿੰਘ। ਹਾਂਜੀ ਸਰ, ਡਾਕਟਰ ਸਕੂਨ ਸਿੰਘ ਵੱਲੋਂ ਇੱਕ ਕਮੈਂਟ ਹੈ, ਤੁਸੀਂ ਮਹਿਜ਼ ਬੁੱਧੀ ਨਾਲ ਗੁਰੂ ਨੂੰ ਨਹੀਂ, ਪਿਆਰ ਨਾਲ ਜਾਣਿਆ, ਤੁਸੀਂ ਹੱਡ ਹੰਡਾਇਆ, ਤੁਸੀਂ ਬਹੁਤ ਉੱਤਮ ਵਿਚਾਰਿਆ। ਮੈਨੂੰ ਲੱਗਦਾ ਜੋ ਮੈਂ ਸ਼ਾਇਦ ਸ਼ਬਦਾਂ 'ਚ ਨਾ ਕਹਿ ਪਾਵਾਂ, ਉਹ ਬਿਲਕੁਲ ਇਹਨਾਂ ਸ਼ਬਦਾਂ ਦੇ ਵਿੱਚ ਜਿਹੜਾ ਮੈਡਮ ਨੇ ਚਿੱਤਰ ਕੇ ਤੁਹਾਡੇ ਸਾਹਮਣੇ ਰੱਖ ਦਿੱਤਾ। ਸੱਚਮੁੱਚ ਸਰ, ਇੱਕ ਅਸੀਂ ਵੀ ਇੱਕ ਅਵਸਥਾ 'ਚ ਸੀ ਤੁਹਾਨੂੰ ਸੁਣਦਿਆਂ ਹੋਇਆਂ, ਸਾਨੂੰ ਵੀ ਇੱਕ ਐਵੇਂ ਦੀ ਅਵਸਥਾ ਫੀਲ ਹੁੰਦੀ ਸੀ ਜਿੱਥੇ ਸਾਨੂੰ ਲੱਗਦਾ ਸੀ ਅਸੀਂ ਇੱਥੇ ਨਹੀਂ ਹਾਂ, ਅਸੀਂ ਸ਼ਾਇਦ ਉਸ ਟਾਈਮ ਪੀਰੀਅਡ ਦੇ ਵਿੱਚ ਬੈਠੇ ਹੋਈਏ। ਜਿੱਦਾਂ ਤੁਸੀਂ ਬਾਬਾ ਨਾਨਕ ਬਾਰੇ ਦੱਸਿਆ ਕਿ ਜਦੋਂ ਖੂਹ ਲਵਾਉਂਦੇ ਨੇ, ਉਹ ਕਿੰਨਾ ਉਧਰ ਕਿਹੜੇ ਦੱਖਣ ਵੱਲ ਕੀ ਹੈ, ਏਦਾਂ ਕੀ ਹੈ, ਇੱਥੇ ਕੀ ਹੈ, ਉਹ ਬਿਲਕੁਲ ਇੱਕ ਜਿਹੜਾ ਦ੍ਰਿਸ਼ਟਾਂਤ ਇਸ ਤਰੀਕੇ ਦਾ ਸੀ ਕਿ ਉਹ ਸ਼ਬਦੀ ਦ੍ਰਿਸ਼ਟਾਂਤ ਇੰਨਾ ਖੂਬਸੂਰਤ ਹੈ ਕਿ ਉਹ ਚਿੱਤਰ ਕ੍ਰੀਏਟ ਕਰਦਾ। ਤਾਂ ਸੱਚਮੁੱਚ ਅੱਜ ਜਿਹੜਾ ਸਮਾਂ ਬਹੁਤ ਖੂਬਸੂਰਤ ਸੀ। ਤੇ ਸਰ ਅਸੀਂ ਤੁਹਾਨੂੰ ਅੱਗੇ ਵੀ ਸੁਣਦੇ ਰਵਾਂਗੇ। ਤੁਸੀਂ ਇੱਕ ਗੱਲ ਕੀਤੀ ਕਿ ਤੁਸੀਂ 7 ਦਿਨ ਦਾ ਲੈਕਚਰ ਕੀਤਾ ਸੀ, ਤਾਂ ਨਾਲ ਹੀ ਇੱਕ ਕਮੈਂਟ ਆ ਗਿਆ ਸੀ ਕਿ ਅਸੀਂ 7 ਦਿਨ ਸੁਣਨ ਨੂੰ ਤਿਆਰ ਹਾਂ, ਤੁਸੀਂ ਸਾਨੂੰ ਸਮਾਂ ਦਿਓ, ਅਸੀਂ 7 ਦਿਨ ਸੁਣਨ ਨੂੰ ਤਿਆਰ ਹਾਂ। ਤਾਂ ਸਰ ਮਤਲਬ ਬਿਲਕੁਲ ਜਿਹੜਾ, ਤਿਆਰ। ਨਹੀਂ ਬਿਲਕੁਲ ਜੀ, ਅਸੀਂ ਤੁਹਾਨੂੰ ਦੁਬਾਰਾ ਖੇਚਲ ਦਿਆਂਗੇ, ਕਿਉਂਕਿ ਜਿਸ ਤਰੀਕੇ ਨਾਲ ਅਸੀਂ ਤੁਹਾਨੂੰ ਸੁਣਿਆ, ਅਜੇ ਮੈਨੂੰ ਲੱਗਦਾ ਬਹੁਤ ਕੁਝ ਹੋਰ ਹੈ ਜਿਹੜਾ ਅਸੀਂ ਤੁਹਾਡੇ ਤੋਂ ਸੁਣਨਾ ਚਾਹੁੰਦੇ ਹਾਂ, ਤੇ ਇਸ ਕਰਕੇ ਅਸੀਂ ਦੁਬਾਰਾ। ਡਿਟੇਲਸ। ਜੀ ਬਿਲਕੁਲ ਸਰ, ਜਿਹੜੇ ਸਾਡੇ ਨਾਲ ਸਰੋਤੇ ਜਿਹੜੇ ਜੁੜੇ ਹੁੰਦੇ ਨੇ, ਸਾਡੇ ਜਿਹੜੇ ਦਰਸ਼ਕ ਨੇ, ਅਸੀਂ ਥੋੜਾ ਜਿਹਾ ਉਹਨਾਂ ਦੇ ਇੱਕ ਵਾਰੀ ਨਾਮ ਲੈਣੇ ਹੁੰਦੇ ਆ, ਜਿਨ੍ਹਾਂ ਨੇ ਤੁਹਾਨੂੰ ਸ਼ੁਰੂ ਤੋਂ ਲੈ ਕੇ ਜੀ ਐਂਡ ਤੱਕ ਸੁਣਿਆ। ਮੈਂ ਉਹਨਾਂ ਦੇ ਨਾਮ ਜ਼ਰਾ ਬੋਲਦਾ। ਤਰਲੋਚਨ ਸਿੰਘ, ਜੀ ਰਮਨਦੀਪ ਸਿੰਘ, ਹਰਪੇਲ ਸਿੰਘ, ਹਰਪਾਲ ਸਿੰਘ, ਸੁਰਿੰਦਰ ਖੰਨਾ, ਗੁਰਬਚਨ ਸਿੰਘ ਸਾਗਰੀ, ਪ੍ਰਿੰਸੀਪਲ ਅਰਵਿੰਦਰ ਸਿੰਘ, ਰਵਿੰਦਰ ਸਿੰਘ, ਰਾਮ ਸਿੰਘ, ਪ੍ਰੀਤੀ ਸਰਨਾ, ਮੈਡਮ ਸਕੂਨ ਸਿੰਘ, ਡਾਕਟਰ ਹਰਜਿੰਦਰ ਸਿੰਘ ਸੇਖੋਂ, ਕੁਲਵੀਰ ਕੌਰ, ਸੁਨੀਲ ਕੁਮਾਰ, ਰੁਪਿੰਦਰ ਸਿੰਘ, ਚਰਨਜੀਤ ਮਾਨ, ਅਜੀਤ ਸਿੰਘ, ਪਰਮਿੰਦਰ ਸਿੰਘ, ਡਾਕਟਰ ਪਵਨ ਸ਼ਰਮਾ, ਧਰਮਿੰਦਰ ਸਿੰਘ, ਜੈਕ ਸਰੈਨ, ਬਲਵਿੰਦਰ ਸ਼ਰਮਾ, ਸੁਰਿੰਦਰ ਮੋਹਨ ਸਿੰਘ ਸਿੱਧੂ, ਗੁਰਪ੍ਰੀਤ, ਅਮਰਿੰਦਰ ਸਿੰਘ, ਦਵਿੰਦਰ ਸਿੰਘ ਭੁੱਲਾਰਾਈ, ਸੋਨੀ ਖੰਨਾ, ਰੈਬੀ ਸਿੰਘ, ਪਰਮਿੰਦਰ ਸੋਢੀ ਸਰ ਜਾਪਾਨ ਤੋਂ, ਭੁਪਿੰਦਰ ਸਿੰਘ, ਦਿਦਾਰ ਸਿੰਘ ਛੇਤਰਾ, ਡਾਕਟਰ ਪਵਨ ਸ਼ਰਮਾ, ਗੁਰਪ੍ਰੀਤ, ਲਖਵੀਰ ਸਿੱਧੂ, ਸੋਨੀ ਖੰਨਾ, ਹਰਮੇਲ ਸਿੰਘ, ਰਾਜਨਦੀਪ ਕੌਰ, ਗੁਰਦੀਪ ਸ਼ਰਮਾ, ਪ੍ਰੋਫੈਸਰ ਸ਼ਾਮ ਸਿੰਘ ਮਸਤਗੜ੍ਹ, ਡਾਕਟਰ ਅਕਾਲ ਅੰਮ੍ਰਿਤ ਗਿੱਲ, ਡਾਕਟਰ ਪਵਨ ਸ਼ਰਮਾ,
ਜਸਵੰਤ ਸਿੰਘ, ਜੀਵਨ ਸੰਗਮ, ਹਰਜਿੰਦਰ ਕੌਰ, ਕਮਲੇਸ਼, ਤਰਨਦੀਪ, ਰਾਜਕੁਮਾਰ ਹੰਸ ਸਰ ਵੀ ਸਾਡੇ ਨਾਲ ਜੁੜੇ ਸੀ, ਬਹੁਤ ਬਹੁਤ ਸ਼ੁਕਰੀਆ ਸਰ ਦਾ। ਭੁਪਿੰਦਰ ਸਿੰਘ, ਅਭਿਮਨਿਊ ਪੁਨੀਆ, ਸੰਦੀਪ, ਜਗਦੀਸ਼ ਸਚਦੇਵਾ, ਬੁਸ਼ਰਾ ਹਮਾਮਾ, ਪ੍ਰੀਤ ਇੰਦਰ ਬਾਜਵਾ, ਰਾਜੀਵ ਕੁਮਾਰ, ਤਨਵੀਰ ਤੇ ਸਾਡੇ ਬਹੁਤ ਹੀ ਖਾਸ ਜਿਹੜੇ ਅੱਜ ਇੱਕ ਸਰੋਤਾ ਸਾਡੇ ਨਾਲ ਜੁੜੇ ਨੇ, ਪ੍ਰੋਫੈਸਰ ਸਰਵਨ ਸਿੰਘ ਮਿਨਹਾਸ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਕਿ ਸਾਡੇ ਨਾਲ ਜੁੜੇ। ਸਰ ਇਹਨਾਂ ਸਾਰਿਆਂ ਨੇ ਤੁਹਾਨੂੰ ਸੁਣਿਆ ਔਰ ਬਹੁਤ ਅੱਛੇ ਕਮੈਂਟ ਕੀਤੇ ਹੈ। ਕੋਈ ਪ੍ਰਸ਼ਨ ਨਹੀਂ ਆਇਆ ਸਾਨੂੰ ਸੀ ਕਿ ਜੇ ਕੋਈ ਪ੍ਰਸ਼ਨ ਵੀ ਆਉਂਦਾ ਅਸੀਂ ਉਸ ਤਰੀਕੇ ਨਾਲ ਗੱਲ ਕਰਦੇ, ਪਰ ਜਿਹੜੇ ਜੀ ਤੁਸੀਂ ਜੀ ਜਦੋਂ ਤੁਸੀਂ ਖੁਦ ਵੀ ਕਮੈਂਟ ਪੜ੍ਹ ਕੇ ਦੇਖਿਓ, ਸਾਰਿਆਂ ਦੇ ਵਿੱਚ ਇੱਕ ਉਹ ਆਨੰਦ ਦੀ ਅਵਸਥਾ ਹੈ, ਵਾਹ ਕਿਆ ਬਾਤ, ਮਤਲਬ ਜਿਵੇਂ ਹਰ ਇੱਕ ਦੀ ਅਵਸਥਾ ਵੀ ਤੁਸੀਂ ਕਿਤੇ ਹੋਰ ਲੈ ਗਏ। ਇਸ ਤਰੀਕੇ ਦੇ ਜਿਹੜੇ ਉਹ ਕਮੈਂਟ ਆਏ ਆ, ਜਿਨ੍ਹਾਂ ਵਿੱਚੋਂ ਮੈਂ ਤੁਹਾਨੂੰ ਇੱਕ ਅੱਧਾ ਕਮੈਂਟ ਦੱਸਦੀ ਵੀ ਹਾਂ। ਜੀ ਜੀ ਰਾਜਕੁਮਾਰ ਹੰਸ ਜੀ ਦਾ ਕਮੈਂਟ ਹੈ, ਡੀਅਰ ਸਿਧਾਰਥ, you are amazingly rich in the tradition and empowered by this awakening। ਮਤਲਬ ਸੀਰੀਅਸਲੀ ਸਰ, ਮਤਲਬ ਜੋ ਵੀ ਅਸੀਂ ਫੀਲ ਕਰ ਰਹੇ ਸੀ, ਸਾਰੇ ਕਮੈਂਟਸ ਦੇ ਵਿੱਚੋਂ ਜੀ ਉਹੀ ਚੀਜ਼ ਫੀਲਿੰਗ ਜਿਹੜੀ ਆ ਉਹ ਬਾਹਰ ਆ ਰਹੀ ਸੀ। ਸਾਰੇ ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਤੁਹਾਨੂੰ ਇਹ ਖੇਚਲ ਦੁਬਾਰਾ ਜ਼ਰੂਰ ਦੇਵਾਂਗੇ ਤੇ ਤੁਸੀਂ ਪਲੀਜ਼ ਸਾਡੇ ਲਈ ਸਮਾਂ ਹਾਂ ਕੱਢਿਓ ਅੱਜ ਦੇ ਲਈ ਤੁਹਾਨੂੰ, ਮਤਲਬ ਐਨੀ ਟਾਈਮ ਹਾਂਜੀ, ਤੁਸੀਂ ਥੈਂਕ ਜਦੋਂ ਯੂ ਵੀ ਸਰ। ਕਹੋਗੇ ਮੈਂ ਹਾਜ਼ਰ ਹੋ ਜਾਊਂਗਾ। ਬਿਲਕੁਲ ਸਰ, ਬਿਲਕੁਲ ਜੀ, ਬਹੁਤ ਹਾਂਜੀ ਇੱਕ ਸਾਥ। ਉਹਦੇ ਤੋਂ ਹਾਂਜੀ, ਹਾਂਜੀ ਹਾਂਜੀ ਨਹੀਂ ਜਿਸ ਬਿਲਕੁਲ ਸਰ, ਤਰ੍ਹਾਂ ਕੈਲੀਗ੍ਰਾਫੀ ਦੇ ਉੱਤੇ ਬੜੀ ਲੰਬੀ ਚੌੜੀ ਗੱਲ ਹੋ ਸਕਦੀ ਹੈ, ਹਾਂਜੀ ਹਾਂਜੀ ਤੇ ਬਾਬੇ ਦੀ ਜਿਹੜੀ ਨਾਦ ਯੋਗ ਦੇ ਉੱਤੇ ਬੜੀ ਲੰਬੀ ਚੌੜੀ ਗੱਲਬਾਤ ਹੋ ਸਕਦੀ ਹੈ, ਕਿਉਂਕਿ ਅੱਜ ਆਪਾਂ ਨਟਸ਼ਲ ਦੇ ਵਿੱਚ ਗੱਲ ਕੀਤੀ ਹੈ ਕਿ ਵੀ ਨਾਦ ਯੋਗ ਹੈ ਕੀ, ਜੀ, ਹੈ ਬਿਲकुल ਨਾ, ਤੇ ਉਸ ਵਿਸ਼ੇ ਦੇ ਉੱਤੇ ਗੱਲ ਹੋ ਸਕਦੀ ਹੈ। ਫਿਰ ਉਹ ਕਿਵੇਂ, ਕਿਸ ਤਰ੍ਹਾਂ ਪ੍ਰਗਟਾ ਹੁੰਦਾ ਉਹਦਾ, ਕਿਸ ਤਰ੍ਹਾਂ ਬਾਬੇ ਨੇ ਪ੍ਰਗਟਾ ਕੀਤਾ ਹੈ ਜੀ, ਬਿਲकुल ਉਸ ਵਿਸ਼ੇ ਦੇ ਉੱਤੇ। ਫਿਰ ਸਾਰਾ ਆਰਕੀਟੈਕਚਰ ਦੇ ਉੱਤੇ, ਔਰ ਕਈ ਤਰ੍ਹਾਂ ਦੀ ਕਈ ਲੈਵਲਸ ਹੈ। ਸਰ ਹਾਂਜੀ ਕੁਝ ਐਵੇਂ ਦੀਆਂ ਗੱਲਾਂ ਸੀ ਜਿਹੜੀਆਂ ਸਾਨੂੰ ਬਿਲਕੁਲ ਨਹੀਂ ਪਤਾ ਸੀ, ਮਤਲਬ ਇਹ ਬੜੀਆਂ ਨਵੀਆਂ ਗੱਲਾਂ ਸੀ, ਕਿਉਂਕਿ ਬੇਸ਼ੱਕ ਥੋੜਾ ਬਹੁਤ ਜੀ ਅੰਦਾਜ਼ਾ ਜ਼ਰੂਰ ਹੁੰਦਾ, ਜਾਂ ਅਸੀਂ ਜਿਵੇਂ ਕਹਿ ਲਓ ਕਿ ਜੇ ਸਾਨੂੰ ਪਤਾ ਹੈ ਕਿ ਹਾਂਜੀ ਗੁਰੂ ਗ੍ਰੰਥ ਸਾਹਿਬ ਲਈ ਇੱਕ ਇਮਾਰਤ ਬਣਦੀ ਹੈ, ਪਰ ਇਹਨੂੰ ਇਸ ਤਰੀਕੇ ਨਾਲ ਨਹੀਂ ਲੈਂਦੇ। ਤਾਂ ਜਿਹੜੇ ਸਿੰਚਾਈ ਦੇ ਸਾਧਨਾਂ ਦੀ ਜੀ ਤੁਸੀਂ ਗੱਲ ਕੀਤੀ ਹੈ ਉਹ ਬੜੀ ਵਿਸ਼ੇਸ਼ ਹੈ, ਉਦੋਂ ਅਸੀਂ ਏਦਾਂ ਨਹੀਂ ਲਿਆ ਜੀ ਕਦੇ, ਹੈ ਨਾ ਜੀ। ਬਹੁਤ ਸਾਰੀਆਂ ਐਵੇਂ ਦੀਆਂ ਚੀਜ਼ਾਂ ਨਹੀਂ ਸਾਨੂੰ ਆਪਣੇ ਲੱਗੀਆਂ ਕਿ ਜੀ ਸਰ, ਆਪਣੇ ਗਰੇਵਾਲ ਸਾਹਿਬ ਹੈ ਲੁਧਿਆਣੇ ਵਾਲੇ, ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਪੂਰੀ ਪੂਰੀ ਇਸ ਵਿਸ਼ੇ ਦੇ ਉੱਤੇ, ਪੰਜਵੇਂ ਗੁਰੂ ਸਾਹਿਬ ਦੀ ਜਿਹੜਾ ਸਿੰਚਾਈ ਦੇ ਉੱਤੇ ਜਿਹੜਾ ਕੰਮ ਹੈ। ਹਾਂਜੀ ਹਾਂਜੀ ਤੇ ਬੀਬੀ ਖੀਵੀ ਤੇ ਬੀਬੀ ਅਮਰੋ ਦਾ ਜਿਹੜਾ ਪਾਰਟਿਸਿਪੇਸ਼ਨ ਹੈ ਉਹਦੇ ਚ, ਤੇ ਅੱਛਾ ਛੇਵੇਂ ਜੀ, ਗੁਰੂ ਸਾਹਿਬ ਦੀ ਜਿਹੜੀ ਪਾਰਟਿਸਿਪੇਸ਼ਨ ਹੈ। ਫਿਰ ਇਹ ਸ਼ਬੀਲ ਦੀ ਜਿਹੜੀ ਹਜੇ ਤਾਂ ਮੈਂ ਤੁਹਾਡੇ ਨਾਲ ਉਸ ਤਰ੍ਹਾਂ ਦੀਆਂ ਗੱਲਾਂ ਨਹੀਂ ਕੀਤੀਆਂ, ਹਾਂਜੀ ਕਿਉਂਕਿ ਉਹ ਬਹੁਤ ਹੀ ਇਮੋਸ਼ਨਲ ਗੱਲਾਂ ਹੋ ਸਕਦੀਆਂ ਸੀ, ਜਿਸ ਤਰ੍ਹਾਂ ਸ਼ਬੀਲ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ, ਉਹ ਛੇਵੇਂ ਗੁਰੂ ਨੇ ਕਿਵੇਂ ਕੀਤੀ ਹੈ, ਉਹਦੇ ਬਾਰੇ ਕਦੇ ਆਪਾਂ ਗੱਲ ਨਹੀਂ ਕੀਤੀ। ਹਾਂਜੀ ਅਸਲ 'ਚ ਅਸੀਂ ਜਿਹੜੀਆਂ ਬਹੁਤ ਸੂਖਮ ਗੱਲਾਂ ਨੇ ਜਿਹੜੀਆਂ ਗੁਰੂਆਂ ਦੀਆਂ, ਅਸੀਂ ਉਹਨਾਂ ਬਾਰੇ ਕਦੇ ਵਿਚਾਲੇ ਨਾ ਭੁੱਲ ਗਏ, ਅਸੀਂ ਕੁਝ ਹੋਰ ਚੱਕਰ 'ਚ ਪੈ ਗਏ ਸੀ ਹਾਂਜੀ, ਨਾ, ਸਹੀ ਹੈ ਜੀ, ਕਿਸੇ ਹੋਰ ਬਿਲकुल ਗੱਲ 'ਚ ਪੈ ਗਏ, ਉਹ ਪਰਾਂ ਦੀ ਗੱਲ ਜ਼ਿਆਦਾ ਕਰਨ ਲੱਗ ਪਏ ਅਸੀਂ, ਜਪ ਦੀ ਗੱਲ ਤੇ ਨਾਮ ਜਪਣ ਦੀ ਗੱਲ ਜ਼ਿਆਦਾ ਮਹੱਤਵਪੂਰਨ ਹੋ ਗਈ, ਜੋ ਠੀਕ ਹੈ, ਉਹ ਵੀ ਬਹੁਤ ਮਹੱਤਵਪੂਰਨ ਹੈ, ਉਹ ਬਹੁਤ ਮਹੱਤਵਪੂਰਨ ਹੈ, ਕੋਈ ਐਸੀ ਬਾਤ ਨਹੀਂ, ਉਸ ਤੋਂ ਬਿਨਾਂ ਤੁਸੀਂ ਸਮਝ ਨਹੀਂ ਸਕਦੇ ਗੱਲ ਨੂੰ। ਜੀ, ਬਿਲकुल ਤੇ ਉਹ ਜਿਹੜਾ ਸੀਗਾ ਇੱਕ ਵਿੱਚੋਂ ਬੜਾ ਲੰਬਾ ਚੌੜਾ ਜਿਹੜਾ ਗੈਪ ਹੈਗਾ ਸਾਡੇ ਨਾ ਗੱਲਬਾਤ ਦਾ, ਸਾਰਾ ਜਿਹੜਾ ਅਸੀਂ ਜਿਹੜੀਆਂ ਆਹ ਗੱਲਾਂ ਨਹੀਂ ਅਸੀਂ ਸਾਰੀਆਂ ਕੀਤੀਆਂ, ਅਸੀਂ ਉਹ ਵੰਡ ਕੇ ਨਹੀਂ ਛਕਿਆ। ਬਿਲकुल ਸਹੀ ਇਸ ਹੈ, ਕਰਕੇ ਸਾਨੂੰ ਲੋਕ ਯੋਧਾ ਸਮਝਦੇ ਨੇ, ਤੇ ਜਾਂ ਫਿਰ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ, ਤੇ ਜਾਂ ਫਿਰ ਸਾਨੂੰ ਯੋਧਾ ਜ਼ਿਆਦਾ ਸਮਝਦੇ ਲੋਕ। ਤੇ ਜਦ ਕਿ ਸਾਡਾ ਜਿਹੜਾ ਕਲਚਰ ਹੈ, ਜਿਹੜਾ ਸਾਡਾ ਰਿਲੀਜਨ ਹੈ, ਉਹ ਕਲਾ ਦਾ ਰਿਲੀਜਨ, ਬਿਲकुल ਮਹਾ ਕਲਾ ਦਾ ਰਿਲੀਜਨ ਹੈ। ਹਾਂਜੀ, ਸਹੀ ਹੈ ਜੀ। ਹਾਂਜੀ ਸਰ ਕਹਿੰਦੇ ਆ ਨਾ ਕਿ ਇੱਕ ਜਿਹੜਾ ਮੂਰਤੀ ਘਾੜਾ ਹੁੰਦਾ ਹੈ, ਉਹ ਪੱਥਰ ਦੇ ਵਿੱਚੋਂ ਮੂਰਤੀ ਨਹੀਂ ਕੱਢਦਾ, ਉਹ ਸਗੋਂ ਵਾਧੂ ਪੱਥਰ ਛਾਂਟ ਦਿੰਦਾ ਤਾਂ ਮੂਰਤੀ ਬਣ ਜਾਂਦੀ ਹੈ। ਤੇ ਤੁਸੀਂ ਅੱਜ ਉਹ ਵਾਧੂ ਪੱਥਰ ਬਹੁਤ ਸਾਰੇ ਛਾਂਟੇ ਆ, ਜਿਹਦੇ ਵਿੱਚੋਂ ਤੁਸੀਂ ਇੱਕ ਉਹੋ ਜਿਹੀ ਮੂਰਤ ਕੱਢ ਕੇ ਸਾਡੇ ਸਾਹਮਣੇ ਰੱਖ ਦਿੱਤੀ ਹੈ ਕਿ ਜਿਹਨੂੰ ਅਸੀਂ ਸ਼ਾਇਦ ਕੋਸ਼ਿਸ਼ ਕਰੀਏ ਤਾਂ ਅਸੀਂ ਸਦੀਵੀ ਆਪਣੇ ਚੇਤਿਆਂ 'ਚ ਵਸਾ ਸਕਦੇ ਹਾਂ। ਤਾਂ ਇਹ ਬਹੁਤ ਹੀ ਜ਼ਿਆਦਾ ਵੱਡੀ ਅੱਜ ਸਾਡੀ ਪ੍ਰਾਪਤੀ ਹੈ ਕਿ ਅਸੀਂ ਤੁਸੀਂ ਤੁਹਾਨੂੰ ਬੁਲਾ ਚਾਹੋਗੇ ਸਕੇ। ਤਾਂ ਫਿਰ ਗੁਰੂ ਦੀ ਕੋਈ ਇੱਕ ਇੱਕ ਚੀਜ਼ ਹੈ, ਉਹਨੂੰ ਫੜ ਕੇ ਅਸੀਂ ਇੱਕ ਲੰਬੀ ਗੱਲਬਾਤ ਕਰ ਸਕਦੇ ਹਾਂ, ਜੀ ਕਿਉਂਕਿ ਸਾਡਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਮੈਨੂੰ 3 ਦਿਨ ਵਾਸਤੇ ਬੁਲਾਇਆ ਸੀ, ਪਰ ਹੋ ਗਏ ਸਾਡੇ ਐਕਚੁਅਲੀ 14, ਅੱਛਾ 7 ਜੀ, ਦਿਨ ਦੇ ਤੇ 7 ਰਾਤਾਂ ਵੀ ਹੈ ਨਾਲ, ਹਾਂਜੀ ਸਹੀ ਹੈ ਜੀ, ਕਿਉਂਕਿ ਉਹਦੇ 'ਚ ਕੀ ਹੁੰਦਾ ਸੀਗਾ ਕਿ ਵੀ ਸ਼ਾਮ ਦੇ ਵਕਤ ਵੀ ਜਿੱਥੇ ਗੈਸਟ ਹਾਊਸ 'ਚ ਮੈਂ ਠਹਿਰਿਆ ਸੀਗਾ, ਉੱਥੇ ਫਿਰ ਉਹ ਸਾਰੇ ਸਟੂਡੈਂਟ ਆ ਜਾਂਦੇ ਸੀਗੇ ਜਿਹੜੇ, ਔਰ ਸਾਰੇ ਡਿਪਾਰਟਮੈਂਟਾਂ 'ਚੋਂ, ਤੇ ਸਾਡਾ ਉੱਥੇ ਫਿਰ ਕੁਐਸਚਨ ਆਨਸਰ ਸ਼ੁਰੂ ਹੁੰਦਾ ਸੀਗਾ, ਤੇ ਉਹ ਰਾਤਾਂ ਵੀ 1-1 ਵਜੇ ਤੱਕ 2-2 ਵਜੇ ਤੱਕ ਚੱਲਦੀਆਂ ਸੀਗੀਆਂ। ਇਸ ਅੱਛਾ ਜੀ, ਹਿਸਾਬ ਨਾਲ ਇਹ ਸਬਜੈਕਟ ਬੜਾ ਲੰਬਾ ਹੈਗਾ, ਜੇ ਤੁਸੀਂ ਚਾਹੋਗੇ ਤਾਂ ਆਪਾਂ
ਇੱਕ ਸਬਜੈਕਟ ਦੇ ਉੱਤੇ ਸਾਰਾ ਫਿਰ ਦੁਬਾਰਾ ਹੋਰ ਲੰਬੀਆਂ ਗੱਲਾਂ ਕਰ ਸਕਦੇ ਹਾਂ। ਜੀ ਬਿਲਕੁਲ ਸਰ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ, ਬਹੁਤ ਬਹੁਤ ਧੰਨਵਾਦ ਸਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਾਰੇ ਦੋਸਤਾਂ ਦਾ ਵੀ ਧੰਨਵਾਦ, ਹਾਂਸ ਸਾਹਿਬ ਔਰ ਸਾਰੇ ਲੋਕ ਜਿੰਨੇ ਵੀ ਹੈ ਜੀ ਆਪਣੇ ਬਿਲਕੁਲ। ਪਿਆਰੇ ਬੜੇ ਨੇ ਸਾਡੇ ਤੋਂ ਜੀ। ਹਾਂਜੀ, ਤੇ ਉਹ ਸਾਡੇ ਵੱਡੇ ਨੇ, ਉਹਨਾਂ ਦਾ ਬੜਾ ਆਸ਼ੀਰਵਾਦ ਹੋ ਗਿਆ ਸਾਡੇ ਤੇ, ਹਨਾ। ਬਹੁਤਿਆਂ ਦੋਸਤਾਂ ਦਾ, ਤੇ ਬਹੁਤਿਆਂ ਨੂੰ ਮੈਂ ਜਾਣਦਾ, ਕਈਆਂ ਨੂੰ ਮੈਂ ਨਹੀਂ ਜਾਣਦਾ, ਉਹਨਾਂ ਦਾ ਵੀ ਧੰਨਵਾਦ, ਤੇ ਉਹਨਾਂ ਨੂੰ ਮੈਂ ਨਤਮਸਤਕ ਹੋ ਕੇ ਨਮਸਕਾਰ ਕਰਦਾ ਜੀ। ਧੰਨਵਾਦ। ਤੇ ਜਿਹੜੀ ਅੱਜ ਦੀ ਸਾਡੀ ਜਿਹੜੀ ਅਸੀਂ ਜਿਹੜਾ ਪੇਜ ਸ਼ੁਰੂ ਕੀਤਾ ਇਹ ਪੰਜਾਬ ਦਰਸ਼ਨ, ਇਹਦੀ ਟੀਮ ਦੇ ਤੁਹਾਨੂੰ ਨਾਮ ਦੱਸਣਾ ਚਾਹਾਂਗੇ ਜਿਹੜੀ ਸਾਡੀ, ਕਿਉਂਕਿ ਉਹਨਾਂ ਦੇ ਯੋਗਦਾਨ ਤੋਂ ਬਿਨਾਂ ਅਸੀਂ ਇਹ ਕੁਝ ਨਹੀਂ ਕਰ ਸਕਦੇ। ਸਾਡੀ ਟੀਮ ਆ, ਉਸੇ ਟੀਮ ਦੇ ਵਿੱਚ ਜਿਹੜੇ ਸਾਡੇ ਨਾਮ ਨੇ, ਜਿਹਦੇ ਚ ਸਭ ਤੋਂ ਪਹਿਲਾਂ ਤਾਂ ਮੈਡਮ ਕੁਲਵਿੰਦਰ ਕੌਰ ਨੇ, ਉਹ ਸਾਨੂੰ ਬਹੁਤ ਸਪੋਰਟ ਕਰਦੇ ਨੇ। ਜਦੋਂ ਵੀ ਅਸੀਂ ਇਹ ਪ੍ਰੋਗਰਾਮ ਉਲੀਕਦੇ ਹਾਂ ਤਾਂ ਉਹਨਾਂ ਦੀ ਰਹਿਨੁਮਾਈ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਪਾਉਂਦੇ। ਫਿਰ ਸਿਰਜਕ ਟੀਮ ਦੇ ਵਿੱਚ ਜਸਕਰਨ, ਕਮਲੇਸ਼, ਦਿਲਦਾਰ, ਮਹਿਤਾਬ ਤੇ ਆਕਾਸ਼ ਸਰ ਜਿਹੜੇ ਅਸੀਂ ਸ਼ਾਮਲ ਹਾਂ। ਤੇ ਜਿਹੜੇ ਸਾਡੇ ਦੋ ਆਰਕੀਟੈਕਟ, ਜਿਹੜੇ ਸਾਡੇ ਟੈਕਨੀਸ਼ੀਅਨ ਨੇ, ਜਿਹੜੇ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਟੈਕਨੀਕਲੀ ਉਹ ਹੋਲਡ ਕਰਦੇ ਨੇ, ਸਾਨੂੰ ਇਹਦੇ ਬਾਰੇ ਬਹੁਤ ਗਿਆਨ ਨਹੀਂ ਹੈ, ਉਹ ਹੈ ਪਰਮਿੰਦਰ ਤੇ ਹਰਪ੍ਰੀਤ। ਉਹਨਾਂ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਨਾਲ ਹਮੇਸ਼ਾ ਹੀ ਜਿਹੜਾ ਟੀਮ ਵਰਕ ਸਾਡਾ ਜਿਹੜਾ ਚੱਲਦਾ, ਸੀ ਜੋ ਇੱਕ ਮਕਸਦ ਲੈ ਕੇ ਚੱਲੇ ਆ ਕਿ ਅਸੀਂ ਕਿਸੇ ਸੂਝਵਾਨ ਨੂੰ ਸੁਣਨਾ ਚਾਹੁੰਦੇ ਹਾਂ, ਇੱਕ ਪਲੇਟਫਾਰਮ ਜਿਹਾ ਬਣਾ ਲਿਆ ਅਸੀਂ। ਤਾਂ ਸਾਡੇ ਲਈ ਉਹ ਆਪਣੇ ਆਪ ਸਾਨੂੰ ਇਹ ਚੀਜ਼ ਬਹੁਤ ਵੱਡੀ ਲੱਗਦੀ ਕਿ ਉੱਦਾਂ ਅਸੀਂ ਸ਼ਾਇਦ ਕਿਸੇ ਨੂੰ ਜਾ ਕੇ ਮਿਲਣਾ ਜਾਂ ਸੁਣਨਾ ਸਾਡੇ ਲਈ ਸੰਭਵ ਨਹੀਂ ਹੁੰਦਾ। ਪਰ ਇਹ ਜਿਹੜੀ ਹੈ, ਇਹ ਅਸੀਂ ਕਹਿ ਲਓ ਕਿ ਆਪਣੇ ਰੂਹ ਦੀ ਖੁਰਾਕ ਜਿਹੜੀ ਆ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਡਾ ਮਕਸਦ ਜਿਹੜਾ ਪੰਜਾਬ ਨੂੰ ਸਮਝਣਾ ਹੈ, ਜਿਹੜੇ ਤੁਸੀਂ ਪੰਜਾਬ ਦੀ ਗੱਲ ਕੀਤੀ ਕਿ ਸਾਂਝੇ ਪੰਜਾਬ ਦੀ, ਪਹਿਲੇ ਪੰਜਾਬ ਦੀ, ਕਿਉਂਕਿ ਅਸੀਂ ਜਿਹੜਾ ਕਹਿ ਲਓ ਕਿ ਜਿਹੜੇ ਪੰਜਾਬ ਦੇ ਬਾਰੇ ਜਿਹੜੇ ਫਿਕਰ ਹੈ ਤੇ ਜਿਹੜੇ ਫਖਰ ਵੀ ਕੀਤੇ ਜਾਂਦੇ ਆ, ਅਸੀਂ ਸਿਰਫ ਉਹਨਾਂ ਨੂੰ ਸਮਝ ਰਹੇ ਹਾਂ ਪਹਿਲਾਂ, ਕਿਉਂਕਿ ਜਦ ਤੱਕ ਸਮਝ ਨਾ ਹੋਵੇ ਚੀਜ਼ ਦੀ, ਉਨੀ ਦੇਰ ਤੱਕ ਉਹਦੇ ਤੇ ਕੋਈ ਗੱਲ ਕਰਨੀ ਜਿਹੜੀ ਉਹ ਸੰਭਵ ਨਹੀਂ ਹੁੰਦੀ। ਅਸੀਂ ਸਿਰਫ ਤੁਹਾਡੇ ਵਰਗੇ ਸਾਰੇ ਵਿਦਵਾਨਾਂ ਤੋਂ ਇਸ ਚੀਜ਼ ਨੂੰ ਸਿਰਫ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਦੇ ਪਿੱਛੇ ਕੀ ਚੀਜ਼ਾਂ ਹੈ ਜਿਹੜੀਆਂ ਸਾਡੀ ਨਜ਼ਰ ਤੋਂ ਪਰੇ ਹੋਣ, ਤਾਂ ਹਰ ਇੱਕ ਦੀ ਇਕੱਠਾ ਕਰਕੇ ਇੱਕ ਅਸੀਂ ਸਾਂਝਾ ਪੰਜਾਬ ਬਣਾਈਏ। ਤਾਂ ਬਹੁਤ ਸ਼ੁਕਰੀਆ ਸਰ, ਤੁਸੀਂ ਸੱਚਮੁੱਚ ਉਸੇ ਪੰਜਾਬ ਦੀ ਗੱਲ ਕੀਤੀ, ਤੁਸੀਂ ਜਿਹੜੇ ਪੰਜਾਬੀ ਜਿਹੜਾ ਅੱਜ ਕੱਲ੍ਹ ਸੂਬਾ ਹੈ ਉਹਦੀ ਨਹੀਂ ਕੀਤੀ। ਸਾਡੇ ਲਈ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਹੈ ਜੀ ਸਰ, ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਸਰ ਕਿ ਤੁਸੀਂ ਸਾਡੇ ਤੋਂ ਜੁੜੇ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ, ਤੇ ਤੁਹਾਨੂੰ ਅਗਲੀ ਵਾਰ ਖੇਚਲ ਜ਼ਰੂਰ ਦਿੱਤੀ ਜਾਊਗੀ ਜੀ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਸਰ। ਥੈਂਕ ਯੂ ਸਰ, ਥੈਂਕ ਯੂ, ਸ਼ੁਕਰੀਆ ਸਰ। ਪੰਜਾਬ